KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:21 ਹੋਏ ਨੇ। ਸੋਮਵਾਰ ਦਾ ਦਿਨ ਹੈ ਤੇ 11 ਜਨਵਰੀ ਆ ਵਰਾ 2021 ਦਾ। 29 ਹੋ ਗਿਆ ਪੋ ਨਾਨਕ ਸ਼ੇ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। 11 ਜਨਵਰੀ 1915 ਨੂੰ ਅੱਜ ਦੇ ਦਿਨ 116 ਵਰੇ ਪਹਿਲਾਂ ਭਾਈ ਸਾਹਿਬ ਭਾਈ ਮੇਵਾ ਸਿੰਘ ਲੋਪੋਂ ਕੇ ਵਾਲਿਆਂ ਨੇ ਅੱਜ ਦੇ ਦਿਨ ਫਾਂਸੀ ਦਾ ਰੱਸਾ ਗਲ ਚ ਪਾਇਆ ਤੇ ਸ਼ਹੀਦੀ ਦਿੱਤੀ ਆਪਣੇ ਲਈ, ਜਿਹੜੀ ਕੌਮ ਅੱਜ ਬਾਗੋ ਬਾਗ ਹੈ। ਯਾਦ ਰੱਖਿਓ krpradio.com ਤੇ ਸਿੱਧਾ ਪ੍ਰਸਾਰਣ ਚੱਲਦਾ। ਪ੍ਰੋਗਰਾਮ ਰਹਿ ਜੇ ਤਾਂ ਸਾਰਾ ਪ੍ਰੋਗਰਾਮ ਲੋਕ ਸੱਥ ਤੇ ਪਾਇਆ ਹੁੰਦਾ ਹੈ। ਪਵਨ ਜਵੰਦੇ ਦਾ ਧੰਨਵਾਦ। ਤੇ ਪਵਨ ਜਵੰਦੇ ਦਾ ਜਿੱਥੇ ਧੰਨਵਾਦ ਹੈ ਉੱਥੇ ਸਾਨੂੰ ਮਾਣ ਵੀ ਹੈ ਕਿ ਅਸੀਂ ਮਾਮੇ ਬਣ ਗਏ। ਛੋਟੀ ਭੈਣ ਦੇ ਪੁੱਤਰ ਹੋਇਆ ਪਵਨ ਤੋਂ, ਛੋਟੀ ਸਿਸਟਰ ਨੇ। ਅੱਜ ਸਵੇਰੇ ਫੋਨ ਆਇਆ, ਮਾਮੇ ਬਣ ਗਏ। ਮੈਂ ਕਿਹਾ ਕਾਇਮ ਹੋ ਗਿਆ, ਫਿਰ ਆਪਣੇ ਰੁਤਬੇ ਵੱਧ ਗਏ। ਸਾਰੇ ਜਵੰਦਾ ਪਰਿਵਾਰ ਨੂੰ ਤੇ ਕੁੜੀ ਦੇ ਸਹੁਰਾ ਪਰਿਵਾਰ ਨੂੰ ਸਾਰਿਆਂ ਨੂੰ ਵਧਾਈ। ਤੇ ਸਾਰਿਆਂ ਨੂੰ ਪਵਨ ਨੂੰ ਅੱਜ ਤੁਸੀਂ ਵੀ ਵਧਾਈ ਦਿਓ ਜਿਹੜੇ ਪ੍ਰੋਗਰਾਮ ਸੁਣਦੇ ਹੋ। ਤੇ ਬਹੁਤ ਖੁਸ਼ੀ ਦੀ ਗੱਲ ਹੈ। ਸਾਰਾ ਪ੍ਰੋਗਰਾਮ ਪਾ ਦਿੰਦਾ ਹੈ YouTube ਤੇ। ਪਿਛਲੇ 5 ਵਰਿਆਂ ਤੋਂ ਧੰਨਵਾਦ ਬਹੁਤ ਬਹੁਤ। ਤੇ 604-729-1224 6047291224 ਔਨ 에ਅਰ ਜਿਹੜਾ ਟੈਕਸਟ ਲਈ ਨੰਬਰ ਹੈ। ਤੇ 1844-247-1550 ਤੁਹਾਡੇ ਲਈ ਨੰਬਰ ਹੈ। ਤੁਸੀਂ ਫੋਨ ਕਰਨਾ ਜ਼ਿਆਦਾ ਔਨ 에ਅਰ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ 'ਚ ਸਾਬਕਾ ਸਿਟੀਜ਼ਨਸ਼ਿਪ ਦੇ ਜੱਜ ਹੈਰੀ ਧਾਲੀਵਾਲ ਜੀ ਟੋਰਾਂਟੋ ਤੋਂ ਗੱਲਬਾਤ ਕਰਨਗੇ। ਹੈਰੀ ਧਾਲੀਵਾਲ ਉਹਨਾਂ ਨੇ ਇੱਕ ਪੱਤਰਕਾਰਾਂ ਦਾ ਗਰੁੱਪ ਸਿਰਜਿਆ, ਜਿਹਦੇ ਵਿੱਚ ਉਹ ਕਹਿੰਦੇ ਵੀ ਕਮਿਊਨਿਟੀ ਦੇ ਨਾਲ ਰਲ ਕੇ ਜ਼ੋਰ ਪਾਇਆ ਜਾਵੇ ਕਿ ਸਾਡੇ ਜਿਹੜੇ ਇਲੈਕਟਡ ਅਫੀਸ਼ੀਅਲ ਨੇ ਇਹ ਕੁਝ ਮਤਾ ਪਾਉਣ, ਆਪਣੀ ਪਾਰਟੀ ਦੇ ਹੈਡ ਨੂੰ ਕਹਿਣ ਤੇ ਕੁਝ ਨਾ ਕੁਝ ਅਜਿਹਾ ਕੀਤਾ ਜਾਵੇ ਜਿਹੜਾ ਕਿਸਾਨਾਂ ਦੇ ਹੱਕ ਦੀ ਗੱਲ ਹੋਵੇ। ਮੈਂ ਕਿਹਾ ਵੇਖ ਲਓ ਧੱਕਾ ਧੁੱਕਾ ਲਾ ਕੇ ਜੇ ਗੱਲ ਬਣ ਜਵੇ। ਬ੍ਰੈਡ ਵਿਸਟਾ ਪਹਿਲਾਂ ਹੀ ਮੁੱਕ ਗਿਆ, ਜਿਹਨੇ ਜਤੀ ਉਹਨਾਂ ਨੂੰ ਹਰਾਇਆ ਮੁੰਡੇ ਨੇ ਵੈਬਸਪੋਰਟ ਤੋਂ। ਬ੍ਰੈਡ ਨੇ ਬਹੁਤ ਓਪਨਲੀ ਸਪੀਕਰ ਤੋਂ ਸਮਾਂ ਲੈ ਕੇ ਬੋਲਿਆ। ਉਹ ਕਹਿੰਦਾ ਮੇਰੀ ਕੰਸਟੀਚੁਐਂਸੀ ਦੇ ਬਜ਼ੁਰਗ ਉੱਥੇ ਬੈਠੇ ਨੇ ਜਿਨ੍ਹਾਂ ਦਾ ਟੱਬਰ ਉੱਥੇ ਆ, ਉੱਥੇ ਦੀ ਸਰਕਾਰ ਧੱਕਾ ਕਰ ਰਹੀ ਹੈ। ਔਰ ਕੰਜ਼ਰਵੇਟਿਵ ਪਾਰਟੀ ਦੇ MP ਨੇ ਜਿਹੜੀ ਰਾਈਟ ਵਿੰਗ ਵਾਲੇ ਪਾਸਿਓਂ ਤੇ ਭਾਰਤੀ ਜਨਤਾ ਪਾਰਟੀ ਦੇ ਨੇੜੇ ਦੀ ਹੈ, ਉਹਦੇ MP ਜਿਹੜੇ ਲੋਕਾਂ ਨੂੰ ਜਾਣਨ ਵਾਲੇ ਬ੍ਰੈਡ ਬਿਸ ਨੇ ਸਿਰੇ ਲਾਤੀ ਗੱਲ। ਮੁੰਡਾ ਬਹੁਤ ਪੰਜਾਬੀਆਂ 'ਚ ਹਰਮਨ ਪਿਆਰਾ, ਸਾਰੇ ਉਹਨੂੰ ਪਿਆਰ ਕਰਦੇ ਤੇ ਘਰ ਘਰ ਦੀ ਉਹ ਗੱਲ ਸੁਣਦਾ। ਕੋਈ ਉਹਦੇ ਦਫ਼ਤਰ ਪਹੁੰਚ ਜਾਵੇ, ਇਹੋ ਜਿਹੇ ਬੰਦੇ ਫਿਰ ਕਿਤੇ ਹਰਦੇ ਆ ਜਿਹੜੇ ਕੰਮ ਕਰਦੇ। ਧੰਨਵਾਦ ਆ ਬ੍ਰੈਡ ਦਾ ਬਹੁਤ ਬਹੁਤ। ਉਹਨੂੰ ਪਿਆਰ ਕਰਨ ਵਾਲੇ ਜਿਹੜੇ ਉਹਨੂੰ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਉਹਦੇ ਤੱਕ ਪਹੁੰਚਦਾ ਕਰਿਓ ਕਿ ਉਹਨੂੰ ਧੰਨਵਾਦ ਕਿਹਾ ਸਪੈਸ਼ਲ। ਥੈਂਕ ਯੂ ਬ੍ਰੈਡ। ਤੇ krpradio.com ਤੇ ਸਿੱਧਾ ਪ੍ਰਸਾਰਣ ਚੱਲਦਾ ਪ੍ਰੋਗਰਾਮ। ਅੱਛਾ, ਪਿਛਲੇ 1 ਘੰਟੇ ਦੇ ਵਿੱਚ ਆਪਾਂ ਅੱਜ ਗੱਲਬਾਤ ਕਰਾਂਗੇ ਮੇਵਾ ਸਿੰਘ ਬਾਰੇ ਤੇ ਤੁਸੀਂ ਸ਼ਾਮਲ ਹੋਣਾ। ਤੇ ਨਾਲ ਹੀ ਕੁਝ ਸਮਾਂ ਮੈਂ ਗੱਲਬਾਤ ਕਰਨਾ ਚਾਹੁੰਦਾ ਅਸੈਸਮੈਂਟ ਜਿਹੜੀ ਘਰਾਂ ਦੀ ਆ ਗਈ। 50% ਚੱਕਤੀ। 10 ਲੱਖ ਵਾਲਾ ਘਰ 15 ਲੱਖ ਦਾ ਕਰਕੇ ਹਰੀ ਪਰਚੀ ਆ ਗਈ। ਜਿਹਨੇ ਨਾ ਵੇਚਣਾ ਨਾ ਕਰਨਾ ਤੇ ਉਹਨੂੰ 15 ਲੱਖ ਤੇ ਪ੍ਰਾਪਰਟੀ ਟੈਕਸ ਦੇਣਾ ਪੈਣਾ। ਉਹਦੇ ਤੇ ਵੀ ਗੱਲ ਹੋਏਗੀ। ਕਾਲਖ ਦੇ ਵਣਜਾਰਿਓ ਚਾਨਣ ਕਦੇ ਹਰਿਆ ਨਹੀਂ, ਉਹ ਕਿਰਤਨਾਂ ਦੇ ਕਾਤਲੋ ਸੂਰਜ ਕਦੇ ਮਰਿਆ ਨਹੀਂ। ਵਿਛੜੀਆਂ ਕੁਝ ਮਜਲਸਾਂ ਤੇ ਉੱਠ ਗਏ ਕੁਝ ਗਾਉਣ ਹੋ, ਪਰ ਸਮਾਂ ਹੈ ਸਮਝਦਾ ਸਦ ਸਮੇਂ ਦੀ ਲਾਉਣ ਹੋ। ਵਿੱਚ ਚਨਾ ਦੇ ਰੂਪ ਖਰਿਆ ਇਸ਼ਕ ਤਾਂ ਖਰਿਆ ਨਹੀਂ, ਸੂਰਜ ਕਦੇ ਮਰਿਆ ਨਹੀਂ। ਉਹ ਕਾਲਖ ਦੇ ਵਣਜਾਰਿਓ ਚਾਨਣ ਕਦੇ ਹਰਿਆ ਨਹੀਂ। ਰਾਤ ਨੇ ਭਾਵੇਂ ਕਸਾਈਆਂ ਦੀ ਕਰੀ ਹੈ ਰੀਸ ਹੋ, ਉੱਡ ਉਹ ਕੀ ਜਾਣੇ ਤਲੀਆਂ ਤੇ ਵੀ ਉੱਗ ਖਲੋਂਦੇ ਸੀਸ ਹੋ। ਵਰਮੀਆਂ ਤੇ ਬਾਸ ਜਿਸ ਦਾ ਨਾਗ ਤੋਂ ਡਰਿਆ ਨਹੀਂ, ਸੂਰਜ ਕਦੇ ਮਰਿਆ ਨਹੀਂ। ਝਾਂਬਿਆਂ ਦੇ ਨਾਲ ਬੇਸ਼ੱਕ ਝੜ ਗਏ ਕੁਝ ਗੀਤ ਹੋ, ਸੰਗ ਸਿਰਾਂ ਦੇ ਸਿਦਕ ਦੀ ਪਰ ਓੜਕ ਨਿਭੀ ਪ੍ਰੀਤ ਹੋ। ਰਾਤ ਚੰਨ ਦੀ ਮੌਤ ਜਰਜੇ ਸੂਰਜ ਤਾਂ ਜਰਿਆ ਨਹੀਂ, ਉਹ ਕਿਰਨਾਂ ਦੇ ਕਾਤਲੋ ਸੂਰਜ ਕਦੇ ਮਰਿਆ ਨਹੀਂ। ਕਾਲਖ ਦੇ ਵਣਜਾਰਿਓ ਚਾਨਣ ਕਦੇ ਹਰਿਆ ਨਹੀਂ। ਮੇਵਾ ਸਿੰਘ ਲੋਪੋ ਕੇ ਨੂੰ ਯਾਦ ਕਰਦੀ ਹੈ ਕੌਮ ਤੇ ਸੰਤ ਰਾਮ ਅਦਾਸੀ ਲਿਖਦਾ ਹੈ। 8:33 ਹੋਏ ਨੇ ਜੀ। ਪ੍ਰੋਗਰਾਮ ਆਪਾਂ ਹੁਣੇ ਹੀ ਸ਼ੁਰੂ ਕਰਦੇ ਆਂ।
ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਡੇ ਲਈ ਲੈ ਕੇ ਆਂਦਾ ਹੈ ਸਟੀਲ ਏਜ ਕੰਸਟਰਕਸ਼ਨ ਨੇ। ਰਾਜਦੀਪ ਸਿੰਘ ਉਹਨਾਂ ਨੇ 604 418 1515 ਸਟੀਲ ਸਟੱਡ ਫਰੇਮਿੰਗ ਨੂੰ ਤੁਸੀਂ ਦੇ ਸਟੀਲ ਸਟੱਡ ਫਰੇਮਿੰਗ ਕਿਤੇ ਵੀ ਕਰਾਉਣੀ ਆ, ਕੋਈ ਵੇਅਰ ਹਾਊਸ ਆ ਉਹ ਮੈਜ਼ਨੀਨ ਬਣਾਉਣੀ ਆ ਜਾਂ ਕੋਈ ਵਿੱਚ ਆਫਿਸ ਬਣਾਉਣਾ ਖੂੰਜੇ ਜੇ ਚ, ਤੇ ਜਾਂ ਫਿਰ ਕੋਈ ਰੈਸਟੋਰੈਂਟ ਬਣਾਉਣਾ ਹੈ ਤੇ ਡਾਕਟਰਸ ਬਿਲਡਿੰਗ ਬਣਾਉਣੀ ਹੈ ਤਾਂ ਸਟੀਲ ਸਟੱਡ ਫਰੇਮਿੰਗ ਦੇ ਲਈ 604 418 1515 ਰਾਜਦੀਪ ਸਿੰਘ ਹੋਣਾ ਸਟੀਲ ਏਜ ਕੰਸਟਰਕਸ਼ਨ ਦਾ ਤੁਸੀਂ ਫੋਨ ਕਰਿਓ। ਤੇ ਟੌਪ ਲਾਈਨ ਫਲੋਰਿੰਗ ਦੇ 2 ਦਫ਼ਤਰ 129 50 ਐਸਟੀ ਐਵਨਿਊ ਸਰੀ ਚ ਤੇ 31 180 ਪੀਡਨ ਬਿਲ ਡਰਾਈਵ 604 744 81 81 604 590 59 ਟੌਪ ਲਾਈਨ ਫਲੋਰਿੰਗ। ਫਲੋਰ ਕਵਰਿੰਗ ਦਾ ਸਾਰਾ ਕੰਮ ਇੱਥੇ ਹੁੰਦਾ, ਕਾਰਪੈਟ, ਟਾਇਲਸ, ਰੀਅਲ ਵੁੱਡ, ਹਾਰਡਵੁੱਡ, ਇੰਜੀਨੀਅਰ ਵੁੱਡ, ਕੁਝ ਵੀ ਤੁਸੀਂ ਲੈਮੀਨੇਟ ਲੈਣਾ ਤਾਂ ਟੌਪ ਲਾਈਨ ਫਲੋਰਿੰਗ ਕੋਲ ਆਪਣੇ ਇੰਸਟਾਲਰ ਨੇ। ਇਹਨਾਂ ਨਾਲ ਗੱਲਬਾਤ ਕਰਿਓ ਕਿ ਸਬ ਡਿਵੀਜ਼ਨ ਬਣਾ ਰਹੇ ਹੋ, ਟਾਊਨ ਹਾਊਸ ਕੌਂਡੋ ਬਣਾ ਰਹੇ ਹੋ ਜਾਂ ਕੋਈ ਰੈਨੋਵੇਸ਼ਨ ਕਰਨੀ ਹੈ, ਇੱਕ ਅੱਧਾ ਘਰ ਬਣਾ ਰਹੇ ਹੋ ਤਾਂ ਟੌਪ ਲਾਈਨ ਫਲੋਰਿੰਗ। ਲੋਕ ਸੱਤ ਦੇ ਵਿੱਚ ਬਰਬਲ ਕੁਝ ਸਪੌਟਸ ਹੁਣ ਮੇਰੇ ਕੋਲ ਹੈਗੇ ਆ, ਜਿਆਦਾ ਢਿੱਲੇ ਹੋਏ ਨਵੰਬਰ ਤੇ 5-7 ਜਣੇ ਭੱਜ ਗਏ ਵੀ ਬੰਦਾ ਤਾਂ ਗਿਆ ਹੁਣ ਨਹੀਂ ਉੱਠਦਾ। ਇਹ ਉਹ ਨਾ ਕਰਿਆ ਕਰੋ, ਦਿਲ ਰੱਖਿਆ ਕਰੋ, ਸਬਰ ਕਰਿਆ ਕਰੋ। ਆਜੋ ਵਾਪਸ ਜਿਨ੍ਹਾਂ ਨੇ ਬੰਦ ਕੀਤੀ ਹੈ ਐਡਵਰਟਾਈਜ਼ਮੈਂਟ, ਆਜੋ ਮੁੜ ਕੇ ਫਿਰ ਤੁਹਾਡਾ ਬਿਜ਼ਨਸ ਕਰੀਏ ਸ਼ੁਰੂ। ਤੇ ਨਾਲ ਇੱਕ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਕਿ ਸਰਦਾਰ ਦਰਸ਼ਨ ਸਿੰਘ ਰੰਧਾਵਾ ਜੀ 7 ਜਨਵਰੀ 2021 ਨੂੰ ਸਵਰਗ ਸਿਧਾਰ ਗਏ। ਆਪ ਜੀ ਦਾ ਪੰਜਾਬ ਵਿੱਚ ਪਿੰਡ ਸੰਘੇ ਖਾਲਸਾ ਨੂਰਮਹਿਲ ਦੇ ਨੇੜੇ ਜ਼ਿਲ੍ਹਾ ਜਲੰਧਰ ਸੀ। 37 ਸਾਲ ਤੋਂ ਸਰੀ ਚ ਰਹਿੰਦੇ ਸੀ। ਸੰਸਕਾਰ ਉਹਨਾਂ ਦਾ 16 ਜਨਵਰੀ 2021 ਨੂੰ ਆਹੀ ਵਰੇ ਮਤਲਬ 5 ਰਿਵਰ ਫਿਊਨਰਲ ਹੋਮ ਦੇ ਵਿੱਚ ਹੋਣਾ ਤੇ 3 ਵਜੇ ਹੋਣਾ। ਅੰਤਮ ਅਰਦਾਸ 5 ਵਜੇ ਹੋਣੀ ਹੈ। ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕਲੋਵਰਡੇਲ 184 ਤੇ 60 ਤੇ। ਗੁਰਨਾਮ ਸਿੰਘ ਰੰਧਾਵਾ 604 719 8000, ਸਰਜੀਤ ਸਿੰਘ ਰੰਧਾਵਾ 778 862 44 24 ਤੇ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਸਕਦੇ ਹੋ। ਪੂਰਾ 100 ਵਰੇ ਬਜ਼ੁਰਗ ਜੂਏ ਨੇ। 7 ਮਈ 1921 ਦਾ ਜਨਮ ਹੈ ਤੇ 7 ਜਨਵਰੀ 2021 ਨੂੰ ਉਹ ਸਵਰਗ ਸਿਧਾਰੇ ਨੇ। ਇੱਕ ਸਦੀ। ਹੁਣ ਮੇਰੇ ਨਾਲ ਹਰਜੀਤ ਸਿੰਘ ਧਾਲੀਵਾਲ, ਹੈਰੀ ਧਾਲੀਵਾਲ ਨੇ ਜਿਹੜੇ ਕਮਿਊਨਿਟੀ ਦੇ ਵਿੱਚ ਤਤਪਰ ਰਹਿੰਦੇ ਨੇ ਕੰਮ ਕਾਰ ਦੇ ਲਈ, ਕਿਤੇ ਵੀ ਕੁਝ ਹੋਵੇ ਜਾਂ ਪੰਜਾਬ ਦੇ ਮਸਲੇ ਹੋਣ। ਹੈਰੀ ਧਾਲੀਵਾਲ ਕਰਕੇ ਵੀ ਉਹਨਾਂ ਨੂੰ ਤੁਸੀਂ ਜਾਣਦੇ ਹੋ, ਟੋਰਾਂਟੋ ਰਹਿੰਦੇ ਆ, ਬਰੈਂਪਟਨ, ਤੇ ਸਿਟੀਜ਼ਨਸ਼ਿਪ ਦੇ ਜੱਜ ਰਹੇ ਨੇ। ਉਹ ਭਾਈਚਾਰੇ ਦੇ ਵਿੱਚ ਮਾਣ ਹੈ ਪਹਿਲਿਆਂ ਜੱਜਾਂ ਦੇ ਵਿੱਚੋਂ, ਜਿਵੇਂ ਡਾਕਟਰ ਸ਼ਿੰਦਰ ਪੁਰੇਵਾਲ ਤੇ ਹੈਰੀ ਧਾਲੀਵਾਲ ਜੀ। ਤੇ ਇਹ ਰੁਤਬਿਆਂ ਤੋਂ ਬਾਅਦ ਕੌਮ ਦੇ ਨਾਲ ਕਮਿਊਨਿਟੀ ਨਾਲ ਖੜਨਾ ਇਹ ਬਹੁਤ ਮਾਣ ਦੀ ਗੱਲ। ਬਾਈ ਜੀ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਇੰਟਰੋਡਿਊਸ ਕਰ ਰਹੇ ਹੋ ਤੇ ਆਪਣੇ ਲੋਕ ਸੱਤ ਵਿੱਚ ਅੱਜ ਮੇਰੇ ਖਿਆਲ ਦੂਜੀ ਵਾਰੀ ਹੈ। ਇੱਕ ਵਾਰੀ ਪਹਿਲਾਂ ਕਿਤੇ ਆਪਣੀ ਗੱਲਬਾਤ ਹੋਈ ਸੀ ਅੱਜ ਤੋਂ 4-5 ਸਾਲ ਪਹਿਲਾਂ। ਤੇ ਤੁਹਾਨੂੰ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਤੇ ਨਾਲ ਹੀ ਸਤਿ ਸ੍ਰੀ ਅਕਾਲ ਹੈ ਆਪਣੇ ਮੇਵਾ ਸਿੰਘ ਲੋਕੋ ਕੇ ਉਹਨਾਂ ਨੂੰ ਯਾਦ ਕਰਦੇ ਆ ਵੀ ਅੱਜ ਬੜਾ ਉਹਨਾਂ ਦਾ ਸ਼ਹੀਦੀ ਦਿਨ ਹੈ ਤੇ ਉਹਨਾਂ ਨੂੰ ਯਾਦ ਕਰਦੇ ਆ। ਅੱਜ ਤੁਹਾਡੇ ਨਾਲ ਮੈਂ ਆਪਣਾ ਰੂਬਰੂ ਹੋ ਰਿਹਾ ਦਰਸ਼ਕ ਜੀ। ਧੰਨਵਾਦ ਧਾਲੀਵਾਲ ਸਾਹਿਬ। ਅੱਛਾ, ਤੁਹਾਡਾ ਫੇਸਬੁੱਕ ਤੇ ਆਪਾਂ ਸਦਾ ਇੱਕ ਦੂਜੇ ਨਾਲ ਰਹਿੰਦੇ ਆ, ਗੱਲਬਾਤ ਕਰਦੇ ਆ ਤੇ ਵੇਖਦੇ ਆ ਤੁਸੀਂ ਕਮਿਊਨਿਟੀ ਦਾ ਕੋਈ ਇਸ਼ੂ ਹੋਵੇ। ਈਵਨ ਮੈਨੂੰ ਯਾਦ ਆ ਜਦ ਆਪਣੀਆਂ ਫਲਾਈਟਸ ਦਾ ਆਪਾਂ ਇਸ਼ੂ ਸੀ ਤਾਂ ਬਹੁਤ ਤੁਸੀਂ ਤਤਪਰ ਹੋ ਕੇ ਉੱਥੇ ਕੰਮ ਕੀਤਾ। ਇੱਥੇ ਵੀ ਤੁਸੀਂ ਟਰੈਵਲ ਕਰਨ ਵੀ ਆਏ। ਸਾਡੇ ਸਾਰੇ ਸੁਖੀ ਸੰਧੂ ਹੋਣਾ ਨਾਲ, ਗਗਨ ਸਿੰਘ, ਭੈਣ ਜੀ ਜੀਨਾ ਤੱਕਰ, ਅਸੀਂ ਸਾਰਿਆਂ ਨੇ ਜਿੰਨੀ ਕੁ ਅਸੀਂ ਕੋਸ਼ਿਸ਼ ਕੀਤੀ ਬਾਹਰ ਰਹਿ ਕੇ ਸਿਵਲੀਅਨ ਦੇ ਤੌਰ ਤੇ ਬਿਨਾਂ ਪਾਵਰ ਤੋਂ ਕੰਮ ਕਰਦੇ ਰਹੇ। ਤੁਸੀਂ ਇਸ ਦੇ ਵਿੱਚ ਬੜਾ ਕੰਮ ਕੀਤਾ ਹੈ, ਧੰਨਵਾਦ ਪਹਿਲਾਂ ਤਾਂ। ਦੂਸਰੀ ਮੈਂ ਜਿਹੜੀ ਗੱਲ ਹੁਣ ਇਹ ਕਿਸਾਨ ਸੰਘਰਸ਼ ਦੇ ਬਾਰੇ ਤੁਸੀਂ ਹਰ ਵਕਤ ਉਹਦੇ ਬਾਰੇ ਲਿਖਦੇ ਰਹਿੰਦੇ ਹੋ, ਚਿੱਠੀਆਂ ਲੋਕਲ ਜਿੰਨੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਲਿਖਦੇ ਰਹਿੰਦੇ ਹੋ। ਇਹ ਤੁਹਾਡੇ ਮਨ ਦੇ ਵਿੱਚ ਇਹ ਜਿਹੜਾ ਵਲਵਲਾ ਹੈ, ਸੁਖੀ ਸੰਧੂ ਹੋਰਾਂ ਨੇ ਵੀ ਪਿਛਲੇ ਦਿਨੀ ਮੇਰੇ ਨਾਲ ਗੱਲਬਾਤ ਕੀਤੀ ਸੀ ਕਿ ਜਦ ਅਮਰੀਕਾ ਦੇ ਸਾਰੇ ਕਾਂਗਰਸਮੈਨ ਲਿਖ ਸਕਦੇ ਨੇ, ਢੇਸੀ ਲਿਖ ਸਕਦਾ, ਬੋਲ ਸਕਦਾ ਹੈ, ਤਾਂ ਅਸੀਂ ਕਿਉਂ ਨਹੀਂ ਇਸ ਦੇ ਵਿੱਚ ਬੋਲਦੇ? ਇਹਦੇ ਵਿੱਚ ਹੁਣ ਤੁਸੀਂ ਕੀ ਇਸ ਦੇ ਵਿੱਚ ਸੋਚਦੇ ਹੋ ਵੀ ਕਮਿਊਨਿਟੀ ਵੱਲੋਂ ਕੁਝ ਮਦਦ ਜਾਂ ਕਮਿਊਨਿਟੀ ਇਕੱਠੀ ਹੋਵੇ ਜਾਂ ਇਹ ਰਾਜਨੀਤਿਕ ਬੰਦੇ ਕਿਸੇ ਪਾਰਟੀ ਦੇ ਹੋਣ, ਉਹ ਕੀ ਕਰ ਸਕਦੇ ਆ ਜੀ? ਇਹ ਜਿਹੜਾ ਤੁਸੀਂ ਇੱਕ ਨਵੀਂ ਮੁਹਿੰਮ ਛੇੜੀ ਹੈ, ਇਹਦੇ ਬਾਰੇ ਦੱਸੋ ਜੀ। ਦੇਖੋ ਗੱਲ ਸਾਹਿਬ, ਮੈਂ ਕੀ ਕੀਤਾ ਵੀ ਪਹਿਲਾਂ ਤਾਂ ਸਾਰਿਆਂ ਦੀਆਂ ਈਮੇਲਸ ਇਕੱਠੀਆਂ ਕਰਕੇ ਜਿੰਨੇ ਵੀ ਆਪਣੇ ਮੈਂਬਰ ਆਫ ਪਾਰਲੀਮੈਂਟ ਨੇ ਸਾਰੇ ਕੈਨੇਡਾ ਦੇ ਵਿੱਚ
ਤੇ ਜਿੰਨੇ ਵੀ ਅਸੀਂ ਇੰਟੀਰੀਅਰ ਵਿੱਚ ਇਹਨਾਂ ਨੂੰ MPP ਕਹਿ ਦਿੰਦੇ ਆ, ਜਿਹੜੇ MLA ਨੇ ਸਾਡੇ ਸਾਰੇ ਕੈਨੇਡਾ ਦੇ ਵਿੱਚ ਤਕਰੀਬਨ ਆਪਣੇ 22 MLA ਵਗੈਰਾ ਨੇ ਤੇ 20-22 ਹੀ ਆਪਣੇ MP ਨੇ। ਉਹਨਾਂ ਸਾਰਿਆਂ ਦੀ ਈਮੇਲਾਂ ਮੈਂ ਇੱਕ ਥਾਂ ਦੇ ਉੱਤੇ ਇਕੱਠੀ ਕਰਕੇ ਪਹਿਲਾਂ ਸਾਰਿਆਂ ਨੂੰ ਈਮੇਲ ਪਾਈ 2 ਹਿੱਸਿਆਂ ਵਿੱਚ। ਇੱਕ ਤਾਂ ਉਹਨਾਂ ਦੀ ਮਿਹਨਤ ਕੀਤੀ, ਉਹਨਾਂ ਨੂੰ ਦੱਸਿਆ ਵੀ ਇਹ ਕਿਉਂ ਇੰਪੋਰਟੈਂਟ ਹੈ, ਤੇ ਦੂਸਰਾ ਮੈਂ ਉਹਨਾਂ ਨੂੰ ਇੱਕ ਪ੍ਰਪੋਜ਼ ਲੈਟਰ ਜਿਹੜੀ ਇਹ ਦਿੱਤਾ ਵੀ ਇਹੋ ਜਿਹਾ ਇੱਕ ਲੈਟਰ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹੋ ਜਿਹੇ ਲੈਟਰ ਉੱਤੇ ਸਾਈਨ ਕਰਕੇ ਇੰਡੀਅਨ ਹਾਈ ਕਮਿਸ਼ਨ ਨੂੰ ਦੇਣਾ ਚਾਹੀਦਾ ਕਿ ਜਿਹੜੀ ਇਹ ਕੰਸਟੀਚੁਐਂਟ ਨੇ ਤੁਹਾਡੇ, ਜਿਹੜੇ ਤੁਸੀਂ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰਦੇ ਹੋ, ਉਹਨਾਂ ਦੀਆਂ ਭਾਵਨਾਵਾਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਆਪਣੇ ਇੱਥੋਂ ਦੇ ਕੰਸਟੀਟਿਊਸ਼ਨ ਦੇ ਵਿੱਚੋਂ ਤਾਕਤ ਲੈ ਕੇ ਤੇ ਜਿਹੜੇ ਕੰਟਰੀ ਦੇ ਹਾਈ ਕਮਿਸ਼ਨ ਨੂੰ ਚਿੱਠੀ ਦੇਣੀ ਹੈ ਉਸ ਦੇ ਕੰਟਰੀ ਦੇ ਕੰਸਟੀਟਿਊਸ਼ਨ ਨੂੰ ਰਿਸਪੈਕਟ ਕਰਕੇ ਹਿਊਮਨ ਰਾਈਟਸ ਦਾ ਜਿਹੜਾ ਵਾਸਤਾ ਪਾ ਕੇ ਆਪਾਂ ਉਹਨਾਂ ਦੇ ਨਾਲ ਇਹ ਜਿਹੜੀ ਚਿੱਠੀ ਉਹਨਾਂ ਨੂੰ ਸਾਂਝੀ ਕਰਨੀ ਹੈ। ਉਹਦਾ ਮੇਰਾ ਕਾਰਨ ਇਹ ਹੈ ਕਿ ਤੁਸੀਂ ਵੀ ਇੱਥੇ ਹੁਣ ਵਿਚਰਦੇ ਹੋ ਸਾਰੇ ਮਾਹੌਲ ਦੇ ਵਿੱਚ ਵੀ ਆਪਣੇ ਜਿਹੜੇ ਸਿਆਸਤਦਾਨ ਨੇ, ਮੈਂ ਐਸੇ ਬੰਦੇ ਦੇਖੇ ਨੇ ਜਿਹੜੇ ਕਿ 8-8 9 ਨੋਮੀਨੇਸ਼ਨਾਂ ਲੜਨ ਤੋਂ ਬਾਅਦ 3-3 4 ਵਾਰੀ ਕੈਂਪੇਨ ਕਰਨ ਤੋਂ ਬਾਅਦ ਕਿਤੇ ਇੱਕ ਐਸੇ ਮਕਾਮ ਤੇ ਪਹੁੰਚੇ ਨੇ ਜਾਂ MP ਬਣਿਆ ਜਾਂ ਕੋਈ MPP ਬਣਿਆ ਜਾਂ MLA ਬਣਿਆ। ਮੈਂ ਉਹਦੇ ਵਿੱਚ ਮਹਿਸੂਸ ਕਰਦਾ ਵੀ ਦੇਖੋ ਜਿਹੜੇ ਜਦੋਂ ਅਸੀਂ ਨੋਮੀਨੇਸ਼ਨਾਂ ਹੁੰਦੀਆਂ ਉਹਦੇ ਵਿੱਚ ਭਾਵੇਂ ਅਸੀਂ ਆਪਣੇ ਆਪ ਨੂੰ ਜਿੰਨੀ ਮਰਜ਼ੀ ਘੋਟ ਕੇ ਇੰਗਲਿਸ਼ ਬੋਲੀ ਜਾਈਏ ਤਾਂ 99% 95% ਬੰਦੇ ਆਪਣੇ ਉਹਦੇ ਵਿੱਚ ਹੁੰਦੇ ਨੇ। ਫਿਰ ਉਸ ਤੋਂ ਬਾਅਦ ਜਦੋਂ ਕੈਂਪੇਨ ਚੱਲਦੀ ਹੈ ਤੁਸੀਂ ਨੋਟਿਸ ਕੀਤਾ ਹੋਣਾ ਜਿਹੜਾ ਬੰਦੇ ਕੈਂਪੇਨ ਦੇ ਵਿੱਚ ਵੀ ਹੈ, ਭਾਵੇਂ ਅਸੀਂ ਆਪਣੇ ਆਪ ਨੂੰ ਜਿਵੇਂ ਮਰਜ਼ੀ ਕਹੀ ਜਾਈਏ, ਜਿਹੜੇ 10-15 ਬੰਦੇ ਗੋਰੇ ਹੁੰਦੇ ਨੇ ਉੱਥੇ ਉਹ ਸਾਰੇ ਪੇਡ ਹੁੰਦੇ ਨੇ, ਜਿਹੜੇ ਰਾਤਾਂ ਨੂੰ ਦਿਨ ਨੂੰ ਸਾਈਨ ਲਾਉਣ ਵਾਲੇ ਧੁੱਪੇ ਛਾਵੇਂ ਹਨੇਰੇ 'ਚ ਉਹ ਸਾਰੇ ਆਪਣੇ ਬੰਦੇ ਫ੍ਰੀ ਹੁੰਦੇ ਨੇ, ਜਿਹੜੇ ਵਲੰਟੀਅਰ ਆਪਣੇ ਹੁੰਦੇ ਨੇ। ਤਾਂ ਜਦੋਂ ਤੁਸੀਂ ਉਹਨਾਂ ਦੇ ਨਾਲ ਇੰਨਾ ਰਚ ਕੇ ਉਹਨਾਂ ਨਾਲ ਮਤਲਬ ਰਲ ਗੱਡ ਹੋ ਕੇ ਉਹਨਾਂ ਨੂੰ ਇਹ ਕਹਿੰਦੇ ਆ ਮੈਂ ਤੇਰੇ ਵਰਗਾ ਹੈਗਾ, ਮੈਂ ਤੇਰੇ ਪਿੰਡ ਦੇ ਕੋਲ ਦਾ, ਮੈਂ ਟੱਲੇ ਦਾ, ਮੈਂ ਮੱਲੇ ਦਾ, ਮੈਂ ਫਲਾਣੇ ਦਾ, ਇੱਥੋਂ ਦਾ, ਬੋਲੀ ਬੋਲਦੀ ਐਕਸੈਂਟ ਤੇ ਜਾ ਉਹਦਾ ਵਾਸਤਾ ਦੇ ਕੇ ਆਪਣੀਆਂ ਭਾਵਨਾਵਾਂ ਦਾ ਅਸੀਂ ਇੱਥੇ ਪਹੁੰਚਦੇ ਹਾਂ। ਉਹਨਾਂ ਦੀਆਂ ਭਾਵਨਾਵਾਂ ਨੂੰ ਇਸ ਪੜਾਅ ਦੇ ਉੱਤੇ ਆ ਕੇ ਅਸੀਂ ਕਿਵੇਂ ਉਹਨਾਂ ਨੂੰ ਐਸਕੇਪ ਕਰ ਸਕਦੇ ਹਾਂ, ਕਿਵੇਂ ਉਹਨਾਂ ਨੂੰ ਇਮਿਟ ਕਰ ਸਕਦੇ ਹਾਂ, ਕਿਵੇਂ ਉਹਨਾਂ ਨੂੰ ਭੁੱਲ ਸਕਦੇ ਹਾਂ। ਸੋ ਉਹਨਾਂ ਨੂੰ ਮੈਂ ਯਾਦ ਦਿਲਾਉਣਾ ਵੀ ਉਹ ਯਾਦ ਕਰੋ ਉਹਨਾਂ ਬੰਦਿਆਂ ਦੇ ਸਿਰ ਦੇ ਉੱਤੇ ਅਸੀਂ ਬਣਿਆ ਤੇ ਉਹਨਾਂ ਦੀ ਭਾਵਨਾਵਾਂ। ਅੱਜ ਕੱਲ੍ਹ ਮੇਰਾ ਖਿਆਲ ਨਹੀਂ ਕੋਈ ਕੈਨੇਡਾ ਦੇ ਵਿੱਚ ਐਸਾ ਬੰਦਾ ਬੈਠਾ ਹੋਵੇ ਜਿਹਦੀ ਕਿ ਫਾਰਮਿੰਗ ਬੈਕਗ੍ਰਾਉਂਡ ਹੋਵੇ। ਉਹ ਤਾਂ ਪੱਕੇ ਤੌਰ ਦੇ ਉੱਤੇ ਈਵਨ ਜਿਹੜੇ ਦੂਸਰੇ ਬੰਦੇ ਵੀ ਨੇ ਉਹ ਸਾਰੇ ਜਿਹੜੇ ਕਿ ਫਾਰਮਰ ਦੀ ਸਿਚੁਏਸ਼ਨ ਨੂੰ ਨਾ ਸਮਝਦੇ ਹੋਣ ਤੇ ਨਾ ਉਹਨਾਂ ਬਾਰੇ ਦਿਨ ਰਾਤ ਸੋਚਦੇ ਹੋਣ। ਜਿਹੜੇ ਬੱਚੇ ਉੱਥੇ ਜੰਮੇ ਵੀ ਨਹੀਂ ਹੋਏ ਉਹ ਵੀ ਵਿਚਾਰੇ ਸਾਰੇ ਨਾਲ ਉਸ ਤਰ੍ਹਾਂ ਸਾਡੇ ਨਾਲ ਲੱਗੇ ਹੋਏ ਨੇ, ਸੋਚਦੇ ਨੇ, ਟਵੀਟ ਕਰਦੇ ਆ ਰਾਤ ਨੂੰ, ਇਹ ਕਰਦੇ ਆ। ਪਰ ਇਹਨਾਂ ਬੰਦੇ ਨੂੰ ਉਹ ਇੱਕ ਯਾਦ ਕਰਾਉਣ ਦੀ ਗੱਲ ਆ, ਇਹ ਚਾਹੀਦਾ ਤਾਂ ਇਹਨਾਂ ਦੇ ਵੱਲੋਂ ਸੀ ਜਿਹੜੇ ਸਾਡੇ ਸੈਂਟਰ ਬੈਠੇ ਨੇ। ਇੱਕ ਆਪਣੇ ਭਾਈ ਸਾਹਿਬ ਆਪਣੇ ਸਰਦਾਰ ਨੇ, ਸੈਂਟਰ ਦਾ ਬੜਾ ਕੰਮ ਹੁੰਦਾ। ਸੈਨੇਟਰ ਦਾ ਦੇਖਣ ਨੂੰ ਤਾਂ ਐ ਲੱਗਦਾ ਵੀ ਇਹਦੇ ਕੋਲ ਪਾਵਰ ਕੋਈ ਨਹੀਂ ਹੈਗੀ, ਪਰ ਜਿਹੜਾ ਸੈਨੇਟਰ ਹੈ there is a lot of power but it is there to be claimed by whoever she'll find। ਐਸੇ ਤਾਂ ਆਪਾਂ ਕਹਿ ਦਿੰਦੇ ਜਿਹੜੇ ਸਿਟੀਜ਼ਨਸ਼ਿਪ ਦੇ ਵਿੱਚ ਪਾਵਰ ਹੈ ਨਹੀਂ ਹੈ, ਪਰ ਮੇਰੇ ਕੋਲ ਇੰਨੀ ਪਾਵਰ ਹੈ ਮੈਂ ਕਿਸੇ ਵੀ ਮੰਤਰੀ ਦਾ ਉਦੋਂ ਜਵਾਬਦੇਹੀ ਉਹਨੂੰ ਪੁੱਛ ਸਕਦਾ, ਉਹਦੇ ਕੰਨ ਫੜ ਕੇ ਆਹ ਤੂੰ ਗੱਲ ਕਿਉਂ ਕਹੀ, ਆਹ ਤੂੰ ਕਿਉਂ ਕੰਮ ਕਰ ਰਿਹਾ, ਆਹ ਤੇਰਾ ਕੰਮ ਦਾ ਫਰਜ਼ ਬਣਦਾ। ਇਸ ਕਰਕੇ ਬੜੀ ਪਾਵਰ ਹੈ। ਇਹ ਜਿਹੜੇ ਆਪਾਂ ਬੈਠੇ ਆ ਨਾ, ਜਿਹੜਾ ਸਾਇਲੈਂਸ ਹੈ ਜਿਹੜੀ ਉਹ ਨਾ ਕਹਿਣਾ ਕਿਸੇ ਕਾਰਨ ਕਰਕੇ ਵੀ ਆਪਣਾ MP ਹੈ ਜੀ ਇਹਨੇ ਕੱਲ ਮੇਰੇ ਭੋਗ ਤੇ ਨਹੀਂ ਆਉਣਾ, ਮੇਰੇ ਪਾਠ ਤੇ ਨਹੀਂ ਆਉਣਾ, ਉਹਨਾਂ ਗੱਲਾਂ ਕਰਕੇ ਆਪਾਂ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਇਹਨਾਂ ਨੂੰ ਤੁਸੀਂ ਚੁਣਿਆ ਤੇ ਤੁਹਾਡਾ ਇਹ ਹੁਣ ਇਸ ਵਕਤ ਇਹ ਹੈ ਵੀ ਇਹਨਾਂ ਸਾਰਿਆਂ ਨੂੰ ਫੋਨ ਕਰੋ, ਇਹਨਾਂ ਨੂੰ ਈਮੇਲ ਭੇਜੋ ਵੀ ਜਿਹੜਾ ਇਹ ਲੈਟਰ ਦੇ ਹੈਗਾ ਇਹ ਇਕੱਠੇ ਹੋ ਕੇ ਜੇ ਸਾਈਨ ਕਰ ਦੋ ਤਾਂ ਉਹ ਬਹੁਤ ਵਧੀਆ ਗੱਲ ਹੈ। ਜਿਵੇਂ ਇੰਗਲੈਂਡ ਦੇ ਵਿੱਚ 34 ਬੰਦੇ ਨੇ ਪਹਿਲਾਂ ਕੀਤਾ ਸੀ, ਹੁਣ 108 ਬੰਦਿਆਂ ਨੇ। ਦੇਖੋ ਉਹਨਾਂ ਨੇ ਆਪ ਪਤਾ ਨਹੀਂ ਕਿੰਨੇ ਕੁ ਉੱਥੇ MP ਹੈਗੇ ਨੇ ਆਪਣੇ, ਮੇਰੇ ਖਿਆਲ 10-15 ਕਿ ਹੋਣਗੇ ਵੱਧ ਤੋਂ ਵੱਧ, ਪਰ ਉਹਨਾਂ ਨੇ ਨਾਲ ਵੀ ਆਪਣਾ 100 ਬੰਦਾ ਹੋਰ ਪਾ ਲਿਆ। ਇਹ ਸਭ ਇਹਨਾਂ ਨੂੰ ਤਾਂ ਚਾਹੀਦਾ ਸੀ ਜੇ ਤੁਸੀਂ 18-20-40 ਬੰਦੇ ਹੋ, ਤੁਸੀਂ ਸਭ ਦੇ ਲੈਜਿਸਲੇਸ਼ਨ ਦੇ ਵਿੱਚ ਹੋਰ ਬੰਦੇ ਆਪਣੇ ਲੌਬੀ ਕਰੋ ਤੇ ਉਹਨਾਂ ਦੇ, ਕਿਉਂਕਿ ਆਪਣੇ ਦਾ ਕੈਨੇਡਾ ਦੇ ਵਿੱਚ ਜਿਹੜੀ ਫਾਰਮਿੰਗ ਕਮਿਊਨਿਟੀ ਆ, ਜਿਹੜੇ ਆ ਬੈਠੇ ਨੇ ਸਾਰੇ ਪ੍ਰੈਰੀਜ਼ ਦੇ ਵਿੱਚ, ਉਹ ਇਹ ਅੰਡਰਸਟੈਂਡ ਇਟ ਵੈਰੀ ਵੈਲ। ਤੇ ਉਹਨਾਂ ਨੂੰ ਤਾਂ ਤੁਹਾਡੇ ਨਾਲ ਉਹਨਾਂ ਨੇ ਮਾੜੀ ਗੱਲ ਤਾਂ ਕਰੋ, ਉਹਨੇ ਗੱਲ ਕਰੋਗੇ ਤਾਂ ਉਹਨਾਂ ਨੇ ਨਾਲ ਤੁਹਾਡੇ ਲੱਗ ਜਾਣਾ। ਤੇ ਇਹ ਬਹੁਤ ਵੱਡੀ ਇੱਕ ਮੈਸੇਜ ਅਸੀਂ ਭੇਜ ਸਕਦੇ ਆ ਜਿਹੜੀ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਕਿ ਅਸੀਂ ਤੁਹਾਨੂੰ ਇਹ ਚਾਹੁੰਦੇ ਆ ਇਹਨੂੰ ਡਾਇਲਾਗ ਦੇ ਨਾਲ ਹੀ ਨਜਿੱਠਿਆ ਜਾਵੇ, ਕੋਈ ਐਕਸੈਸਿਵ ਫੋਰਸ ਨਾ ਕੀਤੀ ਜਾਵੇ। ਉਹ ਜਿਹੜੀ ਸਿਚੁਏਸ਼ਨ ਉੱਥੇ ਇੰਨੀ ਡਾਇਰ ਹੁੰਦੀ ਜਾ ਰਹੀ ਹੈ ਡੇ ਬਾਈ ਡੇ, ਇੱਕ ਪੋਟੈਂਸ਼ੀਅਲ ਹਿਊਮਨ ਡਿਜ਼ਾਸਟਰ ਹੋਣ ਦਾ ਉੱਥੇ ਖਤਰਾ। ਜੇ ਉਸ ਨੂੰ ਬਚਾਉਣ ਵਾਸਤੇ ਅਸੀਂ ਮੇਰੇ ਵਰਗੇ ਤੁਹਾਡੇ ਵਰਗੇ ਬੰਦੇ ਆਪਾਂ ਇੰਨਾ ਕੁ ਕੰਮ ਕਰ ਸਕਦੇ ਹਾਂ
ਇਹ ਮੈਂ ਕਹਿੰਦਾ ਇਹ ਬਹੁਤ ਵਧੀਆ ਗੱਲ ਹੈ। ਤੇ ਮੈਂ ਜਿਹੜੀ ਵੀ ਕਰ ਰਿਹਾ ਇਹ ਜਿਹੜੀ ਕੈਨੇਡੀਅਨ ਕੰਸਟੀਟਿਊਸ਼ਨ ਦੀ ਸਪਿਰਿਟ ਬੋਲ ਰਹੀ ਹੈ ਮੇਰੇ ਵਿੱਚ। ਮੈਂ ਹੈਰੀ ਧਾਲੀਵਾਲ ਨਹੀਂ ਬੋਲ ਰਿਹਾ। ਇਹ ਜਾਨੀ ਜਿਹੜਾ ਮੇਰਾ ਕੰਸਟੀਟਿਊਸ਼ਨ ਮੈਨੂੰ ਕਹਿੰਦਾ ਹੈ ਵੀ ਅਸੀਂ ਰਵਾਂਡਾ 'ਚ ਵੀ ਆਪਣੇ ਫੌਜਾਂ ਦੇ ਜਰਨੈਲ ਭੇਜਦੇ ਉਦੋਂ ਜਦੋਂ ਵੀ ਕੰਮ ਹੋਇਆ। ਅਸੀਂ ਜਿਹੜੇ ਕਰਪਟ ਕੰਟਰੀ ਨੇ ਸਾਨੂੰ ਉੱਥੇ ਖੇਦ ਹੁੰਦਾ ਜਾਂ ਸਾਨੂੰ ਸ਼ੱਕ ਪੈਂਦੀ ਹੈ ਇਹਨਾਂ ਨੇ ਇਲੈਕਸ਼ਨ ਨਹੀਂ ਚੰਗੀ ਤਰ੍ਹਾਂ ਕਰਾਉਣੀ, ਅਸੀਂ ਉੱਥੇ ਅਬਜ਼ਰਵਰ ਭੇਜ ਦਿੰਦੇ ਆ। ਮੈਂ ਤਾਂ ਇਹ ਸਮਝ ਚਾਹੁੰਦਾ ਵੀ ਇਹ ਸਭ ਦੇ UN ਨੂੰ ਹੌਲਾ ਪਾਓ ਵੀ ਇੱਕ ਜੁਆਇੰਟ ਕੰਟਰੀਆਂ ਦਾ ਡੈਮੋਕ੍ਰੈਟਿਕ ਕੰਟਰੀਆਂ ਦਾ ਇੱਕ ਵਫਦ ਬਣਾ ਕੇ ਅਬਜ਼ਰਵਰਸ ਉੱਥੇ ਭੇਜੇ ਜਾਣ 10-15 ਕਿ ਜਿਹੜਾ ਉਹ ਸਾਰਾ ਜਿਹੜਾ ਉੱਥੋਂ ਦਾ ਮਾਹੌਲ ਆ ਉਹਨੂੰ ਕਿਵੇਂ ਗਵਰਨਮੈਂਟ ਹੈਂਡਲ ਕਰ ਰਹੀ ਹੈ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਮਾਈਂਡਫੁਲ ਰਹਿਣ ਕਿ ਅਸੀਂ ਇੱਥੇ ਕੋਈ ਖਰਾਬੀ ਨਹੀਂ ਕਰ ਸਕਦੇ। ਸਾਨੂੰ ਦੁਨੀਆ ਵਾਚ ਕਰ ਰਹੀ ਹੈ, ਸਾਨੂੰ ਦੁਨੀਆ ਦੇਖ ਰਹੀ ਹੈ। ਅਸੀਂ ਇੱਕ ਵੀ ਸਟੈਪ ਮਿਸ ਕੀਤਾ ਅਸੀਂ ਡਿਪਲੋਮੈਟਿਕਲੀ ਦੁਨੀਆ ਦੇ ਵਿੱਚ ਖਤਮ ਹੋ ਜਾਵਾਂਗੇ। ਅੱਛਾ ਧਾਲੀਵਾਲ ਸਾਹਿਬ, ਪਤਾ ਨਹੀਂ ਹੈ ਕੀ ਕਮਰੋੜ ਕਿਵੇਂ ਢਿੱਲੀ ਪੈ ਜਾਂਦੀ ਹੈ। ਜਿਹੜੇ ਅਸੀਂ ਬਾਹਰ ਬੈਠੇ ਆ, ਅਸੀਂ ਨੰਗੀ ਧਾਰ ਤੇ ਨੱਚਦੇ ਆ, ਅਸੀਂ ਆ ਰੇਡੀਓ ਸਟੇਸ਼ਨਾਂ ਤੇ ਕੰਮ ਕਰਦੇ ਆ, ਜਵਾਕ ਪਾਲਦੇ ਆ। ਇੱਥੇ ਸਾਲ ਦੇ ਵਿੱਚ ਸੈਂਕੜੇ ਚਿੱਠੀਆਂ ਆਉਂਦੀਆਂ ਨੇ ਵਕੀਲਾਂ ਦੀਆਂ, ਸਾਨੂੰ ਆਹ ਕਹਿਤਾ, ਸਾਨੂੰ ਉਹ ਕਹਿਤਾ, ਅਸੀਂ ਅਕਾਊਂਟੇਬਲ ਆ। ਤੇ ਕੱਲ ਨੂੰ ਸਾਡੇ ਕੋਲੋਂ ਇੱਥੋਂ ਮਾਈਕ ਖੋਹ ਲੈਣ ਤਾਂ ਜ਼ਿੰਦਗੀ 'ਚ ਕੁਝ ਹੋਰ ਕਰਨਾ ਪੈਣਾ ਰੋਟੀ ਕਮਾਉਣ ਲਈ। ਜਿਨ੍ਹਾਂ ਨੂੰ ਪਤਾ ਹੈ ਵੀ ਸਾਨੂੰ ਚੁਣਿਆ ਗਿਆ, $2.25 ਲੱਖ ਤਨਖਾਹ ਹੈ, ਦਫ਼ਤਰ ਹੈ, 10 ਮੈਂਬਰ ਨੇ, ਆਟੋਵਾ ਦੀਆਂ ਜਿਹੜੀਆਂ 55-60 ਸੀਟਾਂ ਨੇ, ਚਿੱਟੇ ਪਾਸਪੋਰਟ ਬੋਝੇ 'ਚ ਨੇ, ਤੇ ਸਾਨੂੰ ਕੋਈ ਲੈਣਾ ਨਹੀਂ ਦੇਣਾ ਨਹੀਂ, ਕੋਈ ਡਰ ਨਹੀਂ, ਅਸੀਂ ਸਾਡੇ ਵੱਲ ਕੋਈ ਉਂਗਲ ਨਹੀਂ ਕਰ ਸਕਦਾ। ਤੇ ਇਹਦੇ ਅਸੀਂ ਰਹਿ ਕੇ ਵਿੱਚ ਕਾਨੂੰਨ ਦੀ ਗੱਲ ਕਰਨੀ ਹੈ। ਕੋਈ ਉੱਥੇ ਹਥਿਆਰਬੰਦ ਸੰਘਰਸ਼ ਨਹੀਂ ਹੋ ਰਿਹਾ, ਕੋਈ ਕੁਛ ਨਹੀਂ। ਸਾਡੀ ਕੌਮ ਤੇ ਹੋਏ ਜੈਨੋਸਾਈਡ ਲਈ ਰਾਮ ਨਾਰਾਇਣ ਕੁਮਾਰ ਵਰਗੇ, ਡਾਕਟਰ ਸਿੰਥੀਆ ਮਹਿਮੂਦ ਵਰਗੇ ਲਿਖਦੇ ਨੇ ਰਿਡਿਊਸ ਟੂ ਐਸ਼ਜ਼, ਕਿਤਾਬਾਂ ਸਾਡੀਆਂ ਆ ਗਈਆਂ। ਹੇਤੀ ਦੇ ਲਈ ਅਸੀਂ ਇੱਥੋਂ $7 ਮਿਲੀਅਨ ਇਕੱਠਾ ਕਰਕੇ ਸਿੱਖਾਂ ਨੇ ਭੇਜਤਾ। ਸਾਡੀ ਜਦ ਵਾਰੀ ਆਉਂਦੀ ਹੈ, ਇਹ ਕਿਉਂ ਇਹਨਾਂ ਦੀ ਕਮਰੋੜ ਕਿਉਂ ਇੰਨੀ ਕਮਜ਼ੋਰ ਪੈ ਜਾਂਦੀ ਆ? ਕਿਉਂ ਨਹੀਂ ਬੋਲਦੇ? ਤੁਸੀਂ ਅੰਤਰੀਬ, ਤੁਸੀਂ ਵੀ ਉਹ ਖੇਮਿਆਂ 'ਚ ਰਹੇ ਹੋ, ਸਿਟੀਜ਼ਨਸ਼ਿਪ ਦੇ ਜੱਜ ਹੋ, ਸਤਿਕਾਰਤ ਆਉਂਦਾ ਸੀ, ਤੁਹਾਨੂੰ ਪਤਾ ਹੈ, ਕਮਿਊਨਿਟੀ 'ਚ ਐਕਟਿਵ ਹੋ। ਇਹਨਾਂ ਨੂੰ ਹੋ ਕੀ ਜਾਂਦਾ ਜੀ? ਇਹ ਲੋਕ ਡਰਦੇ ਕਿਉਂ ਨੇ ਸਾਹਮਣੇ ਆਉਣ? ਉਹਨੂੰ ਮੈਂ ਦੱਸਦਾ ਜੀ, ਇਹ ਇੱਕ ਐਸਾ ਸਵਾਲ ਹੈ ਕਿ ਇਸ ਗੱਲ ਤੋਂ ਬਾਅਦ ਤੁਸੀਂ ਮੈਨੂੰ ਕਿਤੇ ਇੱਕ ਦਿਨ ਫੋਨ ਕਰਿਓ, ਮੈਂ ਤੁਹਾਨੂੰ ਐਨ ਚੰਗੀ ਤਰ੍ਹਾਂ ਜਿਵੇਂ ਨਾ ਪੰਜਾਬੀ 'ਚ ਕਹਿੰਦੇ ਤੌੜੇ ਨੂੰ ਪੱਤੀਆਂ ਲਾ ਕੇ ਦਿਖਾਊਂਗਾ ਵੀ ਇਹ ਕਿਉਂ ਇਸ ਤਰ੍ਹਾਂ ਕਰਦੇ ਨੇ, ਕਿਉਂ ਇਸ ਤਰ੍ਹਾਂ ਦਾ ਬਿਹੇਵ ਕਰਦੇ ਨੇ। ਇਹਨਾਂ ਨੂੰ ਪੁੱਛਣ ਦੀ ਬਜਾਏ ਜਿਹੜੇ ਤੁਹਾਨੂੰ ਲੋਕ ਸੁਣਦੇ ਨੇ ਉਹ ਆਪਣੇ ਆਪ ਨੂੰ ਪੁੱਛਣ ਕਿ ਕੀ ਤੁਸੀਂ ਲੀਡਰ ਚੁਣੇ ਨੇ, ਕੀ ਤੁਸੀਂ ਐਕਚੁਅਲੀ ਜਿਹੜੇ ਸਟੇਟਸਮੈਨ ਤੇ ਲੀਡਰ ਜਿਹੜੇ ਤੁਹਾਨੂੰ ਰਿਪਰੈਜ਼ੈਂਟ ਕਰਦੇ ਉਹ ਚੁਣੇ ਨੇ, ਜਾਂ ਕਿ ਤੁਸੀਂ ਮੈਨੂਪੂਲੇਟਰ ਚੁਣੇ ਨੇ ਜਿਹੜੇ ਕਿ ਹੇਰ ਫੇਰ ਜਿਹਾ ਕਰਕੇ ਨੋਮੀਨੇਸ਼ਨ ਵੀ ਜਿੱਤ ਜਾਂਦੇ ਨੇ। ਤੁਹਾਨੂੰ ਇੱਕ ਬਹੁਤ ਸਿੰਪਲ ਦਿਨਾ ਹੈਗਾ ਐਗਜ਼ਾਮਪਲ। ਇਹ ਮੈਂ ਆਲਮੋਸਟ 27-28 ਸਾਲ ਪਹਿਲਾਂ ਰੇਡੀਓ ਤੇ ਆਖੀ ਸੀ ਕਿ ਆਪਾਂ ਜਦੋਂ ਵੀ ਕਿਤੇ ਲਿਵਿੰਗ ਰੂਮ ਦੇ ਵਿੱਚ, ਫੈਮਿਲੀ ਰੂਮ 'ਚ ਬਹਿਨੇ ਆ, ਆਪਾਂ ਕਹਿੰਦੇ ਵੀ ਸਾਡੇ ਲੀਡਰ ਨਹੀਂ ਚੰਗੇ। ਲੈਟ ਅਸ ਫਾਈਂਡ ਆਊਟ ਕਿ ਕਿਉਂ ਨਹੀਂ ਚੰਗੇ। ਹੁਣ ਦੇਖੋ ਵੀ ਕਿਹੜੇ ਨੇ ਬੰਦੇ ਜਿਹੜੇ ਕਿ ਆਮ ਪਬਲਿਕ ਨਾਲ ਡੀਲ ਕਰਦੇ ਨੇ, ਰੀਅਲ estate ਏਜੰਟ, ਇੰਸ਼ੋਰੈਂਸ ਏਜੰਟ, ਆਪਟੀਸ਼ੀਅਨ, ਉਹ ਜਿਹੜੀਆਂ ਕੋਈ ਡਾਕਟਰ, ਫਾਰਮਾਸਿਸਟ, ਕੈਰੋਪੈਕਟਰ, ਜਿਹੜੇ ਕਿ ਐਕਚੁਅਲੀ ਲੋਕਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ। ਸਾਡੀ ਕਮਿਊਨਿਟੀ ਦੇ ਵਿੱਚ ਕੀ ਹੋਇਆ ਕਿ ਉਸ ਬੰਦੇ ਤੋਂ ਸਰਵਿਸ ਲੈਣੀ ਹੈ ਜਿਹੜਾ ਆਪਣੇ ਆਪ ਦੇ ਨਾਲ ਇੱਕ ਅਨਫੇਅਰ ਮੀਨ ਪੈਦਾ ਕਰਕੇ ਤੁਹਾਡੇ ਨਾਲੋਂ ਦੂਜੇ ਨਾਲੋਂ ਵਧੀਆ ਲੱਗਣ ਦੀ ਕੋਸ਼ਿਸ਼ ਕਰਦਾ। ਤੁਹਾਨੂੰ ਦੇਣਾ ਐਗਜ਼ਾਮਪਲ, ਇੱਕ ਸਪੋਜ਼ ਕਰ ਲਓ ਕੋਈ ਡਾਕਟਰ ਹੈ, ਇਹ ਮੈਂ 27 ਸਾਲ ਪਹਿਲਾਂ ਦੀ ਗੱਲ ਕਰਦਾ, ਮੈਂ ਆਖੀ ਹੋਈ ਸੀ। ਮੈਂ ਕਿਹਾ ਇੱਕ ਡਾਕਟਰ ਕੋਲ ਤੁਸੀਂ ਜਾਣਦੇ ਆ ਵੀ ਮੈਂ ਕੰਮ ਕਰਦਾ ਜੀ ਕ੍ਰਾਈਸਲਰ ਦੇ ਵਿੱਚ, ਤੇ ਮੈਨੂੰ ਨਾ ਇੱਥੇ ਲਿਖ ਕੇ ਦੋ ਵੀ ਮੇਰੀ ਬੈਕ ਦੁਖਦੀ ਹੈ, ਮੈਂ 3 ਹਫ਼ਤੇ ਨਾਲੇ ਬੇਬੇ ਨੂੰ ਮਿਲਿਆ ਇੰਡੀਆ। ਨਾਲੇ ਤਾਂ ਉਹ ਬੰਦਾ ਡਾਕਟਰ ਕਹਿੰਦਾ ਯਾਰ ਮੈਂ ਇਹ ਤਾਂ ਕੰਮ ਬਿਲਕੁਲ ਗਲਤ ਹੈ, ਮੈਂ ਤਾਂ ਇਹ ਕੰਮ ਕਰਨਾ ਨੀਗਾ। ਫਿਰ ਇੱਕ ਤੁਸੀਂ ਹੋਰ ਜਾਂਦੇ ਹੋ ਕਿਸੇ ਕੋਲੇ, ਤੁਸੀਂ ਜਾਂਦੇ ਹੋ ਉਹ ਡਾਕਟਰ ਤੁਹਾਡਾ ਆੜੀ ਹੁੰਦਾ, ਕਹਿੰਦਾ ਮੇਰਾ ਪਿੰਡ ਕਿਹੜਾ? ਮੇਰਾ ਪਿੰਡ ਜੀ ਕੋਕਰੀ ਹੈ, ਮੇਰਾ ਪਿੰਡ ਫਲਾਨਾ ਧਮਕਾ ਕਰ ਕੋਗਾ। ਅੱਛਾ ਤੁਹਾਡੇ ਉਹ ਪਾਣੀ ਦੀ ਟੂਟੀ ਲੱਗੀ ਹੈ, ਮੈਂ ਤਾਂ ਪਾਣੀ ਪੀ ਕੇ ਲੰਘਦਾ, ਉਹਦੇ ਲੈ ਮੈਂ ਹੀ ਤੇਰਾ ਕੰਮ ਕਰੂਗਾ, ਹੋਰ ਕੌਣ ਕਰੂਗਾ? ਉਹ ਬੰਦਾ ਤੁਹਾਨੂੰ ਲਿਖ ਕੇ ਦੇ ਜਾਂਦਾ। ਤੁਸੀਂ ਜਾ ਕੇ ਢੰਡੋਰਾ ਪਿੱਟ ਦੇਣਾ ਸਾਰੀ ਦੁਨੀਆ 'ਚ ਵੀ ਇਹ ਡਾਕਟਰ ਚੰਗਾ, ਐਕਚੁਅਲੀ ਚੰਗਾ ਦੂਜਾ। ਇਸੇ ਤਰ੍ਹਾਂ ਜਿਹੜਾ ਰੀਅਲ estate ਏਜੰਟ ਹੈ, ਇਸੇ ਤਰ੍ਹਾਂ ਜਿਹੜਾ ਇੰਸ਼ੋਰੈਂਸ ਏਜੰਟ ਹੈ, ਜਿਹੜਾ ਤੁਹਾਨੂੰ ਫਾਲਸੀਫਾਈਡ ਡਾਕੂਮੈਂਟੇਸ਼ਨ ਕਰਕੇ ਉਹ ਤੁਹਾਡੇ ਜਿਹੜਾ ਗਲਤ ਕੰਮ ਕਰਦਾ, ਤੁਹਾਨੂੰ ਉਹ ਬੰਦਾ ਚੰਗਾ ਲੱਗਣ ਲੱਗ ਜਾਂਦਾ। ਉਹ ਜਦੋਂ 10-15 ਸਾਲ 20 ਸਾਲ ਬੰਦਾ ਚੰਗਾ ਕਰਦਾ, ਉਹਦੇ ਕੋਲੇ 550 S ਕਲਾਸ ਜਿਹੜੀ ਮਰਸੀਡੀਜ਼ ਹੁੰਦੀ ਹੈ, ਰੇਂਜ ਰੋਵਰ ਹੁੰਦੀ ਹੈ, ਜਾ ਕੇ ਪੁੱਟੀ ਕਰਕੇ ਬਿੰਗੀ ਜੀ ਗੁਰਦੁਆਰੇ ਦੇ ਸਾਹਮਣੇ ਲਾਉਂਦਾ, ਤਾਂ ਕਿਤੇ ਵੀ ਪਾਰਟੀ ਪੁੱਟੀ ਅਟੈਂਡ ਕਰਦਾ। ਕਹਿੰਦਾ ਯਾਰ ਮੈਨੂੰ ਤਾਂ ਹੁਣ ਬੰਦੇ ਆਪਣੇ ਰੂਟ ਮਾਰਦੇ ਆ,
40,000 ਦੀ ਕਾਰਪਟ ਗੁਰਦਾਰੇ ਤੇ ਕਬੱਡੀ ਦਾ ਟੂਰਨਾਮੈਂਟ ਇੰਡੀਆ ਤੇ ਇੱਥੇ ਲਟਰ ਪਟਰ। ਮੈਂ ਕਹਿੰਦਾ ਆਪਾਂ ਤਾਂ ਫਿਰ ਹੁਣ ਯਾਰ ਐਮਪੀ ਵੀ ਬਣੀ ਹੈ ਕੋਈ, ਹੁਣ ਤਾਂ ਆਪਣਾ ਬਹੁਤ ਹੋ ਗਿਆ। ਅੱਛਾ ਉਹਨੇ ਇੱਥੇ ਹੀ ਐਮਪੀ ਵੀ ਉਹਨੇ ਕੀ ਕਰਨਾ, $2-2.5 ਲੱਖ ਸਾਈਡ ਤੇ ਰੱਖਣਾ। ਲੋਕਾਂ ਨੂੰ 2 ਸਾਲ ਪਹਿਲਾਂ ਉਹਨੇ ਆਪਦਾ ਇਹ ਡਰਾਮਾ ਸਟਾਰਟ ਕਰ ਦੇਣਾ ਕਿ ਉਹਨੂੰ ਬੁਲਾ ਲਿਆ ਕਿ ਦਾਰੂ ਪਿਆਤੀ, ਇਹ ਕਰਤਾ ਉਹ ਕਰਤਾ। ਤੇ ਉਹਨੇ ਜੀ ਉਹ ਆਪਣੇ 5-7 ਫਾਰਮ ਜਿਹੜਾ ਫਾਰਮ ਹੈ ਕਿਸੇ ਤੋਂ ਲੈ ਕੇ ਝੂਠ ਛੱਡ ਬੋਲੋ ਕੇ ਉਹਨੇ ਪਹਿਲਾਂ 5,000 ਬੰਦੇ ਸਾਹਮਣੇ ਝੂਠ ਬੋਲਣਾ। ਇਹਨੇ ਆਪ ਇਹਨੇ ਪੈਸੇ ਦਿੱਤੇ ਆ, ਉਹਨੇ ਐਕਚੁਅਲੀ ਪੈਸੇ ਨਹੀਂ ਦਿੱਤੇ ਹੁੰਦੇ। ਉਹ ਝੂਠ ਬੋਲਣ ਵਾਲਾ ਬੰਦਾ ਕਿਵੇਂ ਲੀਡਰ ਬਣ ਜਾਊਗਾ ਜਦੋਂ? ਅੱਛਾ ਹੁਣ ਜਦੋਂ ਉਹ ਤੁਸੀਂ ਉਹਨੂੰ ਸਪੋਰਟ ਤਾਂ ਕਰਦੇ ਰਹੇ ਹੋ ਕਿ ਉਹ ਤੁਹਾਡਾ ਕੰਮ ਗਲਤ ਕਰਦਾ ਰਿਹਾ 15-20-25 ਸਾਲ, ਹੁਣ ਜਦੋਂ ਐਮਪੀ ਬਣ ਗਿਆ ਤਾਂ ਤੁਸੀਂ ਸੋਚਦੇ ਹੋ ਸਡਨ ਵੀ ਇਹ ਹੁਣ ਕੰਮ ਚੰਗਾ ਕਰਨ ਲੱਗ ਜਾਵੇ। ਇਹ ਕਾਕਾ ਜੀ ਹੋ ਨਹੀਂ ਸਕਦਾ। ਤੁਸੀਂ ਜੇ ਲੀਡਰ ਚੰਗੇ ਬਣਾਉਣੇ ਆ, ਅੱਜ ਚੰਗੇ ਬੰਦਿਆਂ ਦੀ ਸਪੋਰਟ ਕਰੋ, ਚੰਗੇ ਬਿਜ਼ਨਸ ਨੂੰ ਸਪੋਰਟ ਕਰੋ, ਚੰਗੇ ਮੀਡੀਆ ਨੂੰ ਸਪੋਰਟ ਕਰੋ। ਫਿਰ ਉਹਨਾਂ ਦੇ ਵਿੱਚੋਂ ਸ਼ੁਕਰ ਦੀ ਭਾਵਨਾ ਲੈ ਕੇ, ਗ੍ਰੈਟੀਟਿਊਡ ਦਾ ਲੈ ਕੇ ਜਿਹੜਾ ਬੰਦਾ ਆਊਗਾ, ਉਹ ਬੰਦਾ ਜੇ ਐਮਪੀ ਨਹੀਂ ਵੀ ਬਣਿਆ ਉਹ ਮੇਰੇ ਵਾਂਗੂ 25-30 ਸਾਲ ਆਪਣੀਆਂ ਕੰਮ ਕਰਦਾ ਹੀ ਰਹੂਗਾ, ਕਿਉਂਕਿ ਉਹ ਤਾਂ ਨਹੀਂ ਐਮਪੀ ਬਣ ਰਿਹਾ ਕਿ ਉਹਦੇ ਵਿੱਚ ਕੋਈ ਖਾਲੀ ਜਗ੍ਹਾ ਪਈ ਹੈ। ਉਹ ਐਮਪੀ ਬਣ ਰਿਹਾ ਕਿ ਉਹ ਇੰਨਾ ਭਰਿਆ ਹੋਇਆ ਕਿ ਉਹਦਾ ਜੀ ਕਰਦਾ ਮੈਂ ਦੁਨੀਆ ਨੂੰ ਕੁਝ ਦੇਵਾਂ, ਮੈਂ ਲੋਕਾਂ ਨੂੰ ਕੁਝ ਦੇਵਾਂ, ਮੈਂ ਲੋਕਾਂ 'ਚ ਉਹ ਨਾ ਤਾਂ ਡਰੂਗਾ ਹੈ ਨਾ ਕਿਤੇ ਉਹ ਛਿੜਕੂਗਾ। ਉਹਨੇ ਉਹ ਭਾਵੇਂ ਜੱਜ ਬਣ ਜੇ, ਉਹਨੇ ਜਾ ਕੇ ਮਿਨਿਸਟਰ ਦੇ ਗਲ ਦੇ ਵਿੱਚ ਹੱਥ ਦੇ ਦੇਣਾ ਵੀ ਕਾਕਾ ਮੇਰਾ ਮੈਂ ਦੱਸਦਾ ਮੈਂ ਜਦੋਂ ਸੀਗਾ ਜਿਹੜੀ ਮੈਨੂੰ ਸਰਕਾਰ ਨੇ ਲਾਇਆ ਸੀਗਾ ਉਹਦੇ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਨੂੰ ਮੈਂ ਕੁਐਸਚਨ ਕੀਤਾ ਆਪਣੀ ਇਨ ਕੈਮਰਾ ਹਨਾ ਜਿਹੜੀ ਹੈਗਾ ਉਹ ਹੀ ਫੈਲਟ ਅਫੈਂਡਡ ਦੈਟ ਮੈਂ ਕਿਹਾ ਜਿਹੜੇ ਓਪੀਨੀਅਨ ਕਰਕੇ ਮੈਨੂੰ ਜੱਜ ਲਾਇਆ ਗਿਆ ਉਹ ਓਪੀਨੀਅਨ ਤੂੰ ਹੁਣ ਮੈਨੂੰ ਕਹਿਣਾ ਵੀ ਮੈਂ ਤੈਨੂੰ ਦੱਸਾਂ ਨਾ, ਇਹ ਹੋ ਨਹੀਂ ਸਕਦਾ। ਮੈਂ ਪਬਲਿਕ ਨਹੀਂ ਦੱਸਣਾ। ਜਿਹੜਾ ਬਿੱਲ C-24 ਸੀਗਾ ਉਹਦੇ ਮੈਂ ਐਮਪੀਆਂ ਦੇ ਮਿੰਨਤਾਂ ਕਰ ਰਿਹਾ, ਮੈਂ ਕਿਹਾ ਤੁਸੀਂ ਥੋਤੋਂ ਇਹ ਡਿਫੈਂਡ ਨਹੀਂ ਹੋਣਾ, ਇਹ ਤੁਸੀਂ ਪ੍ਰੂਫ ਹੀ ਨਹੀਂ ਕਰ ਸਕਦੇ ਵੀ ਹੈ ਨਹੀਂਗਾ ਇਹ ਦੋ ਇਹਦੇ ਹੈ ਨਹੀਂ, ਇੱਕ ਦੀ ਸਿਟੀਜ਼ਨ ਕੈਂਸਲ ਹੋ ਨਹੀਂ ਜੀ ਨਹੀਂ ਜੀ ਉਹ ਜਿਹੜਾ ਜਿਹਨੇ ਕੀਤਾ ਸੀਗਾ ਉਹ ਤਾਂ ਬੰਦਾ ਭੱਜ ਗਿਆ, ਦੂਸਰਾ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਆ ਗਿਆ ਤੇ ਉਹ ਪਿੱਛੇ ਭੰਬਲ ਪੁੱਛੇ ਚ ਪਾ ਗਿਆ, ਆਪਣੇ ਬੰਦਿਆਂ ਦੇ ਮੋਢੇ ਤੇ ਰੱਖ ਕੇ ਚਲਾ ਗਿਆ। ਮੇਰੇ ਵਰਗੇ ਬੰਦਾ ਅਸੀਂ ਖਬੀਆਂ ਖਾਂਦੇ ਰਹਿ ਗਏ। ਕਿਸੇ ਨੇ ਜਾ ਕੇ ਜਦੋਂ ਕਿਸੇ ਸਵਾਲ ਵੀ ਕੀਤਾ ਲੱਗਦਾ ਨਹੀਂ ਭਾਜੀ ਛੱਡੋ, ਕਦੇ ਤੁਸੀਂ ਡਰਿੰਕ ਡਰੋਕ ਲਾਓ, ਛੱਡੋ ਪਰੇ ਆਪਾਂ ਹੀ ਕਰਨਾ। That's the kind of the leadership that we have. So we need to be ashamed of ourselves. ਸਾਡੇ ਵਰਗੇ ਬੰਦਿਆਂ ਨੂੰ ਆਪਣੇ ਕੰਮ ਦੇ ਵਿੱਚੋਂ ਕੱਢ ਕੇ ਆਪਣੇ ਕੰਮ ਕੇ ਮਿਹਨਤਾਂ ਕਰਨੀ ਪੈਂਦੀ ਇਹਨਾਂ ਬੰਦਿਆਂ ਦੀ ਵੀ ਇਹਦੇ ਤੇ ਸਾਈਨ ਕਰੋ ਤੇ ਜਿਹੜੇ ਦੂਸਰੇ ਬੰਦੇ ਆਰਾਮ ਨਾਲ ਬੈਠੇ। ਇਸ ਕਰਕੇ ਮੈਂ 21 ਸਾਲ ਪਹਿਲਾਂ ਇਲੈਕਸ਼ਨ ਲੜੀ ਸੀ, ਪਰ ਮੈਂ ਇਲੈਕਸ਼ਨ ਐਮਪੀ ਬਣਨ ਵਾਸਤੇ ਨਹੀਂ ਸੀ ਲੜੀ। ਮੈਂ ਇਲੈਕਸ਼ਨ ਲੋਕਾਂ ਦੀ ਸੇਵਾ ਕਰਨ ਵਾਸਤੇ ਬਣੀ ਸੀ। ਉਹ ਸੇਵਾ ਜ਼ਰੂਰੀ ਨਹੀਂ ਹੈ ਵੀ ਮੈਂ ਐਮਪੀ ਬਣ ਕੇ ਕਰਨੀ ਹੈ। ਮੈਂ ਉਹ ਮੈਨੂੰ ਜੇ ਪ੍ਰੈਸਟਲ ਵੱਡਾ ਮਿਲ ਜਾਂਦਾ ਉਹ ਤੁਸੀਂ ਵੱਡਾ ਜਾਂ ਤੁਹਾਡਾ ਲਾਈਫ ਦੇ ਵਿੱਚ ਤੁਸੀਂ ਆਪਣਾ ਡਿਫਰੈਂਸ ਪਾ ਸਕਦੇ ਹੋ। ਪਰ ਇਸ ਵਕਤ ਜਿਹੜਾ ਬੱਚਾ ਮੇਰੇ ਸਾਹਮਣੇ ਆ ਗਿਆ ਮੈਂ ਉਹਨੂੰ ਮੈਂਟਰਸ਼ਿਪ ਦੇਣੀ ਹੈ। ਜਿਹੜਾ ਕੋਈ ਬੰਦਾ ਸਾਹਮਣੇ ਆ ਗਿਆ ਉਹਨੂੰ ਕਹਿਣਾ ਵੀ ਇਹ ਜਿਹੜੀ ਇਸ ਤਰ੍ਹਾਂ ਰਹੀਏ ਤਾਂ ਇਸ ਮੁਲਕ ਦੇ ਵਿੱਚ ਇਸ ਤਰ੍ਹਾਂ ਰਹੀਏ ਤਾਂ ਆਪਣਾ ਮੈਕਸੀਮਮ ਪੋਟੈਂਸ਼ੀਅਲ ਮੇਰੀ ਜ਼ਿੰਦਗੀ ਦਾ ਇਹ ਰਿਹਾ ਕਿ ਹਰ ਇੱਕ ਬੰਦੇ ਦੇ ਨਾਲ ਇਸ ਤਰ੍ਹਾਂ ਬਿਹੇਵ ਕਰਨਾ ਕਿ ਉਸ ਨੂੰ ਇਹੋ ਜਿਹਾ ਅਕਲ ਦੇਣੀ ਹੈ, ਉਹੋ ਜਿਹਾ ਮਾਹੌਲ ਪੈਦਾ ਕਰਨਾ ਕਿ ਆਪਣੀ ਜ਼ਿੰਦਗੀ ਦਾ ਮੈਕਸੀਮਮ ਪੋਟੈਂਸ਼ੀਅਲ ਜਿਹੜਾ ਹੈਗਾ ਰਿਅਲਾਈਜ਼ ਕਰੇ। ਅਕੋਰਡਿੰਗਲੀ ਜਿਹੜੀ ਉਹਦੀਆਂ ਐਫਰਟਸ ਨੇ ਜਾਂ ਉਹਦੀ ਐਜੂਕੇਸ਼ਨ ਹੈ ਜਾਂ ਉਹਦੀ ਮਿਹਨਤ ਹੈ ਤੇ ਇਹ ਮੁਲਕ ਸਾਨੂੰ ਇਹ ਦਿੰਦਾ। ਤੇ ਪਰ ਜੇ ਤੁਸੀਂ ਕਹੋ ਵੀ ਐਮਪੀ ਮੈਂ ਤਾਂ ਬਣਨਾ ਵੀ ਮੇਰੇ 'ਚ ਕੋਈ ਕਮੀ ਹੈ ਮੈਂ ਇਹ ਪੂਰੀ ਹੋ ਜੂ ਤੇ ਮੈਨੂੰ ਇੰਨੀ ਕੁ ਪੈਨਸ਼ਨ ਮਿਲ ਜੂ, ਫਿਰ ਨਹੀਂ। ਇਹ ਤਾਂ ਇਹ ਮੁਲਕ ਤਾਂ ਇੰਨਾ ਇਹੋ ਜਿਹਾ ਵਧੀਆ ਸਾਡਾ ਇੱਥੋਂ ਦਾ ਮਾਹੌਲ ਹੈ ਕਿ ਮੇਰੀ ਰੋਜ਼ੀ ਰੋਟੀ ਦੇ ਵਿੱਚ ਇੱਥੋਂ ਦਾ ਮੈਂ ਭਾਵੇਂ ਪੀਜ਼ਾ ਡਿਲੀਵਰ ਕਰਦਾ ਹੋਵਾਂ, ਹਿੰਮਤ ਨਹੀਂ ਹੈ ਭਾਈ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਕੋਈ ਸਿਆਸੀ ਤੌਰ ਤੇ ਤਕੜਾ ਹੋਵੇ, ਬਿਊਰੋਕ੍ਰੇਸੀ ਦੇ ਵਿੱਚ ਤਕੜਾ ਹੋਵੇ ਜਾਂ ਉਹ ਤਕੜਾ ਹੋਵੇ, ਉਹਦੇ ਕੋਈ ਵਿਘਨ ਨਹੀਂ ਪਾ ਸਕਦਾ। ਉਹ ਜਿਹੜੀ ਐਬਸੋਲੂਟ ਸਟਰੈਂਥ ਹੈ ਤੁਹਾਨੂੰ ਇੱਥੋਂ ਦਾ ਕਨਸਟੀਟਿਊਸ਼ਨ ਤੇ ਇੱਥੋਂ ਦੀ ਸਿਟੀਜ਼ਨਸ਼ਿਪ ਦਿੰਦੀ ਹੈ, ਉਹਦਾ ਕਿਤੇ ਇਸਤੇਮਾਲ ਕਰਕੇ ਤਾਂ ਦੇਖੋ। ਇਹ ਉਹਦਾ ਇਸਤੇਮਾਲ ਕਰੋਗੇ ਤੇ ਤੁਸੀਂ ਸਾਰੇ ਹੀ ਮੇਰੇ ਵਰਗੇ ਲੱਗੋਗੇ। ਤੇ ਇਹ ਵੀ ਜੇ ਆਪਾਂ ਨਹੀਂ ਕਰਨਾ ਆਪਾਂ ਘੇਸਲ ਜੀ ਮਾਰ ਕੇ ਚਲੋ ਠੀਕ ਹੈ ਕੋਈ ਗੱਲ ਨਹੀਂ, ਜਿਵੇਂ ਹੁਣ ਮੈਂ ਜਿਹੜਾ ਦੁਨੀਆ ਦੇ ਵਿੱਚ ਆਪਣਾ 5 ਲੱਖ ਬੰਦਾ ਉੱਥੇ ਬੈਠਾ ਹੈ, ਇਹਨੂੰ ਘੇਸਲ ਮਾਰ ਕੇ ਆਰਾਮ ਦੇ ਨਾਲ ਤੁਸੀਂ ਆਪਦਾ ਤੁਸੀਂ ਕਰ ਸਕਦੇ। ਪਰ ਅਸੀਂ ਕਹਿੰਦੇ ਨਹੀਂ, ਅਸੀਂ ਉਹਨਾਂ ਬੰਦਿਆਂ ਨੂੰ ਇੱਥੋਂ ਸਿਗਨਲ ਭੇਜਣਾ ਕਿ ਅਸੀਂ ਤੁਹਾਡੇ ਵਾਸਤੇ ਵਾਚ ਕਰ ਰਹੇ ਹਾਂ। ਜਿਹੜੀ ਸਾਨੂੰ ਪਰਮਾਤਮਾ ਨੇ ਬਾਜ ਵਰਗੀਆਂ ਅੱਖਾਂ ਦਿੱਤੀਆਂ, ਅਸੀਂ ਇਹ ਤੁਹਾਡੇ ਦੇ ਉੱਤੇ ਟਿਕਾਈਆਂ ਹੋਈਆਂ ਨੇ ਤੇ ਜਿਹਦੇ ਨਾਲ ਤੁਹਾਡੇ ਨਾਲ ਕੋਈ ਵੀ ਗਲਤ ਗੱਲ ਹੁੰਦੀ ਹੈ ਅਸੀਂ ਉਹਦਾ ਦੁਨੀਆ ਵਿੱਚ ਹੋਰ ਤਾਂ ਤੁਹਾਡੇ ਨਾਲ ਉੱਥੇ ਨਹੀਂ ਖੜ ਸਕਦੇ ਕੰਧੇ ਨਾਲ ਕੰਧਾ ਲੈ ਕੇ, ਪਰ ਰੌਹ ਤਾਂ ਅਸੀਂ ਉਹਦੇ ਪਾ ਸਕਦੇ ਹਾਂ। ਉਹਦਾ ਖਿਆਲ ਰੱਖਿਓ ਭਾਈ ਇਸ ਤਰ੍ਹਾਂ ਨਾ ਹੋ ਜਾਵੇ। ਤੇ ਇਹ ਲੈਟਰ ਆ ਇਹੀ ਕਹਿ ਰਿਹਾ ਵੀ ਅਸੀਂ ਉਹਨਾਂ ਨੂੰ ਇੱਕ ਐਸਾ ਸੰਦੇਸ਼ ਭੇਜੀਏ ਵੀ ਅਸੀਂ ਇੱਥੇ ਜਿਹੜੇ ਸਾਰੇ ਇਲੈਕਟਡ ਬੰਦੇ ਨੇ ਉਹਨਾਂ ਨੇ ਸਾਡੀਆਂ ਜਿਹੜੀਆਂ ਭਾਵਨਾਵਾਂ ਲੋਕਾਂ ਦੀਆਂ ਤੁਹਾਡੇ ਪ੍ਰਤੀ ਤੁਹਾਡੀ ਸੇਫਟੀ ਵਾਸਤੇ ਅਸੀਂ ਕੰਸਰਨ ਹੈਗਾ
ਤੇ ਉਹ ਅਸੀਂ ਜ਼ਾਹਰ ਕਰਦੇ ਹਾਂ। ਅੱਛਾ, ਦੁੱਖ ਦੀ ਦਾਸਤਾਨ ਧਾਲੀਵਾਲ ਸਾਹਿਬ ਇਹ ਹੈ ਬਈ ਇਹ ਆਪਣੇ ਬਰੈਂਟਨ ਤੇ ਸਰੀ ਦੇ ਵਿੱਚ ਕਿੰਗ ਨੇ, ਜਿਨ੍ਹਾਂ ਦੀ ਮਤਲਬ ਨਵੇਂ ਜਿਹੜੇ MP ਨੇ, ਚੇਲੇ ਬਾਲਕੇ ਨੇ, ਉਹਨਾਂ ਦੇ ਥੱਲੇ ਚੱਲਦੇ ਆ। ਉਹ ਜਿਹੜਾ ਕੁਝ ਉਹਨਾਂ ਨੇ ਕਹਿਣਾ ਹੈ ਉਹ ਕਰਨਾ। ਉਹਨਾਂ ਕਿੰਗਾਂ ਦੇ ਉੱਪਰ ਰਾਜਸੀ ਪਾਰਟੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਬਾੜਿਆ। ਕਿਸੇ ਨੇ ਲਿਬਰਲ ਦੇ, ਮੈਂ ਇੱਕ ਪਾਰਟੀ ਦੀ ਨਹੀਂ ਗੱਲ ਕਰਦਾ, ਮੈਂ ਸਾਰਿਆਂ ਦੀ ਉਹ ਗੱਲ ਕਰਦਾ। ਅੱਛਾ, ਉਹਦੀ ਦਬਸ਼ 'ਚ ਰਹਿੰਦੇ ਆ ਜੀ, ਉਹਦੇ ਤੋਂ ਡਰਦੇ ਆ। ਅੱਛਾ, ਇੱਕ ਮੈਨੂੰ ਲੱਗਦਾ ਹੈ ਵੀ ਜਿਹੜਾ ਇਹ ਨਾ ਕਰ ਰਹੇ ਨੇ ਉਹਦਾ ਇਹਨਾਂ ਨੂੰ ਵੱਡਾ ਜਿਹੜਾ ਹੈ ਇਹ ਬੰਦਿਆਂ ਨੂੰ ਇਹ ਡਰ ਆ ਵੀ ਕੱਲ ਨੂੰ ਸਾਨੂੰ ਉੱਥੇ ਦਾ ਵੀਜ਼ਾ ਨਹੀਂ ਮਿਲਣਾ, ਕਿਉਂਕਿ ਇਹਨਾਂ ਦਾ ਨਾ ਜਿਹੜਾ ਉਹ ਬਹੁਤ ਵੰਡਰਫੁਲ ਟ੍ਰਿਪ ਆ, 1 ਮਹੀਨੇ ਦਾ ਜਿਹੜਾ ਪੰਜਾਬ ਦਾ ਟ੍ਰਿਪ ਹੈ ਨਾ। ਕਿਉਂਕਿ ਇੱਥੇ ਤਾਂ ਹੁਣ MP ਨਾਲ ਦੀ ਸੀਟ ਤੇ ਮੇਰੇ ਬੈਠਾ, ਨਾਲ ਦੀ ਸੀਟ ਤੇ ਮੇਰੇ MLA ਬੈਠਾ, ਕਾਰ ਚਲਾਉਂਦਾ ਫਿਰਦਾ, ਦੁੱਧ ਦੀਆਂ ਗੈਲਣਾਂ ਢੋਂਦਾ ਫਿਰਦਾ। ਤੇ ਹਾਂ, ਕਈਆਂ ਨੇ ਪੈਸੇ ਵੀ ਬਣਾ ਲਏ, ਸਾਈਡ ਬਿਜ਼ਨਸ ਬਹੁਤ ਚਲਾਏ ਹੋਏ ਨੇ, ਬਹੁਤ ਮਤਲਬ ਸਿੱਧਾ ਚੱਲ ਰਿਹਾ ਕੰਮ ਆਪਣੇ ਆਪਣੇ ਏਰੀਏ 'ਚ। ਪਤਾ ਤੁਹਾਡੇ ਵੀ ਪਤਾ, ਇੱਥੇ ਵੀ ਪਤਾ। ਇਹ ਫਿਰ ਮੈਨੂੰ ਇੱਕ ਇਹਨਾਂ ਨੂੰ ਡਰ ਹੈ ਜੀ ਵੀ ਭਾਰਤ ਦਾ ਵੀਜ਼ਾ, ਇਹਦੇ ਤੇ ਆਪਾਂ ਚੱਲਦੇ ਹਾਂ। ਮੈਂ ਇੱਕ ਵਪਾਰਕ ਸੰਦੇਸ਼ ਲੈਣਾ ਤੇ ਹੁਣੇ ਆ ਕੇ ਇਹਦੇ ਤੇ ਆਪਾਂ ਡਿਟੇਲ 'ਚ ਗੱਲ ਕਰਦੇ ਹਾਂ ਵੀ ਇਹ ਵੀ ਕੱਚ ਆ ਕਿਤੇ। ਸਰਦਾਰ ਹਰਜੀਤ ਸਿੰਘ ਧਾਲੀਵਾਲ, ਹੈਰੀ ਧਾਲੀਵਾਲ ਬਰੈਂਟਨ ਤੋਂ ਗੱਲਬਾਤ ਕਰ ਰਹੇ ਨੇ ਮੇਰੇ ਨਾਲ। ਜਾਗਦੀਆਂ ਰੂਹਾਂ ਵਾਲੇ ਬੰਦਿਆਂ ਨਾਲ ਗੱਲ ਕਰਕੇ ਤੁਸੀਂ ਪੱਬਾਂ ਤੇ ਹੋ ਜਾਂਦੇ ਤੇ ਚੜ੍ਹਦੀ ਕਲਾ 'ਚ ਬੰਦਾ ਹੋ ਜਾਂਦਾ। ਤੁਸੀਂ ਸੁਣ ਰਹੇ ਸਰਦਾਰ ਸਾਹਿਬ ਦੀ ਗੱਲ। ਤੇ ਸਿਟੀਜ਼ਨਸ਼ਿਪ ਦੇ ਉਹ ਜੱਜ ਰਹੇ ਨੇ, ਜੱਜ 'ਚ ਰਹਿੰਦੇ, ਜੱਜ ਬਣੇ ਹੋਏ ਇਮੀਗ੍ਰੇਸ਼ਨ ਮਿਨਿਸਟਰ ਨੂੰ ਕਹਿਣਾ ਆ ਨਹੀਂ ਤੇਰੀ ਠੀਕ ਗੱਲ। ਇਹ ਆ ਕਹਾਣੀ। ਤੇ ਸੇਵਾ ਕਰਨ ਲਈ ਤੁਹਾਨੂੰ ਦਫ਼ਤਰਾਂ ਦੀ ਲੋੜ ਨਹੀਂ ਹੈ। ਸੇਵਾ ਜਿਹੜੀ ਆ ਜਦ ਮਰਜ਼ੀ ਫੋਨ ਕਰ ਲਓ ਤੇ ਸਦਾ ਹੀ ਉਹ ਤਿਆਰ ਨੇ। ਉਹ ਲੈ ਬਾਈ ਤਿਆਰ ਆਪਾਂ। ਤੇ ਆਪਣੇ ਜੜ ਨਾਲ ਜੁੜ ਕੇ, ਆਪਣੇ ਪੰਜਾਬ ਨਾਲ ਜੁੜ ਕੇ, ਆਪਣੇ ਮਾਪਿਆਂ ਦਾ ਸਤਿਕਾਰ ਕਰਕੇ, ਵੱਧ ਤੋਂ ਵੱਧ ਸੱਚ ਲੋਕਾਂ ਦੇ ਸਾਹਮਣੇ ਕਰਕੇ, ਇਹੀ ਆ। ਲੁਕ ਨਹੀਂ ਸਕਦੇ ਤੁਸੀਂ। ਆਪਾਂ ਤਾਂ ਕੱਲਿਆਂ ਦੇ ਪੋਤੜਿਆਂ ਦਾ ਪਤਾ ਹੈ ਵੀ ਛੋਟੇ ਹੁੰਦੇ ਕੀ ਲਾਉਂਦੇ ਰਹੇ ਨੇ, ਕਿਹੋ ਜਿਹਾ ਲਾਉਂਦੇ ਰਹੇ ਨੇ। ਇਹਦੇ ਤੋਂ ਬਚਣਾ ਚਾਹੀਦਾ ਤੇ ਆਪਣੀ ਜ਼ਮੀਰ ਦੀ ਵਜ਼ਨ ਦੇ ਨਾਲ ਇਸ ਧਰਤ ਤੇ ਕਿਉਂ ਨਾ। ਆਹ ਦੇਸ਼ ਦੇ ਵਿੱਚ ਜਿਹੜਾ ਦੇਸ਼ ਦੁਨੀਆ ਦੇ ਵਿੱਚ, ਜਿਵੇਂ ਉਹਨਾਂ ਨੇ ਦੱਸਿਆ ਰਵਾਂਡਾ ਦੇ ਵਿੱਚ ਤੇ ਪੀਸ ਕੀਪਿੰਗ ਫੋਰਸ ਜਿੱਥੇ ਮਰਜ਼ੀ ਭੇਜ, ਤੇ ਲੋਕਾਂ ਦੇ ਸਾਊਦੀ ਅਰਬ ਦੇ ਵਿੱਚੋਂ ਕੋਈ ਭੱਜੀ ਹੋਈ ਕੁੜੀ ਜਿਹੜੀ ਮਾਪੇ ਉਹਨੂੰ ਤੰਗ ਕਰ ਰਹੇ ਨੇ ਵੀ ਉਹ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ, ਤੇ ਉਹਨੂੰ ਇਮੀਗ੍ਰੇਸ਼ਨ ਮਿਨਿਸਟਰ ਸਾਡੀ 에ਅਰਪੋਰਟ ਤੇ ਉਤਰ ਕੇ ਜੱਫੀਆਂ ਪਾਉਂਦੀ ਹੈ। ਤੇ ਅਸੀਂ ਆਪਣਿਆਂ ਲਈ ਜਿਹੜੇ 5 ਲੱਖ ਬਜ਼ੁਰਗ ਬੈਠਾ ਉਹਦੇ ਲਈ ਬੋਲ ਨਹੀਂ ਸਕਦੇ। ਤੋਂ ਗੱਲਬਾਤ ਟਾਪ ਆਫ ਖਬਰ ਤੋਂ ਪਹਿਲਾਂ ਉਹਨਾਂ ਨਾਲ ਚੱਲ ਰਹੀ ਸੀ ਕਿ ਕਿਹੜੀ ਚੀਜ਼ ਰੋਕਦੀ ਹੈ। ਕੀ ਭਾਰਤ ਜਾਣਾ? ਆਪਾਂ ਸਦਾ ਗੱਲ ਕਰਦੇ ਹਾਂ, ਜਿਹੜੀ ਗੱਲ ਕਰਨ ਵਾਲੇ ਉਹ ਕਰਦੇ ਆ। ਕੀ ਸਾਨੂੰ ਰੋਕਦੇ ਆ? ਨਹੀਂ ਰੋਕਦੇ। ਜਦ ਤੁਸੀਂ ਸਹੀ ਗੱਲ ਕਰਨੀ ਆ, ਸਹੀ ਨੂੰ ਕੋਈ ਨਹੀਂ ਰੋਕਦਾ। ਸੋ ਧਾਲੀਵਾਲ ਸਾਹਿਬ, ਕੀ ਇਹ ਗੱਲ ਵੱਡੀ ਹੈ ਇਹਨਾਂ ਦੇ ਮਨ ਦੇ ਵਿੱਚ, ਜਿਹੜੇ ਸਾਡੇ ਭਾਈਚਾਰੇ ਦੇ ਵਿੱਚੋਂ ਨੇ, ਜਿਹੜਾ VVIP ਟ੍ਰਿਪ ਹੈ, ਗਨਮੈਨ ਲੈ ਕੇ ਤੇ ਸਿਕਿਉਰਿਟੀ ਮੂਹਰੇ, ਗੱਡੀ ਪਿੱਛੇ ਗੱਡੀ, ਲੰਬੇ ਕੋਟ, ਗਲ 'ਚ ਮਫਲਰ। ਅਸੀਂ CM ਸਾਹਿਬ ਨਾਲ ਖੜੇ ਆ, ਮਿਨਿਸਟਰ ਨਾਲ ਖੜੇ ਆ, ਅਸੀਂ SGPC ਦੇ ਮੈਂਬਰ ਨਾਲ ਖੜੇ ਆ। ਇਹ ਤੰਗੀ ਇਹ ਵੀ ਆ ਵੀ ਤਾਂ ਨਹੀਂ ਲਿਖਦੇ ਜੀ ਚਿੱਠੀ। ਦੇਖੋ, ਕੋਈ ਵੀ ਜਿਹੜੀਆਂ ਪਰਸਨਲ ਗੱਲਾਂ ਜਾਂ ਆਮ ਤੌਰ ਤੇ ਹੁੰਦਾ, ਨਾਰਮਲੀ ਕੀ ਹੈ, ਤੁਹਾਡੀ ਪ੍ਰੋਫੈਸ਼ਨਲ ਜਿਹੜੀ ਡਿਵੈਲਪਮੈਂਟ ਹੈ ਉਸ ਨੂੰ ਕੋਈ ਚੀਜ਼ ਇੰਪੀਡ ਕਰਦੀ ਹੈ, ਜਾਂ ਤੁਹਾਡਾ ਕੋਈ ਪਰਸਨਲ ਇੰਟਰਸਟ ਹੈਗਾ ਕਿਸੇ ਚੀਜ਼ ਦੇ ਵਿੱਚ, ਉਸ ਨੂੰ ਜਦੋਂ ਇਹ ਇੰਪੀਡ ਕਰਦੀ ਹੈ ਤਾਂ ਉਹ ਤੁਹਾਨੂੰ ਉਹ ਕੰਮ ਕਰਨ ਤੋਂ ਰੋਕਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ। ਠੀਕ ਹੈ। ਤੇ ਉਹ ਆਪਾਂ ਹੁਣ ਅਲੱਗ-ਅਲੱਗ ਗੱਲਾਂ ਆਪਾਂ ਨਾ ਇਸ ਵਕਤ ਕਰੀਏ ਡਿਸਕਸ, ਕਿ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਉਹ ਜ਼ਿਆਦਾ ਆਪਾਂ ਜਿਹੜੀ ਉਹ ਗੱਲ ਹੈਗੀ ਉਹਦੇ ਉੱਤੇ ਆਪਾਂ ਫੋਕਸ ਕਰੀਏ। ਇੱਕ ਮੈਨੂੰ ਯਾਦ ਆ ਗਿਆ ਜਿਸਲਾ ਭਗਵੰਤ ਮਾਨ ਨੇ ਕਿਤੇ ਕਿਹਾ ਸੀਗਾ, ਉਹ ਜਿਹੜਾ ਭੂਗੋਲ ਦਾ ਟੀਚਰ ਸੀ ਉਹਨਾਂ ਨੂੰ ਪੜ੍ਹਾਉਣ ਲੱਗ ਗਿਆ, ਵੀ ਯੂਨੀਵਰਸ ਬਾਰੇ ਦੱਸਣ ਲੱਗ ਗਏ ਵੀ ਆਹ ਪਲੈਨਟ ਇੱਥੇ ਆ, ਇੱਥੇ ਆ, ਇੱਥੇ ਆ। ਕਹਿੰਦਾ ਵੀ ਮਾਸਟਰ ਜੀ ਆਪਾਂ ਘਸਵਾਨ ਜਿਹਾ ਜ਼ਿਆਦਾ ਪਾ ਲਿਆ, ਲੱਗਦਾ ਵੀ ਆਪਾਂ ਤਾਂ ਇਸ ਵਿੱਚ ਨਹੀਂ ਜਾਣਾ ਹੁਣ। ਸੋ ਮੈਂ ਸੋਚਦਾ ਵੀ ਆਪਾਂ ਥੋੜਾ ਜਿਹਾ ਫੋਕਸ ਰੱਖੀਏ, ਪਰ ਇਹਨਾਂ ਟੌਪਿਕ ਉੱਤੇ ਬੇਬਾਤ ਹੋ ਕੇ ਗੱਲ ਕਰਨੀ ਹੋਵੇ ਆਪਾਂ ਕਿਸੇ ਦਿਨ ਫੇਰ ਵੀ ਕਰ ਸਕਦੇ ਹਾਂ, ਕਿਉਂਕਿ ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ ਹੈ। ਪਰ ਤੁਹਾਡੀ ਗੱਲ ਬਿਲਕੁਲ ਸਹੀ ਹੈ, ਆਪਣੀਆਂ ਪਰਸਨਲ ਜਿਹੜੀਆਂ ਗੱਲਾਂ ਤੋਂ ਡਰਦੇ ਹੋਏ ਵੀ ਜਿਵੇਂ ਆਹ ਕਰਤਾ ਮੈਨੂੰ ਆਹ ਨਹੀਂ ਮਿਲਣਾ, ਜਿਵੇਂ ਹੁਣ ਮੈਂ ਇੱਥੇ ਜੇ ਕੋਈ ਇਹ ਚੀਜ਼ ਦਿਮਾਗ 'ਚ ਰੱਖ ਕੇ ਗੱਲ ਕਰਾਂ, ਜਿਵੇਂ ਅੱਜ ਆਹ ਗੱਲ ਕਹਿਤੀ ਤੇ ਮੈਨੂੰ ਐ ਹੋ ਜੂ, ਜੇ ਆਹ ਗੱਲ ਕਹਿਤੀ ਤਾਂ ਐ ਹੋ ਜੂ, ਤਾਂ ਉਹਦੇ ਨਾਲ ਫਿਰ ਇਹ ਵੀ ਤੁਹਾਡੇ ਜਿਹੜਾ ਕੰਮ ਕਰਨ ਦੇ ਵਿੱਚ ਉਹ ਰੁਕਾਵਟ ਪੈਦਾ ਕਰਦਾ, ਜਿਹੜੇ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਦੇ ਵਿੱਚ ਰੁਕਾਵਟ ਪੈਦਾ ਕਰਦੀਆਂ ਉਹ ਚੀਜ਼ਾਂ। ਸਾਡਾ ਇਹ ਕੁਦਰਤੀ ਇਸ ਤਰ੍ਹਾਂ ਰਿਹਾ ਹੈਗਾ, ਇੱਥੇ ਜਿੰਨੇ ਵੀ ਸਾਡੇ ਲੀਡਰ ਮੈਂ ਇੱਥੇ ਦੇਖੇ ਨੇ ਬੰਦੇ, ਕਈ ਵਾਰੀ 12-12, 13-13 ਸਾਲ MLA ਵਗੈਰਾ ਰਹਿ ਚੁੱਕੇ ਨੇ, ਮਿਨਿਸਟਰ ਵੀ ਰਹਿ ਚੁੱਕੇ ਨੇ,
ਜਦੋਂ ਹਾਰ ਜਾਂਦੇ ਇੰਨਾ ਖੁਸ਼ ਹੋ ਜਾਂਦੇ ਆ ਕਿ ਉਹ ਮੁੜ ਕੇ ਬਾਹਰ ਨਹੀਂ ਨਿਕਲਦੇ ਹੈਨਾ। ਉਹ ਕੋਈ ਗੱਲ ਨਹੀਂ ਕਰਦੇ, ਜਿਵੇਂ ਐਂ ਲੱਗਦਾ ਵੀ ਉਹਨਾਂ ਦੀ ਜਿਹੜੀ ਭੁੱਖ ਆ ਉਹ ਬਿਲਕੁਲ ਖਤਮ ਹੋ ਗਈ ਤੇ ਉਹਨਾਂ ਨੂੰ ਕੋਈ ਲੋੜ ਨਹੀਂ ਆ, ਲੱਗਦਾ ਹੁਣ ਆਪਾਂ ਹੀ ਕਰਨਾ ਜਾ ਕੇ। ਉਹ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਨੇ ਉਹ ਹੁੰਦੇ ਵੀ ਉਹ ਇੱਕ ਵਾਰੀ ਜੇ ਸਪੋਜ਼ ਕਰ ਲਓ ਵੀ ਤੁਹਾਡੀ ਕਿਤੇ ਹਸਪੀਟਲ ਦੇ ਬੋਰਡ ਉੱਤੇ ਤੁਹਾਡੀ ਅਪਾਇੰਟਮੈਂਟ ਹੋ ਗਈ, ਜੇ ਤੁਸੀਂ ਉੱਥੇ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਲੱਗ ਗਏ, ਲੋਕਾਂ ਦੇ ਵਾਚਡੌਗ ਬਣ ਗਏ, ਤਾਂ ਤੁਸੀਂ ਉਹ ਜਿਹੜਾ ਐਸਟੈਬਲਿਸ਼ਮੈਂਟ ਹੈ, ਇੱਥੇ ਐਸਟੈਬਲਿਸ਼ਮੈਂਟ ਹੈ ਜਿਵੇਂ ਕੋਈ ਵੀ ਜਿਹੜੀ ਐਸਟੈਬਲਿਸ਼ਮੈਂਟ ਹੈ ਭਾਵੇਂ USA ਜਾਂ ਇੰਡੀਆ ਦੇ ਇੱਥੇ ਹੈ, ਤੁਸੀਂ ਜਦੋਂ ਐਸਟੈਬਲਿਸ਼ਮੈਂਟ ਦੇ ਨਾਲ ਚੱਲ ਕੇ ਨਾਲ ਰਲ ਕੇ ਚੱਲਦੇ ਹੋ ਤਾਂ ਤੁਹਾਡੀ ਜਿਹੜੀ ਡਿਵੈਲਪਮੈਂਟ ਜਿਹੜੀ ਹੁੰਦੀ ਹੈ ਪ੍ਰੋਫੈਸ਼ਨਲ ਉਹ ਇੱਕ ਡਿਫਾਈਨ ਹੋ ਜਾਂਦੀ ਹੈ। ਤੁਹਾਨੂੰ ਪਤਾ ਲੱਗਦਾ ਮੈਂ 5 ਸਾਲ ਇੱਥੇ ਪਹੁੰਚ ਜਾਊਗਾ, 10 ਸਾਲ ਇੱਥੇ ਪਹੁੰਚ ਜਾਊਗਾ। ਜਿਹੜਾ ਬੰਦਾ ਐਸਟੈਬਲਿਸ਼ਮੈਂਟ ਦੇ ਨਾਲ ਨਹੀਂ ਰਲ ਕੇ ਚੱਲਦਾ, ਲੋਕਾਂ ਦੀ ਨੁਮਾਇੰਦਗੀ ਕਰਕੇ ਚੱਲਦਾ, ਉਹਨੂੰ ਇਸ ਤਰ੍ਹਾਂ ਪਤਾ ਨਹੀਂ ਲੱਗਦਾ, ਉਹਦਾ ਫਿਊਚਰ ਬੜਾ ਅਨਸਰਟਨ ਹੁੰਦਾ। ਉਹ ਇਹਦਾ ਮਤਲਬ ਹੈ ਕਿ ਉਹ ਆਪਣੇ ਫਿਊਚਰ ਵਾਸਤੇ ਜਾਂਦੇ ਨੇ, ਉਹ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਨਹੀਂ ਜਾਂਦੇ। ਉਹ ਲੋਕਾਂ ਦੇ ਵਾਚਡਾਗ ਬਣਨ ਦੀ ਬਜਾਏ ਜਿਹੜੇ ਉਹਨਾਂ ਦੇ ਮਾਸਟਰ ਨੇ ਉਹਨਾਂ ਦੇ ਲੈਪਟਾਪ ਬਣ ਜਾਂਦੇ। तो फिर इस करके वो रिप्रजेंट नहीं वो कर सकते। ਇਹ ਉਹ ਨਿਸ਼ਾਨੀ ਹੈ ਸਾਡੀ ਆਪਣੀ ਕਿ ਜਿਹੜੀਆਂ ਸਾਡੀਆਂ ਗਲਤੀਆਂ ਜਿਵੇਂ ਇੰਡੀਆ ਦੇ ਵਿੱਚ ਲਾ ਲਓ ਜਿਹੜੇ ਇਹੋ ਜਿਹੇ ਲੀਡਰ ਬਣਾਏ ਹੋਏ ਨੇ ਆਪਾਂ ਜਿਨ੍ਹਾਂ ਨੇ ਇੰਡੀਆ ਦਾ ਪੱਠਾ ਹੀ ਬਿਠਾ ਦਿੱਤਾ ਸਾਰੀ ਚੀਜ਼ਾਂ ਦਾ। ਇਸੇ ਤਰ੍ਹਾਂ ਹੀ ਤੁਸੀਂ ਦੇਖ ਲਓ ਅੱਜ ਤੋਂ ਮੈਂ 41 ਸਾਲ ਮੈਨੂੰ ਇੱਥੇ ਆਏ ਨੂੰ ਹੋ ਗਏ ਨੇ ਤੇ ਜਿਹੜੀਆਂ ਇੱਥੇ ਚੇਂਜਸ ਆਈਆਂ ਨੇ ਉਹ ਚੇਂਜਸ ਕਿਉਂ ਆਈਆਂ ਨੇ, ਕਿਹੜੇ ਕਾਰਨਾਂ ਕਰਕੇ ਆਈਆਂ ਨੇ, ਕਿੰਨੇ ਕੌਣ ਬੰਦੇ ਉਹਨਾਂ ਨੂੰ ਉਹ ਜਿਹੜੀ ਚੇਂਜਸ ਲੈ ਕੇ ਆਏ ਨੇ। ਅਸੀਂ ਇੱਕ ਬਹੁਤ ਹੀ ਕਰਪਟ ਸੁਸਾਇਟੀ ਮਹਾ ਕਰਪਟ ਸੁਸਾਇਟੀ ਚੋਂ ਆ ਕੇ ਇੱਥੇ ਆ ਕੇ ਅਸੀਂ 50 ਸਾਲ 60 ਸਾਲ ਪਹਿਲਾਂ ਜਿਹੜਾ ਇਹਨਾਂ ਦਾ ਡਿਵੈਲਪਮੈਂਟ ਕੀਤੀ ਹੋਈ ਹੈ ਉਹਨੂੰ 100 150 ਸਾਲ 200 ਸਾਲ ਲੱਗੇ ਨੇ। ਅਸੀਂ ਆਪਣਾ ਸਾਈਫਨ ਵਾਂਗੂ ਵਿੱਚ ਕੁੰਡੀ ਫਸਾ ਕੇ ਤੇ ਅਸੀਂ ਉਹਨੂੰ ਜ਼ਿਆਦਾ ਉਹਦਾ ਫਾਇਦਾ ਉਦੋਂ ਹੀ ਹੋਣ ਲੱਗ ਜਾਂਦਾ। ਸੋ ਪਰ ਅਸੀਂ ਕੀ ਕਰਦੇ ਹਾਂ ਫਿਰ ਉਹ ਆਪਣੇ ਜਿੱਥੇ ਆਉਂਦੇ ਨੇ ਉਹ ਉੱਥੋਂ ਦੀ ਜਿਹੜੀਆਂ ਆਦਤਾਂ ਉਤਾਂ ਦੇ ਨਾਲ ਅਸੀਂ ਵੀ ਇਹ ਸਿਸਟਮ ਜਿਹੜਾ ਹੌਲੀ 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 ਇੱਕ ਦੂਜੇ ਪਾਸੇ ਨੂੰ ਲੈ ਕੇ ਜਾ ਰਹੇ ਆ। ਉਹ ਜੇ ਤੁਸੀਂ ਇਹੋ ਜਿਹੀ ਗੱਲ ਕਰਦੇ ਹੋ ਤਾਂ ਲੋਕੀ ਤੁਹਾਨੂੰ ਜਿਹੜੇ ਆਪਣੇ ਬੰਦੇ ਨੇ ਉਹ ਡਿਫੈਂਡ ਕਰਦੇ ਇਸ ਕਰਕੇ ਥੋੜੇ ਜਿਹਾ ਅਟੈਕ ਕਰਦੇ ਸਾਰਾ ਇਹ ਆਪਣੇ ਨੂੰ ਗੋਰਾ ਸਮਝਦਾ ਹਨਾ। ਸੋ ਜਾਨੀ ਇਹ ਗੱਲ ਚੰਗੀ ਗੱਲ ਹੈ। ਅਸੀਂ ਇਹਨਾਂ ਦੇ ਮੁਲਕਾਂ ਦੇ ਵਿੱਚ ਆਏ ਤੇ ਇਸ ਕਰਕੇ ਹੀ ਹੈ ਨਾ ਕਿਉਂਕਿ ਇੱਥੇ ਕਿਰਤ ਦਾ ਰਿਵਾਰਡ ਦੇ ਨਾਲ ਜਿਹੜਾ ਰਿਲੇਸ਼ਨ ਹੈ ਮੇਨਟੇਨ ਹੈ। ਜਿਹੜਾ ਬੰਦਾ ਜਿੰਨੀ ਮਿਹਨਤ ਕਰੂਗਾ ਜਿੰਨੇ ਘੱਟ ਜ਼ਿਆਦਾ ਕੰਮ ਕਰੂਗਾ ਉਹਨੂੰ ਉਹਨੂੰ ਆਪਾਂ ਮਿਹਨਤ ਨਹੀਂ ਕਰਕੇ ਰੱਖੀ ਉਸ ਤਰ੍ਹਾਂ। ਸੋ ਇੰਡੀਆ ਦੇ ਵਿੱਚ ਇਹ ਹੈ ਵੀ ਉਸੇ ਪਾਸੇ ਦੂਜੇ ਹੋ ਗਿਆ ਵੀ ਰਿਵਾਰਡ ਦਾ ਕਿਰਤ ਨਾਲ ਕੋਈ ਰਿਲੇਸ਼ਨ ਨਹੀਂ ਹੈ। ਜਿਹੜਾ ਬੰਦਾ ਜ਼ਿਆਦਾ ਕੰਮ ਕਰਦਾ ਭੁੱਖਾ ਮਰਦਾ, ਜਿਹੜਾ ਬੰਦਾ ਜ਼ਿਆਦਾ ਠੱਗੀ ਕਰਦਾ ਉਹ ਬੰਦਾ ਐਸ਼ ਕਰਦਾ। ਸੋ ਇਸ ਕਰਕੇ ਜਿਹੜਾ ਸਾਨੂੰ ਇੱਥੇ ਹੈ ਵੀ ਜਿਹੜੇ ਲੀਡਰ ਵੀ ਚੁਣਨੇ ਆ ਚੰਗੀ ਤਰ੍ਹਾਂ ਅਸੀਂ ਸੋਚ ਕੇ ਚੁਣੋ। ਜੇ ਅਸੀਂ ਮੇਨਟੇਨ ਕਰਕੇ ਰੱਖਣਾ ਇਹਨੂੰ ਜਿਹੜੇ ਕਾਰਨਾਂ ਕਰਕੇ ਆਏ ਆ ਉਹਨਾਂ ਕਾਰਨਾਂ ਨੂੰ ਜੇ ਅਸੀਂ ਬਰਕਰਾਰ ਰੱਖਣਾ ਤਾਂ ਸਾਨੂੰ ਚੰਗੇ ਲੀਡਰ ਚੁਣਨੇ ਪੈਣਗੇ। ਉਹ ਲੀਡਰ ਚੁਣਨੇ ਪੈਣਗੇ ਜਿਹੜੀਆਂ ਸਾਡੀਆਂ ਭਾਵਨਾਵਾਂ ਨੂੰ ਸਮਝਦੇ ਨੇ, ਸਾਡੀਆਂ ਭਾਵਨਾਵਾਂ ਨੂੰ ਰਿਪਰੈਜ਼ੈਂਟ ਕਰਦੇ ਨੇ, ਚੰਗੀਆਂ ਭਾਵਨਾਵਾਂ ਨੂੰ, ਸਾਡੀਆਂ ਠੱਗੀ ਕਰਨ ਵਾਲੀਆਂ ਨਹੀਂ ਨੂੰ। ਕਿਉਂਕਿ ਮੈਂ ਜਦੋਂ ਜੱਜ ਵੀ ਸੀਗਾ ਇਹ ਨਹੀਂ ਸੀਗਾ ਵੀ ਮੈਨੂੰ ਵੀ ਮੈਂ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਇਲੈਕਟਡ ਰਿਪਰੈਜ਼ੈਂਟੇਟਿਵ ਨੇ ਮੈਨੂੰ ਫੋਨ ਕੀਤਾ ਕਹਿੰਦਾ ਭਾਜੀ ਐਂ ਕਰਕੇ ਫਲਾਣੇ ਬੰਦੇ ਤੁਹਾਡੇ ਕੋਲ ਹੀਰਿੰਗ ਲੱਗੀ ਹੋਈ ਹੈ। ਮੈਂ ਕਿਹਾ ਵੀ ਆਰ ਯੂ ਟ੍ਰਾਈਂਗ ਟੂ ਟੈਲ ਮੀ ਹਾਊ ਟੂ ਡੂ ਮਾਈ ਜੌਬ ਹੈਨਾ। ਹੁਣ ਜੇ ਤਾਂ ਮੈਂ ਐਮਪੀ ਦੀਆਂ ਤਲੀਆਂ ਚੱਟ ਕੇ ਉਹਦੇ ਲੱਗਿਆ ਹੁੰਦਾ ਫਿਰ ਤਾਂ ਜਿਵੇਂ ਹੁੰਦਾ ਨਾ ਜੇ ਕਿਸੇ ਨੂੰ ਵਿਆਹ ਦੇ ਵਿੱਚ ਸਕੂਟਰ ਮਿਲਿਆ ਹੋਇਆ ਫਿਰ ਤਾਂ ਤੁਹਾਡੇ ਸਹੁਰਿਆਂ ਨੇ ਤੁਹਾਨੂੰ ਮਤਲਬ ਹੇਠ ਤਾਂ ਕਰਨਾ ਹੀ ਕਰਨਾ, ਤੁਹਾਨੂੰ ਲੋਕਾਂ ਦੇ ਵਿੱਚ ਟਿਚਣਾ ਕਰਨੀ ਹੈ। ਪਰ ਜਦ ਤੁਸੀਂ ਆਪਦੀ ਮਿਹਨਤ ਨਾਲ ਲਿਆ ਹੋਇਆ ਠੋਕ ਕੇ ਲਿਆ ਹੋਇਆ ਤੁਸੀਂ ਤੁਹਾਨੂੰ ਜਿਹੜੀ ਝੋਲੀ 'ਚ ਪਾਇਆ ਹੋਇਆ ਤੁਸੀਂ ਕੋਈ ਕਿਸੇ ਦੀ ਮਿਹਨਤ ਕਰਕੇ ਤੁਸੀਂ ਆਪਣੇ ਆਪ ਨੂੰ ਕੰਪਰੋਮਾਈਜ਼ਿੰਗ ਸਿਚੁਏਸ਼ਨ ਦੇ ਵਿੱਚ ਕਰਕੇ ਨਹੀਂ ਪਾਇਆ ਹੋਇਆ ਉਹ ਲਈ ਕੀ ਲਈ ਤੁਸੀਂ ਉਹਨੂੰ ਠੋਕ। ਮੈਂ ਕਿਹਾ ਮੈਨੂੰ ਆਪਣੇ PM ਆਫਿਸ ਨੇ ਸਾਰੀ ਕੈਬਨਿਟ ਦੀ ਰਿਕਮੈਂਡੇਸ਼ਨ ਦੇ ਨਾਲ ਜੱਜ ਲਾਇਆ। ਉਹ ਤੁਸੀਂ ਤਾਂ ਹੁਣ ਮੈਨੂੰ ਫੋਨ ਵੀ ਕਰਤਾ, ਉਹਨਾਂ ਦੇ ਬੰਦਿਆਂ ਦੀ ਹਿੰਮਤ ਨਹੀਂ ਹੈ ਵੀ ਮੈਨੂੰ ਫੋਨ ਕਰ ਦੇਣਗੇ ਮੇਰੇ ਆਫਿਸ ਦੇ ਵਿੱਚ ਹਨਾ। ਹੁਣ ਤਾਂ ਹੈਲ ਲੱਗ ਯੂ ਕਾਲ ਮੀ। ਇਸ ਕਰਕੇ ਜਿਹੜਾ ਹੁਣ ਉਹ ਬੰਦਾ ਮੈਂ ਲਾਸਟ ਥਿੰਗ ਆਈ ਵਾਂਟਡ ਟੂ ਹੈਵ ਟੂ ਮਾਈ ਮੇਰੇ ਨਾਮ ਨੂੰ ਉਹ ਧੱਬਾ ਲੱਗੇ ਕਿ ਦੁਨੀਆ ਉਹ ਬੰਦਾ ਸਾਨੂੰ ਕਹਿੰਦਾ ਇਹਨੂੰ ਅਸੀਂ ਤਾਂ ਸਾਰਿਆਂ ਨੂੰ ਲਾਇਆ ਜੱਜ ਤੇ ਅਸੀਂ ਮੈਂ ਤੇ ਇਹ ਕਿਉਂ ਨਹੀਂ ਕਰੂਗਾ ਕੰਮ, ਆਪਣਾ ਕੰਮ ਕਰੂਗਾ ਹਨਾ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਸ਼ੁਡ ਅਵੋਇਡ ਦੈਟ। ਜਿਹੜੇ ਚੰਗੇ ਬੰਦੇ ਆਉਣਗੇ ਉਹ ਖੜਨਗੇ ਤੁਹਾਡੇ ਵਾਸਤੇ, ਉਹ ਤੁਹਾਡੇ ਚੰਗੀਆਂ ਗੱਲਾਂ ਵਾਸਤੇ ਖੜਨਗੇ। ਜਿਹੜੇ ਮਾੜੇ ਬੰਦੇ ਹੋਣਗੇ ਉਹ ਤੁਹਾਨੂੰ ਯਾਨੀ ਬੈਕਡੋਰ ਵਿੱਚ ਦੀ ਮਾੜੀਆਂ ਗੱਲਾਂ ਰੱਖੇ ਆਪਣਾ ਗਾਂਧੀਆਂ ਟੁੱਕੇ ਮਾਰ ਕੇ ਚਲੇ ਜਾਣਗੇ। ਉਹ ਤੁਹਾਡੀ ਕਦੇ ਕੋਈ ਰਿਪਰੈਜ਼ੈਂਟੇਸ਼ਨ ਕਰ ਨਹੀਂ ਸਕਦੇ। ਤੇ ਇਸ ਕਰਕੇ ਬੜੀ ਇਹ ਧਿਆਨ ਨਾਲ ਸੋਚਣ ਵਾਲੀ ਗੱਲ ਹੈ। ਤੇ ਅਸੀਂ ਲਾਲਾ ਕਰਦੇ ਕਦੇ ਮੈਨੂੰ ਯਾਦ ਹੈ ਤੁਹਾਡੇ ਤੋਂ NDP ਦੀ ਜਦੋਂ ਸੀਗੀ ਲੀਡਰਸ਼ਿਪ ਹੋਈ ਸੀ ਆਪਣਾ ਪਹਿਲਾ ਜਿਹੜਾ ਬਣਿਆ ਸੀਗਾ CMC ਉਹਨਾਂ ਦਾ ਸਾਰੀ ਟੱਬਰ ਸਾਰੇ ਆਪਣੇ ਕੈਨੇਡਾ ਦੇ ਵਿੱਚ ਹੀ ਪੈਸੇ ਇਕੱਠੇ ਕਰਦੇ ਤੁਰੇ ਫਿਰਦੇ ਨੇ। ਜਿਹੜਾ ਬੰਦਾ ਨਹੀਂ ਵੀ ਜਾਣਦਾ ਉਹ ਵੀ NDP ਦਾ ਮੈਂਬਰ ਜਿਹੜਾ ਉਹ ਵੀ ਜਾਂਦਾ। ਇਹਨੂੰ
ਸੋ that kind of ਜਿਹੜਾ ਹੈਗਾ ਐਟੀਟਿਊਡ ਹੈ ਉਹ ਸਾਨੂੰ ਫਿਰ ਨਾ ਜਿਹੜੀ ਇੱਥੋਂ ਦੀ ਮੇਨ ਸਟ੍ਰੀਮ ਚੰਗੀ ਜਿਹੜੇ ਲੋਕ ਨੇ ਚੰਗੀ ਸੋਚ ਹੈ ਉਹ ਤੋਂ ਦੂਰ ਧੱਕਦਾ ਹੈ ਨਾ। ਤੇ ਇਸ ਕਰਕੇ ਉਹ ਫਿਰ ਜਦੋਂ ਅਸੀਂ ਬੈਠੇ ਆਪਦੇ ਫੈਮਿਲੀ ਰੂਮ 'ਚ ਗੱਲਾਂ ਕਰਦੇ ਆ ਕਿਸੇ ਦੀਆਂ ਤੇ ਉਹ ਵੀ ਸਾਡੀਆਂ ਇਸ ਤਰ੍ਹਾਂ ਗੱਲਾਂ ਕਰਦੇ ਵੀ ਇਹ ਯਾਰ ਇਹ ਨਾ ਇਹ ਬੰਦੇ ਐਂ ਕਰਦੇ ਆ ਇਹ ਬੰਦੇ ਐਂ ਕਰਦੇ ਆ ਤੇ ਇਹੋ ਜਿਹਾ ਇੰਪ੍ਰੈਸ਼ਨ ਜਿਹੜਾ ਆ ਪੈਂਦਾ ਜਦੋਂ ਅਸੀਂ ਆਪਣੀਆਂ ਗਲਤ ਜਿਹੜੀਆਂ ਗੱਲਾਂ ਕਰਦੇ ਆ। ਅਸੀਂ ਚੰਗੇ ਕੰਮ ਕਰਕੇ ਚੰਗੀਆਂ ਜਿਹੜੀ ਪੋਸਟਾਂ ਲੈਂਦੇ ਆ ਚੰਗੇ MP ਬਣਾਂਗੇ ਚੰਗੇ MLA ਬਣਾਂਗੇ ਉਹ ਤਾਂ ਹੀ ਹੋਣਗੇ ਜੇ ਤੁਸੀਂ ਚੰਗੇ ਬੰਦਿਆਂ ਨੂੰ ਸਪੋਰਟ ਕਰੋਗੇ। ਅਦਰਵਾਈਜ਼ ਤਾਂ ਇਹ ਵੀ ਸਾਨੂੰ ਇਸੇ ਤਰ੍ਹਾਂ ਇਹ ਚੱਕਰ ਚੱਲੀ ਜਾਣਾ। ਪਰ ਇਸ ਵਕਤ ਜਿਹੜੀ ਮੇਰਾ ਫੋਕਸ ਇਹੀ ਹੈ ਵੀ ਇਹਨਾਂ ਬੰਦਿਆਂ ਦੀ ਅਸੀਂ ਮਿਹਨਤ ਕਰਕੇ ਵੀ ਕਰਾ ਲਈਏ। ਮੈਨੂੰ ਆਪਣੇ ਜਿਹੜੇ ਭਾਈ ਭਤੀਜੇ ਭੈਣ ਭਰਾ ਉੱਥੇ ਬੈਠੇ ਨੇ ਸਾਡੇ ਆਪਣੇ ਉੱਥੇ ਦਿੱਲੀ ਦੇ ਦਰਵਾਜ਼ੇ ਤੇ ਇਹਨਾਂ ਦੀ ਮਿਹਨਤ ਕਰਕੇ ਵੀ ਹੋ ਜਾਏ ਆਈ ਐਮ ਹੈਪੀ ਵਿਦ ਦੈਟ। ਸੋ ਇਸ ਕਰਕੇ ਕੋਈ ਐਸੀ ਗੱਲ ਨਹੀਂ ਹੈ ਕਿਉਂਕਿ ਸਾਡਾ ਜਿਹੜਾ ਮੈਂ ਈਵਨ ਹਾਈ ਕਮਿਸ਼ਨ ਦੇ ਆਫਿਸ ਵੀ ਇੱਥੇ ਗਿਆ ਹਾਲਾਂਕਿ ਮੇਰਾ ਕੋਈ ਬਣਦਾ ਨਹੀਂ ਹੈ ਮੇਰੇ ਕੋਲ ਕੋਈ ਰੁਤਬਾ ਨਹੀਂ ਹੈ ਕੁਛ ਨਹੀਂ ਹੈ ਪਰ ਮੈਂ ਉਹਨਾਂ ਦੇ ਕੋਲੇ ਜਾ ਕੇ 50 ਮਿੰਟ ਦੀ ਮੀਟਿੰਗ ਕੀਤੀ 50 ਮਿੰਟ ਦੀ ਮੈਨੇ ਉਹਨੂੰ ਦੱਸ ਕੇ ਕੀਤੀ ਕਿ ਮੈਂ ਆਹ 2 ਕੰਮ ਕਰਨਾ ਆਇਆ ਤੁਹਾਡੇ ਕੋਲੇ। ਇੱਕ ਤਾਂ ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਪੋਰਟਲ ਖੋਲਣਾ ਆ। ਇਹ ਕੈਨੇਡਾ ਇੰਡੀਆ ਫਾਊਂਡੇਸ਼ਨ ਹੈ ਇਹ BJP ਦੀ ਲੋਡਡ ਹੈਗੀ ਹੈ। ਇਹ ਇਸ ਵਕਤ ਜਿਹੜਾ ਕਿਸਾਨਾਂ ਦੇ ਉਲਟ ਜਿਹੜਾ ਇੱਥੇ ਪ੍ਰਚਾਰ ਕਰ ਰਹੀ ਹੈ ਜਦੋਂ ਕੋਈ ਰੇਡੀਓ ਤੇ ਮੇਰੇ ਵਰਗਾ ਜਾਂਦਾ ਤਾਂ ਉਹਨੂੰ ਉਹ ਕਟਾਸ਼ ਕਰਦੇ ਨੇ। ਤੇ ਦੂਸਰਾ ਇਹ ਹੈ ਵੀ ਜਿਹੜੇ ਸਾਡੇ ਲੋਕ ਨੇ ਇਹਨਾਂ ਦੀ ਭਾਵਨਾ ਇਹ ਹੈ ਕਿ ਜਿਹੜਾ ਇਹ ਮਾਮਲਾ ਹੈਗਾ ਇਸ ਨੂੰ ਚੰਗੇ ਤਰੀਕੇ ਨਾਲ ਨਜਿੱਠਿਆ ਜਾਵੇ ਇਹ ਲੋਕਾਂ ਦੀ ਸੇਫਟੀ ਦਾ ਤੇ ਉਹਨਾਂ ਦਾ ਹਿਊਮਨ ਰਾਈਟਸ ਦਾ ਖਿਆਲ ਕੀਤਾ ਜਾਵੇ। ਐਂਡ ਮੈਂ ਉਹਨੂੰ ਦੱਸਿਆ ਮੈਂ ਇਸ ਕਰਕੇ ਨਹੀਂ ਆਇਆ ਵੀ ਮੈਂ ਹੀ ਕੋਈ ਚੱਲਦੀ ਹੈ ਜਾਂ ਕਿਵੇਂ ਆ ਮੈਂ ਉਸ ਧਰਤੀ ਨਾਲ ਜੁੜਿਆ ਹੋਇਆ। ਅਸੀਂ ਉੱਥੋਂ ਤੁਸੀਂ ਇਹ ਸੋਚਦੇ ਵੀ ਇਹ ਤਾਂ 40 ਸਾਲ ਹੋ ਗਏ ਵੀ ਇਹਦੀ ਬੰਦੇ ਦੀ ਕੀ ਫੀਲਿੰਗ ਆ ਤੇ ਮੈਂ ਉਹਨਾਂ ਨੂੰ ਮੈਂ ਇਹ ਪਿਛਲੇ 4-5 ਦਿਨਾਂ ਦੇ ਵਿੱਚ ਕਈ ਥਾਵਾਂ ਤੇ ਇਹ ਗੱਲ ਕਹੀ ਹੈ। ਇਹ ਮੈਂ ਗੱਲ ਉਦੋਂ ਲਿਖੀ ਸੀ ਇੱਕ ਜੱਜ ਸੀਗਾ ਉੱਥੇ ਦਿੱਲੀ ਮੈਨੂੰ ਮਿਲਿਆ ਮੇਰੇ ਨਾਲ ਉਹਦੀ ਡਿਸਕਸ਼ਨ ਹੋਣ ਲੱਗ ਗਈ। ਉਹ ਕਹਿੰਦਾ ਜੀ ਤੁਸੀਂ ਤਾਂ ਇੱਥੋਂ ਛੱਡ ਕੇ ਚਲੇ ਗਏ ਤੇ ਅਸੀਂ ਇੱਥੇ ਜਿਹੜੀ ਤੁਸੀਂ ਔਖਿਆਈਆਂ ਨੇ ਅਸੀਂ ਉਹਦੇ ਨਾਲ ਜੂਝਦੇ ਆ। ਗੱਲ ਇੱਥੇ ਪਹੁੰਚ ਗਈ ਉਹਨਾਂ ਨਾਲ ਜੂਝਣਾ ਔਖਾ ਹੈ ਕਿ ਮੁਲਕ ਛੱਡਣਾ ਸੌਖਾ ਹੈ ਮੁਲਕ ਛੱਡਣਾ ਔਖਾ ਹੈ। ਕਦੇ ਕਿਸੇ ਦਾ ਆਪਣਾ ਪਿੰਡ ਛੱਡਣ ਨੂੰ ਦਿਲ ਸੌਖਾ ਨਹੀਂ ਕਰਦਾ। ਯਾਦ ਖੇਤਾਂ ਦੀ ਜਦ ਵੀ ਆ ਜਾਏ ਤਾਂ ਦਿਲ ਹੌਕਾ ਜਿਹਾ ਭਰਦਾ। ਕਦੇ ਕਿਸੇ ਦਾ ਆਪਣੇ ਲੋਕ ਛੱਡਣ ਨੂੰ ਦਿਲ ਸੌਖਾ ਨਹੀਂ ਕਰਦਾ। ਯਾਦ ਹੈ ਮੈਨੂੰ ਜਦ ਉੱਥੇ ਮੈਂ ਕੋਸ਼ਿਸ਼ ਕੁਛ ਚੰਗਾ ਕਰਨੇ ਦੀ ਕੀਤੀ ਸੀ ਅੱਜ ਤੱਕ ਨਹੀਂ ਭੁੱਲਿਆ ਜੋ ਬਦਲੇ ਵਿੱਚ ਮੇਰੇ ਨਾਲ ਬੀਤੀ ਸੀ। ਲੋਕਾਂ ਦੇ ਨਾਲੋਂ ਦੂਰ ਰਹਿਣ ਨਾਲ ਲੋਕਾਂ ਦਾ ਪਿਆਰ ਨਹੀਂ ਮਰਦਾ। ਕਦੇ ਕਿਸੇ ਦਾ ਆਪਣਾ ਪਿੰਡ ਛੱਡਣ ਨੂੰ ਦਿਲ ਸੌਖਾ ਨਹੀਂ ਕਰਦਾ। ਯਾਦ ਹੈ ਮੈਨੂੰ ਵਿੱਚ ਜਹਾਜ਼ ਤੇ ਬੈਠ ਕੇ ਜਦ ਮੈਂ ਸੋਚਾ ਨੂੰ ਥੋੜਾ ਇੰਜ ਵੀ ਸੀ ਲੱਗਿਆ ਮੈਂ ਧੋਖਾ ਦੇ ਗਿਆ ਲੋਕਾਂ ਨੂੰ। ਨਾਲ ਜਹਾਜ਼ ਦੇ ਸੀ ਤਰਦਾ ਆਇਆ ਦਿਲ ਹਿਚਕੀਆਂ ਦੀਆਂ ਭਰਦਾ। ਕਦੇ ਕਿਸੇ ਦਾ ਆਪਣੇ ਖੇਤ ਛੱਡਣ ਨੂੰ ਦਿਲ ਸੌਖਾ ਨਹੀਂ ਕਰਦਾ। ਇਸ ਕਰਕੇ ਅਸੀਂ ਉਸ ਐਂਗਲ ਤੋਂ ਬੋਲਦੇ ਹਾਂ। ਅਸੀਂ ਕੋਈ MP ਬਣਨ ਵਾਸਤੇ ਜਾਂ ਆਪਦੀ ਆਵਾਜ਼ ਸਸਾਉਣ ਵਾਸਤੇ ਜਾਂ ਕੋਈ ਚੌੜ ਦੇ ਵਿੱਚ ਆ ਕੇ ਨਹੀਂ ਬੋਲਦੇ। ਅਸੀਂ ਦਰਦ ਨਾਲ ਬੋਲਦੇ। ਇਟ ਇਜ਼ ਨਾਟ ਦ ਕਰਾਈ ਇਟ ਇਜ਼ ਨਾਟ ਦ ਫੀਵਰ ਆਫ ਦ ਹੈਡ ਇਟ ਇਜ਼ ਦ ਕਰਾਈ ਆਫ ਦ ਹਾਰਟ ਵਿਚ ਗੋਜ਼ ਟੂ ਦ ਹਾਰਟ ਆਫ ਦ ਪੀਪਲ। ਜਿਹੜਾ ਦਿਮਾਗ ਦਾ ਬੁਖਾਰ ਹੈ ਉਹ ਤਾਂ ਤੁਹਾਨੂੰ ਗੋਲੀ ਮਿਲ ਜਾਂਦੀ ਹੈ ਠੀਕ ਹੋ ਜਾਂਦਾ। ਜਿਹੜੀ ਹਾਰਟ ਜਿਹੜੀ ਕਰਾਈ ਹੈ ਨਾ ਉਹ ਦਿਲਾਂ ਨੂੰ ਮਤਲਬ ਟੂਮਣੀ ਚਾਹੀਦੀ ਹੈ। ਚਾਹੁੰਦੇ ਆ ਵੀ ਸਾਨੂੰ ਉਹਨਾਂ ਦੇ ਦਿਲ ਦੀ ਪੁਕਾਰ ਸੁਣਦੀ ਹੈ। ਸਾਡੇ ਦਿਲ ਦੀ ਪੁਕਾਰ ਅਸੀਂ ਚਾਹੁੰਦੇ ਆ ਇੱਕ ਪੇਪਰ ਦੇ ਉੱਤੇ ਇਹ ਬੰਦੇ ਸਾਰੇ ਸਾਈਨ ਕਰਕੇ ਤੇ ਸਾਡੇ ਦਿਲ ਦੀ ਵੀ ਪੁਕਾਰ ਉਹਨਾਂ ਪ੍ਰਤੀ ਕੀ ਹੈ ਉਹ ਪਹੁੰਚਾਉਣ ਵਾਸਤੇ ਜੀ ਸਾਡੀ ਮਦਦ ਕਰ ਸਕਦੇ ਆ। ਐਂਡ ਗॉड ਬਲੈਸ them ਅਦਰਵਾਈਜ਼ ਵੀ ਵਿਲ ਕੀਪ ਔਨ ਟਰਾਈਂਗ। ਮੇਰੀ ਜਿਹੜੀ ਸਟਰੈਂਥ ਹੈ ਜਾਂ ਆਪਣੇ ਲੋਕਾਂ ਦੀ ਜਿਹੜੀ ਸਟਰੈਂਥ ਹੈ ਸਾਡੀ ਕੋਸ਼ਿਸ਼ ਦੇ ਵਿੱਚ ਹੈ ਨਾ ਕਿ ਰਿਜ਼ਲਟ ਦੇ ਵਿੱਚ। ਅੱਛਾ ਅਖੀਰ ਦੇ ਵਿੱਚ ਹੁਣ ਇਹ ਦੱਸੋ ਵੀ ਆਮ ਪਬਲਿਕ ਜਿਹੜੀ ਸੁਣਦੀ ਹੈ ਉਹ ਕੀ ਕਹੇ ਆਪਣੇ ਜਿਹੜੀ ਵੀ ਕੰਸਟੀਚੁਐਂਸੀ ਚੋਂ ਰਹਿੰਦੇ ਆ ਤਾਂ ਆਪਣੇ MP ਨੂੰ MLA ਨੂੰ ਉਹ ਫਿਰ ਕੀ ਕਹਿਣ ਵੀ ਭਾਈ ਹੋ ਕੇ ਇਕੱਠੇ ਲਿਖੋ। ਕੁਛ ਕਹਿ ਤਾਂ ਰਹੇ ਆ ਪਿਛਲੇ ਮਹੀਨੇ ਦੇ ਲੋਕ ਕਹਿੰਦੇ ਆ ਪਰ ਹੁਣ ਕੀ ਕਹਿਣ ਅਸੀਂ ਜੀ ਇਹ ਕਹਿਣ ਉਹਨਾਂ ਨੂੰ। ਦੇਖੋ ਜੇ ਇੱਕ ਕੰਸਟੀਚੁਐਂਸੀ ਦੇ ਵਿੱਚ ਇਹ 1 ਲੱਖ ਵੋਟ ਹੈ ਜੇ ਉੱਥੇ ਉਹਨਾਂ ਨੂੰ 1000 ਫੋਨ ਚਲਾ ਗਿਆ ਨਾ ਜੇ 500 ਫੋਨ ਚਲਾ ਗਿਆ 500 ਈਮੇਲ ਚਲੀ ਗਈ ਐਬਸੋਲੂਟਲੀ ਜਿਹੜਾ ਪੋਲੀਟੀਸ਼ੀਅਨ ਉਦੋਂ ਕੰਮ ਕਰਦਾ ਹੁੰਦਾ ਜਦੋਂ ਜਿਹੜੀ ਉਹਦੇ ਆਫਿਸ ਦੇ ਵਿੱਚ ਭਾਵੇਂ ਉਹਨੂੰ ਗਿਆਨ ਵੀ ਹੈਗਾ ਉਹਨੂੰ ਆਪਾਂ ਈਮੇਲ ਵੀ ਭੇਜੀ ਹੋਈ ਹੈ। ਮੈਂ ਫੋਨ ਵੀ ਕੀਤੇ ਨੇ ਸਾਰਿਆਂ ਨੂੰ ਬੈਠ ਕੇ ਪਰਸਨਲ ਵੌਇਸ ਮੈਸੇਜ ਉਹਨੂੰ ਛੱਡੇ ਨੇ ਸਾਰਿਆਂ ਨੂੰ। ਜਦੋਂ ਉਹ ਕਨਵਰਸੇਸ਼ਨ ਨੇ ਜਦੋਂ ਕਿਤੇ ਜਾਣ ਆਪਣੇ ਸੋਸ਼ਲ ਗੈਦਰਿੰਗ ਜਾਂਦੇ ਨੇ ਉਹ ਕਨਵਰਸੇਸ਼ਨ ਆਪਣੇ ਆਪ ਉਹਨਾਂ ਦੇ ਕੰਨਾਂ 'ਚ ਪੈਣ ਲੱਗ ਜਾਏ ਵੀ ਲੋਕ ਆਹ ਕਹਿੰਦੇ ਨੇ ਫਿਰ ਉਹ ਜ਼ਰੂਰ ਕਰਨਗੇ। ਉਹ ਤਾਂ ਪਏਗੀ ਤੁਸੀਂ ਜਿਹੜੇ ਵੀ ਉਹਨਾਂ ਦੀ ਕੰਸਟੀਚੁਐਂਸੀ ਹੈਗੇ ਹੋ ਉਹ ਤੁਸੀਂ ਉਹਨਾਂ ਦੇ ਆਫਿਸ ਦੇ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਕਹੋ ਕਿ ਐਂ ਕਰਕੇ ਤੁਹਾਡੇ ਕੋਲੇ ਉਹ ਆਏ ਪਏ ਨੇ ਲੈਟਰ। ਸਾਡਾ ਲੈਟਰ ਨਹੀਂ ਵੀ ਲਿਖਣਾ
ਉਹਨਾਂ ਨੇ ਆਪਣਾ ਕੋਈ ਲੈਟਰ ਆਪਣੇ ਆਪ ਹੀ ਆਰਗੇਨਾਈਜ਼ ਕਰਕੇ ਉਹ ਲਿਖ ਦੇਣ ਸਾਡੇ ਵਾਸਤੇ ਤਾਂ ਉਹ ਵੀ ਠੀਕ ਹੈ, ਉਹ ਆਪਣਾ ਕ੍ਰੈਡਿਟ ਲੈ ਜਾਣ ਉਹ ਵੀ ਠੀਕ ਹੈ, ਪਰ ਉਹਨਾਂ ਨੂੰ ਮਜਬੂਰ ਕਰੋ ਕਿ ਇਹ ਜਿਹੜਾ ਅਸੀਂ ਭਾਵਨਾਵਾਂ ਚਾਹੁੰਦੇ ਆ ਇੱਕ ਪ੍ਰੋਪਰ ਤਰੀਕੇ ਨਾਲ ਟਵੀਟ ਕਰਕੇ ਨਹੀਂ, ਫੇਸਬੁੱਕ ਤੇ ਪਾ ਕੇ ਨਹੀਂ, ਉਂਝ ਬਿਆਨ ਦੇ ਕੇ ਨਹੀਂ, ਜਿਹੜਾ ਉਸ ਮੁਲਕ ਦਾ ਜਿਹੜਾ ਉੱਥੇ ਇਹ ਇੰਸੀਡੈਂਟ ਜਿਹੜੀ ਸਿਚੁਏਸ਼ਨ ਹੈਗੀ ਆ ਉਸ ਮੁਲਕ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਇੱਥੇ ਉਹਨਾਂ ਨੂੰ ਲੌਗ ਕਰਕੇ ਉਹਨਾਂ ਨੂੰ ਪ੍ਰੋਪਰ ਯਾਨੀ ਰਿਟਨ ਫਾਰਮ ਦੇ ਵਿੱਚ ਉਹਨਾਂ ਕੋਲ ਇਹ ਜਾਣੀ ਚਾਹੀਦੀ ਹੈ, ਤਾਂ ਉਹਦਾ ਜਿਹੜਾ ਇੰਪੈਕਟ ਹੋਏਗਾ, ਤਾਂ ਉਹਨਾਂ ਲੋਕਾਂ ਨੂੰ ਜਿਹੜਾ ਉਸ ਚੀਜ਼ ਦਾ ਥੋੜਾ ਜਿਹਾ ਰਾਹਤ ਮਿਲਣ ਦੇ ਚਾਂਸਸ ਨੇ, ਤਾਂ ਉਹਨਾਂ ਨੂੰ ਇਹ ਆਪਾਂ ਮਹਿਸੂਸ ਕਰ ਸਕਦੇ ਹਾਂ ਵੀ ਉਹਨਾਂ ਨੂੰ ਆਪਾਂ ਐਸੀ ਇੱਕ ਸਪੋਰਟ ਦੇ ਰਹੇ ਹਾਂ ਕਿ ਉੱਥੇ ਇੱਕ ਪੋਟੈਂਸ਼ੀਅਲ ਜਿਹੜਾ ਹੈਗਾ ਟ੍ਰੈਜਡੀ ਹੋਣ ਤੋਂ ਉਹਨਾਂ ਨੂੰ ਆਪਾਂ ਬਚਾ ਸਕਦੇ ਹਾਂ। ਤੇ ਇਹ ਲੋਕਾਂ ਨੂੰ ਕਰਨਾ ਚਾਹੀਦਾ, ਸਾਰਿਆਂ ਨੂੰ ਆਪਣੇ ਆਪਣੇ ਨੁਮਾਇੰਦਿਆਂ ਨੂੰ, ਭਾਵੇਂ ਕਾਉਂਸਲਰ ਹੋਣ, ਭਾਵੇਂ MLA ਹੋਣ, ਭਾਵੇਂ MP ਹੋਣ, ਉਹਨਾਂ ਨੂੰ ਫੋਨ ਕਰਨੇ ਚਾਹੀਦੇ ਤੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਵੀ ਤੁਸੀਂ ਉਹਦੇ ਉੱਤੇ ਸਾਈਨ ਕਰਕੇ ਤੇ ਸਾਰੇ ਜਣੇ ਇਕੱਠੇ ਆ ਇਹ ਹਾਈ ਕੁਐਸਚਨ ਤੋਂ। ਬਿਲਕੁਲ ਜੀ, ਧੰਨਵਾਦ ਬਾਈ ਜੀ। ਜੇ ਕਿਸੇ ਨੇ ਕੰਟੈਕਟ ਤੁਹਾਡੇ ਨਾਲ ਕਰਨਾ ਹੋਵੇ ਫੇਸਬੁੱਕ ਤੇ ਕਿੱਥੇ ਤੁਹਾਡੇ ਨਾਲ ਕੰਟੈਕਟ ਕਰਨ? ਮੈਂ ਆਪਣੀ ਈਮੇਲ ਦੇ ਦਿੰਦਾ। ਅੱਗੇ ਇੱਕ ਦਿਨ ਮੈਂ ਇੱਥੇ ਰੈਡ FM ਤੇ ਗਿਆ ਸੀ ਤਾਂ ਮੈਨੂੰ ਆਇਆ ਸੀਗਾ ਇੱਕ ਦੋ ਫੋਨ ਆਏ ਨੇ। ਮੇਰੀ ਈਮੇਲ ਹੈਗੀ ਹੈ ਹੈਰੀ ਧਾਲੀਵਾਲ HARRY DHALIWAL 5447@gmail.com हैरी धालीवाल 5447@gmail.com ਤੇ ਮੈਸੇਜ ਭੇਜ ਸਕਦੇ ਹੋ ਤੇ ਫਿਰ ਆਪਾਂ ਉਸ ਤੋਂ ਬਾਅਦ ਗੱਲ ਕਰਦੇ। ਫੋਨ ਨੰਬਰ ਮੈਂ ਉਂਝ ਜਾਣ ਕੇ ਨਹੀਂ ਦਿੰਦਾ ਵੀ ਐਵੇਂ ਕਈ ਵਾਰੀ ਫੋਨ ਨੰਬਰ ਦੀ ਗੱਲ ਨਹੀਂ ਬਣਨੀ, ਪਰ ਮੇਰਾ ਫੇਸਬੁੱਕ ਸਮੇਂ ਦਾ ਵੀ ਫਰਕ ਹੈ ਜੀ, ਸਮੇਂ ਦਾ ਫਰਕ ਹੈ। ਹਾਂ, ਸਮੇਂ ਦਾ ਫਰਕ ਹੈ, ਕਈ ਵਾਰ 7 ਵਜੇ। ਹਾਂ ਬਿਲਕੁਲ। ਥੈਂਕ ਯੂ ਵੈਰੀ ਮਚ ਬ੍ਰਦਰ, ਗॉड ਬਲੈਸ ਯੂ। ਐਂਡ ਕਿਸੇ ਦਿਨ ਫੇਰ ਕੋਈ ਹੋਰ ਗੱਲਬਾਤ ਕਰਨੀ ਹੈ ਫੇਰ ਸਹੀ, ਪਰ ਅੱਜ ਦਾ ਜਿਹੜਾ ਮੁੱਦਾ ਇਹ ਹੈ ਕਿ ਕਿਰਪਾ ਕੇ ਆਪਣੇ ਆਪਣੇ ਨੁਮਾਇੰਦੇ ਨੇ ਉਹਨਾਂ ਨੂੰ ਤੁਸੀਂ ਫੋਨ ਕਰੋ ਜਾਂ ਮੈਸੇਜ ਕਰੋ ਜਾਂ ਈਮੇਲ ਕਰੋ, ਤਾਂ ਕਿ ਉਹ ਜਿਹੜੇ ਉੱਥੇ ਸਾਡੇ ਬੈਠੇ ਨੇ ਭੈਣ ਭਰਾ ਹੈਗਾ ਉਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅਹਿਸਾਸ ਕਰਾਈਏ ਅਸੀਂ ਉਹਨਾਂ ਬਾਰੇ ਸੋਚ ਰਹੇ ਹਾਂ, ਉਹਨਾਂ ਦੀ ਸੇਫਟੀ ਬਾਰੇ ਸੋਚ ਰਹੇ ਹਾਂ, ਹਿਊਮਨ ਰਾਈਟ ਬਾਰੇ ਸੋਚ ਰਹੇ ਹਾਂ, ਤੇ ਅਸੀਂ ਜਿਹੜੀ ਸਰਕਾਰ ਨੂੰ ਇਹ ਸਲਾਹ ਦੇ ਰਹੇ ਹਾਂ ਕਿ ਤੁਸੀਂ ਇਸ ਨੂੰ ਡਾਇਲਾਗ ਦੇ ਨਾਲ ਇਹਨੂੰ ਸਿਚੁਏਸ਼ਨ ਨੂੰ ਸੁਲਝਾਓ, ਨਾ ਕਿ ਐਕਸੈਸਿਵ ਫੋਰਸ ਦੇ ਨਾਲ। ਥੈਂਕ ਯੂ ਜੀ। ਧੰਨਵਾਦ ਬਾਈ ਜੀ, ਸ਼ੁਭ ਸ਼ਾਮਾਂ। ਤੇ ਤੁਹਾਡੇ ਜਨੂਨ ਨੂੰ, ਤੁਹਾਡੀ ਸ਼ਕਤੀ ਨੂੰ ਇਹ ਮਾਣ ਹੈ ਕਿ 40 ਵਰ੍ਹਿਆਂ ਦਾ ਸਫ਼ਰ ਬਹੁਤ ਲੰਮਾ ਸਫ਼ਰ ਹੋ ਜਾਂਦਾ, ਪਰ ਇਹ ਗੱਲ ਮੈਂ ਅਕਸਰ ਕਹਿਣਾ ਆਪਣੇ ਸ਼ੋਆਂ ਦੇ ਵਿੱਚੋਂ ਵੀ ਠੀਕ ਹੈ ਜ਼ਿੰਦਗੀ ਵਧੀਆ ਆਉਣ ਕਰਕੇ ਆ ਗਏ, ਪਰ ਮੈਂ ਇਹ ਸੋਚਦਾ ਵੀ ਜਿੱਦਣ ਅਸੀਂ ਟੈਚੀ ਚੱਕੇ ਉਹ ਦੇਸ਼ ਛੱਡਿਆ, ਬਦਕਿਸਮਤੀ ਅਸੀਂ ਇਹ ਹੈ ਕਿ ਅਸੀਂ ਉਹਨੂੰ ਛੱਡ ਕੇ ਆ ਗਏ, ਪਰ ਸਾਡਾ ਦਿਲ ਉੱਥੇ ਵੱਸਦਾ, ਦਿਨ ਰਾਤ ਦੇ ਸੁਪਨੇ ਉੱਥੇ ਦੇ ਆਉਂਦੇ ਨੇ। ਤੇ ਦਾਤਾ ਮਿਹਰ ਕਰੇ ਕਿ ਸਾਡਾ ਪੰਜਾਬ ਸਦਾ ਹੱਸਦਾ ਵਸਦਾ ਰਹੇ। ਫਿਰ ਕਿਸੇ ਦਿਨ ਗੱਲਬਾਤ ਹੋਏਗੀ ਜੀ। ਧੰਨਵਾਦ। ਥੈਂਕ ਯੂ ਬ੍ਰਦਰ, ਗॉड ਬਲੈਸ ਯੂ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਹੈਰੀ ਧਾਲੀਵਾਲ ਗੱਲਬਾਤ ਕਰ ਰਹੇ ਸਨ। ਇਹਨਾਂ ਨੇ ਬਹੁਤ ਵਧੀਆ ਐਕਚੁਅਲੀ ਸਾਨੂੰ ਮੀਡੀਆ ਦਾ ਇੱਕ ਗਰੁੱਪ ਬਣਾਇਆ ਨਾਲ ਵੀ ਭਾਈ ਕੋਸ਼ਿਸ਼ ਕਰੋ, ਚਿੱਠੀਆਂ ਲਿਖੋ ਜੇ ਕੁਝ ਕਰ ਸਕੀਏ ਆਪਾਂ। ਜਿਹੜਾ ਉਹਨਾਂ ਦੇ ਵਿੱਚ ਦਰਦ ਹੈ ਵੀ ਉੱਥੇ ਕੁਝ ਗਲਤ ਕਿਤੇ ਹੋ ਸਕਦਾ, ਸਰਕਾਰ ਆਕੀ ਕਿਤੇ ਹੋ ਗਈ, ਕਿਤੇ ਕੋਈ ਨੁਕਸਾਨ ਹੋ ਗਿਆ, ਅਸੀਂ ਕੀ ਕਰਾਂਗੇ। ਉਹ ਇਹ ਹੈ। ਬਾਕੀ ਤੁਹਾਨੂੰ ਹੁਣ ਤੁਹਾਡੇ ਸਾਰਿਆਂ ਦੇ ਚਹੇਤੇ ਹੈਗੇ ਹੀ ਨੇ, ਕੋਈ ਕਿਸੇ ਦਾ MLA ਆੜੀ ਹੈ, ਕਿਸੇ ਦਾ MP ਆੜੀ ਹੈ। ਵੈਸੇ ਤਾਂ ਯਾਰੀ ਦੇ ਵਿੱਚ ਔਖਾ ਬਹੁਤ ਹੁੰਦਾ, ਹਰ ਤੱਕ ਆਪਣਾ ਆਪਣੇ ਆਪਣੇ ਤੌਰ ਤੇ ਆਪਣੀ ਕਹਾਣੀ ਵਿੱਚ ਮੇਰਾ ਸੂਤ ਰਹਿ ਜਾਵੇ ਤੇ ਇਹ ਤਾਂ ਗੱਲ ਠੀਕ ਹੈ, ਪਰ ਫਿਰ ਵੀ ਲੁਕਾਈ ਦੇ ਲਈ ਕਰਨੀ ਚਾਹੀਦੀ ਹੈ ਗੱਲ। ਕੋਸ਼ਿਸ਼ ਕਰਕੇ ਆਪਾਂ ਵੇਖ ਲਈਏ, ਨਹੀਂ ਤਾਂ ਵੋਟਾਂ ਵੀ ਫਿਰ ਅਪ੍ਰੈਲ 'ਚ ਆਟੋ ਵਾਲਿਆਂ ਦੀਆਂ ਤਾਂ ਆਉਣ ਵਾਲੀਆਂ ਨੇ, ਅਪ੍ਰੈਲ ਮਈ ਦੇ ਵਿੱਚ ਤੁਹਾਡੇ ਸਾਹਮਣੇ ਹੀ ਹੈ। ਫਿਰ ਦਰ ਤੇ ਆਇਆਂ ਨੂੰ ਸਵਾਲ ਪੁੱਛ ਲਿਓ, ਜੇ ਹੁਣ ਨਹੀਂ ਤੁਹਾਡੀ ਸੁਣਦੇ ਤਾਂ ਯਾਦ ਰੱਖੋ। ਹੈਰੀ ਧਾਲੀਵਾਲ ਉਹਨਾਂ ਨਾਲ ਤੁਸੀਂ ਗੱਲਬਾਤ ਸੁਣ ਰਹੇ ਸੀ ਇਸ ਦੇ ਬਾਰੇ, ਤੇ ਜਾਂ ਨਾਲ ਹੀ ਮੇਵਾ ਸਿੰਘ ਲੋਪੋਂਕੇ ਦੇ ਅੱਜ ਸ਼ਹੀਦੀ ਦਿਨ ਬਾਰੇ ਕੁਝ ਕਾਲਸ ਜੇ 5-7 ਮਿੰਟ ਤੁਸੀਂ ਦੱਸ ਕਰਨੀਆਂ ਚਾਹੋ ਤਾਂ ਕਰ ਸਕਦੇ ਹੋ। ਫਿਰ ਮੈਂ BC ਅਸੈਸਮੈਂਟ ਦੇ ਬਾਰੇ ਅੱਜ ਗੱਲਬਾਤ ਕਰਨੀ ਚਾਹੁੰਦਾ, ਜਿਹੜੀਆਂ ਕੀਮਤਾਂ ਘਰਾਂ ਦੀਆਂ ਆਈਆਂ ਉਸ ਦੇ ਬਾਰੇ। ਮੇਵਾ ਸਿੰਘ ਲੋਪੋਂਕੇ ਹੋਰਾਂ ਦਾ ਜੀ ਅੱਜ ਸ਼ਹੀਦੀ ਦਿਨ ਹੈ ਤੇ ਅਸਲ ਬਹੁਤ ਸਾਡਾ ਇੱਕ ਵੱਡਾ ਇਤਿਹਾਸ ਜਿਹੜਾ 2nd ਐਵਨਿਊ ਵਾਲੇ ਗੁਰੂ ਘਰ ਦੇ ਨਾਲ ਮਿਟ ਗਿਆ। ਪਤਾ ਨਹੀਂ ਕੀ ਕਾਰਨ, ਉਹ ਕਿਉਂ ਵੇਚਿਆ। ਇਹ ਨਹੀਂ ਹੁੰਦਾ ਕੋਈ ਜਾਣ ਕੇ ਕਰਦਾ, ਪਰ ਕਈ ਵਾਰ ਇਹ ਮਨ 'ਚ ਹੋ ਜਾਂਦਾ ਵੀ ਚੱਲ ਇਹਦੇ ਨਾਲੋਂ ਯਾਰ ਵੱਡਾ ਬਣਾ ਲਈਏ ਤੇ ਇਹਨੂੰ ਵੇਚ ਦਈਏ। ਪਰ ਅੱਜ ਉਹ
ਪਤਾ ਹੀ ਨਹੀਂ ਉਹਦੀ ਕੀਮਤ, ਉਹਦੀ ਕੋਈ ਕੀਮਤ ਹੀ ਨਹੀਂ ਸੀ। ਤੇ ਭਾਈ ਸਾਹਿਬ ਦਾ ਜਨਮ ਹੈ ਜਿਹੜਾ ਉਹ ਪਿੰਡ ਲੋਪੋਕੇ 'ਚ, ਤੇ ਮੁੱਢਲੀ ਉਹਨਾਂ ਦੀ ਵਿੱਦਿਆ ਗੁਰੂ ਘਰ ਤੋਂ ਹਾਸਲ ਕੀਤੀ ਤੇ ਬਹੁਤ ਭਜਨੀਕ ਪਰਿਵਾਰ ਦੇ ਵਿੱਚ ਉਹ ਰਹਿੰਦੇ ਸੀ। ਹਿੰਦੁਸਤਾਨ ਦੇ ਲੋਕ 1897 ਚ 1907-8 ਦੇ ਵਿੱਚ ਹੌਪਕਿੰਸਨ ਇੱਥੇ ਜਿਹੜਾ ਤੇ ਮੈਲਕਮ ਰੀਡ ਉਹਨਾਂ ਦੀ ਜਿਹੜੀ ਜੋੜੀ ਸੀ, ਉਹਨਾਂ ਨੇ ਗਾਹਾਂ ਫਿਰ ਬੇਲੇ ਉਹਨੀ ਰੱਖ ਲਏ, ਬੇਲਾ ਸਿੰਘ ਜਿਆਨ ਤੇ ਬਾਵਾ ਬੇਲਾ ਜਿਆਨ ਤੇ ਬਾਵਾ ਲਿੱਤਰਾ ਵਾਲਾ। ਬੇਲੇ ਨੂੰ ਕਹਿੰਦੇ $62 ਮਿਲਦੇ ਰਹੇ ਮਹੀਨੇ ਦੇ। ਕਾਰਨ ਕੀ ਕਿ ਲੋਕਾਂ ਦੇ ਵਿੱਚ, ਕੌਮ ਦੇ ਵਿੱਚ ਬਹਿਣਾ ਤੇ ਕੌਮ ਦੀ ਚੁਗਲੀ ਕਰਨੀ ਹੈ ਜਾ ਕੇ, ਤੇ ਉਹ ਚੀਜ਼ ਖਤਮ ਨਹੀਂ ਹੋਈ ਹਲੇ ਤੱਕ, ਉਹ ਕੰਟੀਨਿਊ ਚੱਲਦੀ ਦੱਸਣਾ ਜਾ ਕੇ। 1913 ਜਦ ਹਿੰਦੀ ਐਸੋਸੀਏਸ਼ਨ ਆਫ ਦਾ ਪੈਸੀਫਿਕ ਕੋਸਟ ਇਹ ਜਿਹੜੀ ਬਣਾਈ, ਇਹੀ ਸੰਸਥਾ ਬਾਅਦ ਗਦਰ ਪਾਰਟੀ ਵਾਲੇ ਪਾਸੇ ਗਈ ਤੇ ਗੁਲਾਮੀ ਦੀਆਂ ਜੰਜੀਰਾਂ ਤੇ ਪਿਛਲੇ ਦੇਸ਼ ਨੂੰ ਆਜ਼ਾਦ ਕਰਨ ਲਈ ਇਹਦੀ ਗੱਲ ਜਿਹੜੀ ਚੱਲੀ। ਕਾਮਾਗਾਟਾ ਮਾਰੂ ਆਉਂਦਾ 14 ਚ, ਤੇ ਉਹਦੇ ਬਾਅਦ ਕੌਮ ਇਕੱਠੀ ਹੋ ਗਈ ਤੇ ਗੁੱਸੇ ਚਲੇ ਗਈ। ਤੇ 5 ਸਤੰਬਰ 1914 ਨੂੰ ਭਾਈ ਅਰਜਨ ਸਿੰਘ ਦੇ ਸੰਸਕਾਰ ਤੋਂ ਬਾਅਦ ਸੰਗਤ ਜਿਹੜੀ ਗੁਰਦੁਆਰੇ 2nd ਐਵਨਿਊ ਵਾਲੇ ਇਕੱਠੀ ਹੋਈ ਸੀ। ਭਾਈ ਸਾਹਿਬ ਭਾਈ ਭਾਗ ਸਿੰਘ ਭਿੱਖੀਵਿੰਡ ਪ੍ਰਧਾਨ ਜਿਹੜੇ ਸੀ ਖਾਲਸਾ ਦੀਵਾਨ ਸੁਸਾਇਟੀ ਦੇ, ਮਹਾਰਾਜ ਦੀ ਬਾਤ ਲੈਣ ਲਈ ਤਾਬੇ 'ਚ ਬੈਠੇ ਸੀ। ਬੇਲੇ ਨੇ ਗੁਰੂ ਮਹਾਰਾਜ ਦੇ ਸਨਮੁਖ ਬੈਠੇ ਹੋਏ 2 ਪਿਸਤੌਲ ਲੈ ਕੇ ਆਇਆ ਤੇ ਭਾਈ ਭਾਗ ਸਿੰਘ ਤੇ ਉਹਨੇ ਗੋਲੀਆਂ ਚਲਾਈਆਂ। ਜਦ ਭਾਈ ਬਤਨ ਸਿੰਘ ਨੇ ਰੋਕਿਆ ਤਾਂ ਪਿਸਤੌਲ ਉਧਰ ਨੂੰ ਕਰ ਦਿੱਤਾ ਉਸਨੇ। ਤੇ ਇਹਦੇ ਨਾਲ ਹੀ ਦਲੀਪ ਸਿੰਘ ਫਾਲਾ, ਉਤਮ ਸਿੰਘ ਨੂਰਪੁਰੀ, ਜਵਾਲਾ ਸਿੰਘ ਸ਼ੇਖ ਦੌਲਤ, ਭਾਈ ਲਾਭ ਸਿੰਘ ਜ਼ਖਮੀ ਵੀ ਹੋਏ। ਇਹ ਘਟਨਾ ਜਦ ਹੋਈ ਉਹਦੇ ਬਾਅਦ ਮਨ ਜਿਹੜਾ ਭਾਈ ਸਾਹਿਬ ਭਾਈ ਮੇਵਾ ਸਿੰਘ ਲੋਪੋਕੇ ਦਾ ਚਾਰਟ ਹੋ ਗਿਆ ਵੀ ਯਾਰ ਇਹ ਤਾਂ ਜ਼ੁਲਮ ਹੋ ਗਿਆ। ਗੁਰੂ ਦੀ ਹਜ਼ੂਰੀ 'ਚ ਗੁਰੂ ਦੇ ਵਜ਼ੀਰ ਨੂੰ ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਗੋਲੀ ਮਾਰਤੀ 2 ਪੈਸੇ ਦੇ ਟੌਟ ਨੇ। ਤੇ 21 ਅਕਤੂਬਰ 1914 ਫਿਰ ਹੌਪਕਿੰਸਨ ਧੱਕਾ ਕਰਨ ਲੱਗਾ ਵੀ ਤੂੰ ਇਹ ਨਹੀਂ ਕਰ ਸਕਦਾ, ਵੀ ਤੂੰ ਆ ਕੇ ਇਹ ਗਵਾਹੀ ਨਹੀਂ ਦੇਣੀ। ਤੇ ਜਿਹੜਾ ਅਸਲਾ ਲਿਆਂਦਾ ਸੀ ਬਲੇਨ ਤੋਂ, ਉਹ ਲੈ ਕੇ 21 ਅਕਤੂਬਰ 1914 ਨੂੰ ਹੌਪਕਿੰਸਨ ਨੂੰ ਫਿਰ ਅਦਾਲਤ ਦੇ ਵਿੱਚ ਗੋਲੀ ਜਿਹੜੀ ਹੈ ਉਹ ਮੇਵਾ ਸਿੰਘ ਲੋਪੋਕੇ ਨੇ ਮਾਰੀ। ਉਹਦੇ ਬਾਅਦ ਆਪਣੇ ਆਪ ਨੂੰ ਸਰੈਂਡਰ ਕੀਤਾ ਤੇ ਉਸ ਸਮੇਂ ਦਾ ਅਖਬਾਰ ਸੀ ਪ੍ਰੋਵਿੰਸ, ਤੇ ਮੇਵਾ ਸਿੰਘ ਚੜ੍ਹਦੀ ਕਲਾ ਦੇ ਵਿੱਚ ਜੇਲ੍ਹ 'ਚ ਰਹੇ। ਬਹੁਤ ਸਮਾਂ ਭਜਨ ਬੰਦਗੀ 'ਚ ਬਤੀਤ ਕਰਦੇ ਤੇ ਸਰਕਾਰ ਨੂੰ ਇਹ ਸੀ ਵੀ ਹੁਣ ਛੇਤੀ ਇੱਕ ਇਹੋ ਜਿਹਾ ਪ੍ਰੈਸੀਡੈਂਟ ਸੈੱਟ ਕਰੀਏ ਵੀ ਮੇਵਾ ਸਿੰਘ ਨੂੰ ਫਾਂਸੀ ਹੋਵੇ, ਲੋਕ ਵੇਖਣ। ਮੇਵਾ ਸਿੰਘ ਨੇ ਅਦਾਲਤ ਦੇ ਵਿੱਚ ਜਿਹੜੀ ਗੱਲ ਕੀਤੀ, ਉਹ ਕਹਿੰਦੇ ਜ਼ਹਿਰੀਲੇ ਸੱਪ ਨੂੰ ਮੈਂ ਮਾਰਿਆ, ਕੋਈ ਗਲਤੀ ਨਹੀਂ ਕੀਤੀ। ਨਾਲ ਭਾਈ ਕਰਤਾਰ ਸਿੰਘ ਚੰਦ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਭਾਈ ਨਿਤ ਸਿੰਘ ਜੀ ਪੰਡੋਰੀ, ਉਹ ਵੀ ਨਾਲ ਸਨ। ਉਹਨਾਂ ਨੂੰ ਵੀ ਜਿਹੜਾ ਅਦਾਲਤ ਨੇ ਕੇਸ ਪਾਇਆ ਸੀ ਉਹ ਤਿੰਨੇ ਬਰੀ ਕਰ ਦਿੱਤੇ। 11 ਸਤੰਬਰ 1915 ਨੂੰ 7:45 ਵਜੇ ਭਾਈ ਸਾਹਿਬ ਭਾਈ ਮੇਵਾ ਸਿੰਘ ਉਹਨਾਂ ਨੂੰ ਫਾਂਸੀ ਹੋਈ। ਅੱਜ ਦੇ ਦਿਨ 115 ਵਰ੍ਹੇ ਪਹਿਲਾਂ ਕੌਮ ਹੈ ਜਿਹੜੀ ਇਹ ਇਸ ਦਿਨ ਨੂੰ, ਚਲੋ ਇਹ ਖੁਸ਼ੀ ਦੀ ਗੱਲ ਹੈ, 5-7 ਸਾਲਾਂ ਦੇ ਵਿੱਚ, ਪਿਛਲੇ 5-7 ਸਾਲਾਂ 'ਚ ਦਿਨ ਆਪਾਂ ਯਾਦ ਕਰਨ ਆਉਣ ਲੱਗ ਗਏ। ਆਪਾਂ ਨਹੀਂ ਤਾਂ ਭੁੱਲ ਚੁੱਕੇ ਸੀ। ਇਹ ਜ਼ਰੂਰ ਇਹ ਦਿਨ ਖਾਸ ਦਿਨ ਨੇ ਜਿਹੜੇ ਇੱਥੇ ਦੇ ਯੋਧਿਆਂ ਦੇ, ਉਹ ਜ਼ਰੂਰ ਯਾਦ ਰੱਖਿਆ ਕਰੋ ਇਹਨਾਂ ਦਿਨ ਤੇ। ਧਾਲੀਵਾਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਜੀ? ਲਾਈਨ ਨੰਬਰ 2। ਹੈਲੋ ਜੀ, ਹਰਜੀਤ ਸਿੰਘ ਗੱਲ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਮੈਂ ਉਹ ਜਿਹੜਾ ਮਹਾਨ ਸ਼ਹੀਦ ਹੋਇਆ ਕਿ ਨਾ ਮੇਵਾ ਸਿੰਘ ਲੋਪੋਕੇ, ਉਹਨਾਂ ਦਾ ਮੈਂ ਬਹੁਤ ਦਿਲੋਂ ਮੈਂ ਸਤਿਕਾਰ ਸਾਰੇ ਸ਼ਹੀਦਾਂ ਦਾ ਹੀ ਕਰਦਾ ਜਿਹੜੇ ਕੌਮ ਦੀ ਖਾਤਰ ਆਪਦਾ ਵਾਰ ਗਏ। ਉਹਨਾਂ ਦੇ ਮਨ 'ਚ ਗੱਲ ਸਾਹਿਬ ਦਰਦ ਵੀ ਸੀ ਤੇ ਤਿਆਗ ਸੀ, ਦੋਹੇ ਭਾਵਨਾ ਹੀ ਸੀ। ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਬਈ ਸਾਡਾ ਪਿੱਛੇ ਕੀ ਹੋਊਗਾ, ਸਾਡਾ ਇੱਧਰ ਕੀ ਹੋਊ, ਉੱਧਰ ਕੀ ਹੋਊ। ਉਹਨਾਂ ਦਾ ਦਰਦ ਹੀ ਇੰਨਾ ਕੁੱਟ-ਕੁੱਟ ਭਰਿਆ ਸੀ ਬਈ ਉਹਨਾਂ ਨੂੰ ਦੀਂਦਾ ਹੀ ਨਹੀਂ ਸੀ ਬਸ ਮੂਹਰੇ ਬਿਨਾਂ ਕੁਰਬਾਨੀ ਤੋਂ। ਬਾਕੀ ਇਹ ਵਧੀਆ ਗੱਲ ਆ ਜਿਹੜਾ ਤੁਸੀਂ ਲੈ ਕੇ ਆਉਂਦੇ ਆ ਤੇ ਉਹ YouTube ਤੇ ਪਾਉਂਦੇ ਆ, ਪਵਨ ਜਵੰਦੇ ਹੋਣੀ, ਉਹਦੇ 'ਚ ਨੌਜਵਾਨ ਵੀ ਦੇਖਦੇ ਆ, ਗਾਂ ਨੌਜਵਾਨ ਵੀ ਹੁਣ ਕਾਫੀ ਦੇਖਣ ਲੱਗ ਗਏ। ਤੇ ਜਿੰਨੇ ਸ਼ਹੀਦ ਹੋਏ ਆ ਸਾਰੇ ਗੱਲ ਸਾਹਿਬ ਇਸ ਭਾਵਨਾ ਹੀ ਹੁੰਦੇ ਆ ਜਿਵੇਂ ਹੁਣ
ਬਾਬਾ ਜਰਨੈਲ ਸਿੰਘ ਵੀ ਇਸ ਭਾਵਨਾ ਨਾਲ ਹੋਇਆ, ਤਿਆਗ ਤੇ ਦਰਦ ਨਹੀਂ। ਤੇ ਹੁਣ ਇਹ ਗੱਲ ਕਾਫੀ ਘਟਦੀ ਜਾਂਦੀ ਹੈ। ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਹੁਣ ਇੰਨੀ ਗੱਲ ਤੇ ਆ ਗਈ ਜਨਤਾ ਜਾਣੀ ਕਾਫੀ ਹੈਗੀ ਵਿੱਚ। ਜਦੋਂ ਕਿਸੇ ਨੂੰ ਗੁਰੂ ਗੋਬਿੰਦ ਸਿੰਘ ਜਨਮ ਦਿਨ ਦੀਆਂ ਮੈਂ ਵਧਾਈਆਂ ਦਿੰਦਾ ਹੁੰਦਾ ਕਈਆਂ ਨੂੰ, ਉਹ ਮੈਨੂੰ ਜਦੋਂ ਮੈਂ ਕਹਿ ਦਿੰਦਾ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਦੀਆਂ ਵੀ ਵਧਾਈਆਂ ਸਾਰਿਆਂ ਨੂੰ ਲੱਖ ਲੱਖ, ਇਹਦੇ ਬਾਰੇ ਆਪਾਂ ਗੱਲਬਾਤ ਵਿਚਾਰ ਕਰਨੀ ਚਾਹੀਦੀ ਆ, ਉਹ ਮੈਨੂੰ ਕਹਿ ਦਿੰਦੇ ਆ ਜੀ ਸੋਨੂੰ ਵੀ ਜੀ। ਇਦੋਂ ਬਾਅਦ ਗੱਲ ਸਾਹਿਬ ਗੱਲ ਹੀ ਨਹੀਂ ਕਰਦੇ ਬਈ ਸੋਨੂੰ ਵੀ। ਮੈਂ ਕਿਹਾ ਮੈਨੂੰ ਵੀ ਤਾਂ ਕਹਿਤਾ ਵੀ ਗਾਂ ਆਪਾਂ ਗੱਲ ਵੀ ਕਰਕੇ 2 ਮਿੰਟ। ਹੁਣ ਕਈ ਬੰਦੇ ਮੇਰੇ ਵਰਗੇ ਵਿਹਲੇ ਆ ਜਮਾ ਘਰੇ ਰਿਟਾਇਰ ਹੋਏ ਆ, ਉਹ ਵੀ ਕਹਿਣਗੇ ਤੁਹਾਨੂੰ ਕਹਿ ਕੇ ਜੀ ਹੋਰ ਗੱਲ ਛੇੜ ਲੈਣਗੇ। ਇਹ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਆ ਜਿਹੜਾ ਤੁਸੀਂ ਲਿਆਉਨੇ ਆ, ਜਾਗਰਤ ਆਉਂਦੀ ਆ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਬਹੁਤ। ਹੋਰ ਕੁਛ ਨਹੀਂ ਅਸੀਂ ਕਰ ਸਕਦੇ, ਮੈਨੂੰ ਪਤਾ ਹੈ ਕੌਮ ਆਪਣੇ ਆਪਣੇ ਕੰਮਾਂ ਧੰਦਾਂ 'ਚ ਪਈ ਹੋਈ ਹੈ, ਰੇਸ ਆ ਸਾਡੀ ਇੱਕ ਦੂਜੇ ਤੋਂ ਉੱਪਰ ਕੇ। ਤੇ ਪਰ ਇਹਨਾਂ ਯੋਧਿਆਂ ਨੇ ਜਿਨ੍ਹਾਂ ਨੇ ਸਾਰਾ ਕੁਝ ਵਾਰਿਆ, ਇਹਨਾਂ ਨੂੰ ਯਾਦ ਕਰਨ ਦੀ ਵਪਾਰਕ ਸਮੇਸ਼ ਲੈਲਮਾ ਆ ਕੇ ਥੋੜੀ ਜਿਹੀ ਗੱਲ ਮੈਂ ਕਰਨੀ ਚਾਹੁੰਦਾ। ਤੁਹਾਡੀ ਅਸੈਸਮੈਂਟ ਜਿਹੜੀ ਆਈ ਹੈ, ਜਿਹੜੇ ਲੈਟਰ ਆਏ ਨੇ ਘਰਾਂ 'ਚ, ਉਹਨਾਂ ਦੀ ਕੀਮਤਾਂ ਦੇ ਬਾਰੇ। ਸਾਲ ਜਦ ਚੜ੍ਹਦਾ ਵਧਾਈਆਂ ਵਧੂਈਆਂ ਦੀ ਗੱਲ ਗੁਆਤ ਦੀ ਹੁੰਦੀ ਹੈ, ਜਨਵਰੀ ਫਰਵਰੀ ਦੇ ਵਿੱਚ ਨਾ BC ਅਸੈਸਮੈਂਟ ਵਾਲੇ ਹਰੀਆਂ ਚਿੱਠੀਆਂ ਪਾਉਂਦੇ ਆ। ਤੋਂ ਜਦ ਆਪਾਂ ਸ਼ੁਰੂ 'ਚ ਆਏ ਨਾ, ਪਹਿਲਾ ਘਰ ਜਿਹਾ ਰਿਹਾ, ਜਦੋਂ ਕੀਮਤ ਵਧਾ ਕੇ ਭੇਜਿਆ ਕਰਨਾ, ਬੰਦਾ ਕਹੇ ਬੱਲਾ ਬੱਲਾ ਘਰ ਦੇਖ 2 ਲੱਖ ਦਾ ਸੀ, ਐਤਕੀ 3.5 ਦਾ ਹੋ ਗਿਆ, ਚੱਕ ਦਿਓ ਕੰਮ ਘਰ ਮਹਿੰਗੇ ਕਰਤੇ। ਉਹ ਖੁਸ਼ੀ ਜਿਹੜੀ ਹੈ ਨਾਲ ਇਹ ਲਿਖਿਆ ਹੁੰਦਾ ਵੀ ਇਹਦਾ ਇਹ ਨਹੀਂ ਮਤਲਬ ਵੀ ਤੁਹਾਨੂੰ ਸਿਟੀ ਨੇ ਟੈਕਸ ਇਹਦੇ ਤੇ ਲਾਉਣਾ, ਪਰ ਸੱਚ ਇਹ ਸੀ ਸਿਟੀ ਟੈਕਸ ਉਹਦੇ ਤੇ ਲਾਉਂਦੀ। ਅੱਛਾ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਤੁਹਾਡਾ ਘਰ 2 ਮਿਲੀਅਨ ਦਾ ਹੋਊਗਾ, ਉਹ ਕਹਿੰਦੇ ਅਸੀਂ ਅਪਰੇਜ਼ਲ ਭੇਜਦੇ ਹਾਂ, ਉਹ 3 ਮਿਲੀਅਨ ਦਾ ਲਿਖ ਕੇ ਲੈ ਜਾਣਗੇ, 3.5 ਦਾ, ਕਿਉਂਕਿ ਉਹਨਾਂ ਨੇ ਉਹਦੇ ਤੇ ਹੀ ਤੁਹਾਨੂੰ ਪ੍ਰੀਮੀਅਮ ਲਾਉਣਾ। ਜੇ ਅਗਲਾ ਕਹੇ ਯਾਰ ਮੇਰਾ ਤਾਂ 2 ਮਿਲੀਅਨ 'ਚ ਬਣ ਜਾਓ, ਕਹਿੰਦੇ ਜਿੱਦਣ ਕੋਈ ਗੱਲ ਹੋ ਗਈ ਉਦੋਂ ਮਹਿੰਗਾ ਬਣਨਾ, ਸਾਨੂੰ ਪਾਉਣਾ ਪੈਣਾ ਮਿਲੀਅਨ ਦਾ। ਇਸ ਤਰ੍ਹਾਂ ਹੀ ਅਸੈਸਮੈਂਟ ਕੁਝ ਏਰੀਏ 'ਚ ਸਰੀ ਦੇ ਵਿੱਚ 50% ਵੱਧ ਗਈ। ਜਿੱਥੇ ਮਿਲੀਅਨ ਦਾ ਘਰ ਸੀ ਉਹਨਾਂ ਨੇ ਉਹ 2 ਮਿਲੀਅਨ ਦਾ ਕਰਤਾ, 1.5 ਦਾ ਕਰਤਾ, ਕਿਤੇ 16 ਲੱਖ ਦਾ ਕਰਤਾ। ਲੋਕ ਕੀ ਕਰਨ? ਲੋਕਾਂ ਨੇ ਕੁਛ ਨਹੀਂ ਕਰਨਾ, ਲੋਕਾਂ ਦੇ ਕੋਲ ਕੁਛ ਨਹੀਂ ਕਰਨ ਨੂੰ, ਤੇ ਉਹਨਾਂ ਨੇ ਤਾਂ ਜਿਵੇਂ ਲਿਖ ਦਿੱਤਾ ਹੈ ਉਸ ਤਰ੍ਹਾਂ ਹੀ ਉਹਨਾਂ ਨੇ ਮੰਨ ਲੈਣਾ। ਤੇ ਉਹਦੇ ਤੇ ਉਹ ਕਹਿੰਦੇ ਤਾਂ ਹੈ ਤੁਸੀਂ ਸਾਨੂੰ ਚਿੱਠੀ ਪਾ ਦਿਓ, ਤੁਸੀਂ ਇਹਨੂੰ ਚੈਲੰਜ ਕਰ ਸਕਦੇ। ਚੈਲੰਜ ਕਿਹਦੇ ਯਾਦ ਹੈ? ਨਾ ਚੈਲੰਜ ਨੂੰ ਕਿਸੇ ਕੋਲ ਸਮਾਂ ਹੈ। 90% ਅਸੀਂ ਜਿਹੜੀ ਕੋਈ ਡੀਲ ਲਈ ਹੁੰਦੀ ਹੈ ਕਿਸੇ ਕਾਰਨ ਕਰਕੇ ਨਾ, 90% ਅਸੀਂ ਉਹਨੂੰ ਭੁੱਲ ਜਾਂਦੇ ਹਾਂ। ਬਹੁਤਾਂ ਦੇ ਵਿੱਚ ਕੁਝ ਲੈਣਾ ਹੁੰਦਾ ਹੈ, ਕੋਈ ਕ੍ਰੈਡਿਟ ਹੁੰਦੇ ਨੇ, ਕੋਈ ਕੁਛ ਹੁੰਦਾ, ਭੁੱਲ ਜਾਂਦੇ ਨੇ। ਕਿਸੇ ਦਾ ਯਾਦ ਨਹੀਂ ਰਹਿੰਦਾ, ਬਾਅਦ ਦੇ ਵਿੱਚ ਕਿਸੇ ਦੇ ਦਿਮਾਗ 'ਚ ਨਹੀਂ ਰਹਿੰਦੀ ਗੱਲ। ਉਹ ਜਿਹੜਾ ਹੋ ਗਿਆ ਰਹਿ ਗਿਆ, ਬਸ ਖਤਮ ਕਹਾਣੀ। ਤੇ ਇਹ ਜਿਹੜਾ ਹੁਣ ਅਸੈਸਮੈਂਟ ਆਈ ਹੈ, ਉਹ ਸਾਰਿਆਂ ਦੀ ਕਿਸੇ ਦੀ 48% ਆ ਗਈ, ਵੱਧ ਕਿਸੇ ਦੀ 90% ਆ ਗਈ। ਉਹਦੇ ਤੇ ਟੈਕਸ। ਇਸ ਤਰ੍ਹਾਂ ਹੀ ਸਿਟੀ ਆਫ ਸਰੀ ਦੇ ਯੂਟਿਲਿਟੀਜ਼ ਦੇ ਪਾਣੀਆਂ ਦੇ ਬਿੱਲ, ਤੁਸੀਂ ਓਵਰਆਲ ਸਾਰਾ ਹੀ ਵੇਖਿਓ। ਤੁਸੀਂ ਕਦੇ ਨਾ ਸਮਾਂ ਮੈਂ ਕਹਿਣਾ ਕੱਢ ਕੇ ਨਾ ਇੱਕ ਦਿਨ ਜਿਹੜਾ ਆਉਂਦਾ ਤੁਹਾਨੂੰ ਬਿੱਲ ਆਪਣੇ ਦਾ ਗੈਸ ਦਾ, BC ਗੈਸ ਦਾ, ਉਹਨੂੰ ਵੇਖਿਓ ਵੀ ਉਹਦੇ 'ਚ ਘਟਿੱਤਾਂ ਕੀ ਕੀਤੀਆਂ ਹੋਈਆਂ। ਆਹ ਗੈਸ ਦਾ ਖਰਚ, ਆਹ ਡਿਲੀਵਰੀ ਦਾ ਖਰਚ, ਇਹਦੇ ਤੇ ਫਿਰ GST ਇੰਨੀ, ਇਹਦੇ ਤੇ PST ਇੰਨੀ, ਵੀ ਤੁਸੀਂ ਇਕੱਠਾ ਕਰਕੇ ਇੱਕ ਜਗ੍ਹਾ ਕਰ ਦਿਓ। ਨਹੀਂ, ਇੱਕ ਹੋਰ ਐਡ ਕਰਦੇ ਆ। ਕਈ ਵਾਰ ਤੁਹਾਡਾ BC ਹਾਈਡਰੋ ਵਾਲੇ ਤੁਹਾਡੇ ਘਰ ਦੀ ਰੀਡਿੰਗ ਕਈ ਵਾਰ 4 ਮਹੀਨੇ ਬਾਅਦ ਤੁਹਾਡਾ ਬਿੱਲ ਆਉਂਦਾ। 4 ਮਹੀਨੇ ਦਾ ਕਾਰਨ ਕੀ? ਉਹਨਾਂ ਦਾ ਇੱਕ ਜਿਹੜਾ ਯੂਨਿਟਾਂ ਦਾ ਤੁਹਾਡਾ ਮਿਲਿਆ ਹੋਇਆ ਵੀ ਇੰਨੀਆਂ ਯੂਨਿਟਾਂ ਤੋਂ ਬਾਅਦ ਇੰਨਾ ਰੇਟ ਹੈ। ਮੰਨ ਲਓ 100 ਯੂਨਿਟ ਹੈ ਤਾਂ ਜਦ ਮੰਨ ਲਓ $1 ਰੇਟ ਹੈ ਯੂਨਿਟ ਦਾ, 101ਵੀਂ ਯੂਨਿਟ ਤੇ $2 ਪਰ ਯੂਨਿਟ ਰੇਟ ਹੈ। ਉਹ ਜੇ 4 ਮਹੀਨੇ ਦਾ ਇਕੱਠਾ ਆ ਗਿਆ, ਯੂਨਿਟਾਂ ਵੱਧ ਗਈਆਂ, ਮੰਨ ਲਓ ਤੁਹਾਡਾ $300 ਬਿੱਲ ਆਉਣਾ, ਉਹ 450-500 ਆਊਗਾ। ਇਹ ਜਿਹੜਾ ਸਾਡਾ ਨਾ ਪੱਤਰ ਵਿਹਾਰ ਕੋਰਸ ਹੈ,
ਇਹਦੇ ਤੇ ਥੋੜੀ ਜਿਹੀ ਨਿਗਾਹ ਮਾਰਿਆ ਕਰੋ ਜਦ ਇਹ ਘਰੇ ਆਉਂਦਾ ਤੁਹਾਨੂੰ ਕੁਛ। ਇੱਕ ਕਾਰਬਨ ਟੈਕਸ ਲਾਉਂਦੇ ਆ, ਉਹਦੇ ਚ ਕਾਰਬਨ ਟੈਕਸ ਤੇ GST। ਫੇਰ ਇੱਕ ਵਾਰ ਤੁਹਾਨੂੰ 2 ਸਾਲ ਪਹਿਲਾਂ ਮੈਂ ਇਹ ਦੱਸਿਆ ਸੀ ਕੱਲਾ ਇਹ ਯੂਟਿਲਿਟੀ ਟੈਕਸ, ਇਹ ਡਿਲੀਵਰੀ ਟੈਕਸ, ਕਾਸਟ ਆਫ ਗੈਸ $4.5, ਫਿਰ ਕਾਰਬਨ ਟੈਕਸ ਤੇ $8 ਤੇ GST ਫਿਰ 7% ਜਾਂ 5% ਜਿੰਨੀ ਵੀ ਹੈ GST। ਐਨੀਵੇਜ਼ ਮੇਰੇ ਕਹਿਣ ਦਾ ਮਤਲਬ ਇਹ ਹੈ, ਇਹ ਜਿਹੜੇ ਇਹਨਾਂ ਨੂੰ ਤੁਹਾਨੂੰ ਕਾਗਜ਼ ਪੱਤਰ ਆਉਂਦੇ ਆ 80% ਆਪਾਂ ਇਹਨਾਂ ਨੂੰ ਪੜ੍ਹਦੇ ਨਹੀਂ, ਛੱਡ ਦਿੰਦੇ ਆਪਾਂ। ਇਹ ਬਹੁਤ ਜ਼ਰੂਰੀ ਆ ਵੇਖਣਾ। ਜਿਵੇਂ ਹੁਣ ਤੁਹਾਡੀ ਵੱਧ ਰਹੀ ਆ, ਤੁਹਾਡੀ ਹੁਣ ਮਹਿੰਗਾ ਕਰ ਰਹੇ ਨੇ ਤੁਹਾਨੂੰ, ਜਿਹੜਾ ਆਹ ਦਿਖਾ ਰਹੇ ਨੇ ਵੀ ਤੁਹਾਡਾ ਘਰ ਮਹਿੰਗਾ ਹੋ ਗਿਆ। 108 140 ਦੇ ਏਰੀਏ ਜਿਹੜਾ $1 ਮਿਲੀਅਨ ਦਾ ਘਰ ਹੈ ਪਿਛਲੇ ਸਾਲ, ਉਹ ਇਸ ਵਾਰ 15 ਲੱਖ ਦਾ ਕਰਤਾ ਉਹਨਾਂ ਨੇ। ਸਰੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਆ। ਦੇਖਿਓ ਅਸੈਸਮੈਂਟ ਜਿਹੜੀਆਂ ਆ ਗਈਆਂ ਉਹ ਸਰਕਾਰਾਂ ਨੇ ਉਹ ਤੁਹਾਨੂੰ ਭੇਜਤੀ, ਤੇ ਸ਼ਹਿਰ ਨੇ ਜਿੰਨੀ ਉਹ ਆ ਗਈ ਉਹਦੇ ਤੇ ਤੁਹਾਨੂੰ ਟੈਕਸ ਲਾ ਹੀ ਦੇਣਾ, ਚਾਹੇ ਉਹ ਕਹਿ ਦੇਣ, ਤੁਹਾਨੂੰ ਕਹਿੰਦੇ ਨੇ ਉਹ ਅਸੀਂ ਇਹ ਤੇ ਲਾਉਂਦੇ ਨਹੀਂ, ਪਰ ਉਹ ਲਾਉਂਦੇ ਆ। ਅੱਗੇ ਆਪਾਂ ਬਹੁਤ ਖੁਸ਼ ਹੁੰਦੇ ਸੀ ਵੀ ਮਹਿੰਗੇ ਹੋ ਗਏ, ਬੱਲਾ ਬੱਲਾ ਮੇਰਾ ਘਰ ਮਹਿੰਗਾ ਹੋ ਗਿਆ। ਇੱਕ ਮੈਂ ਇਸ ਚੀਜ਼ ਤੇ ਹੋਰ ਸੋਚਦਾ, ਜਿਹੜੇ ਬੰਦੇ ਨੇ ਇੱਕ ਵਾਰ ਛੱਤ ਆਪਣੀ ਬਣਾ ਲਈ ਉਹਨੂੰ ਤਾਂ ਵੇਚਣਾ ਹੀ ਨਹੀਂ, ਉਹਦਾ ਕਾਹਦੇ ਲਈ ਮਹਿੰਗਾ ਕਰ ਕਰਕੇ ਉਦੋਂ ਪ੍ਰਾਪਰਟੀ ਟੈਕਸ ਲਈ ਜਾਂਦੇ ਲੋਕ। 20 ਸਾਲਾਂ ਦੇ 25 ਸਾਲਾਂ ਦੇ ਇੱਕ ਘਰ ਚ ਰਹਿੰਦੇ ਆ, ਉਹਨਾਂ ਨੇ ਉਹ ਕਹਿੰਦੇ ਅਸੀਂ ਵੇਚਣਾ ਨਹੀਂ, ਚੱਕ ਦਿੰਦੇ ਆ ਕੰਮ। 1844 247 1550 184424715550 ਤੇ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਯੂਟਿਲਿਟੀ ਬਿੱਲ ਨੇ ਜਿਹੜੇ BC ਹਾਈਡਰੋ ਦੇ, BC ਗੈਸ ਦੇ, ਉਹਦੇ ਬਾਅਦ ਪ੍ਰਾਪਰਟੀ ਟੈਕਸ, ਇਹਦੇ ਬਾਰੇ ਤੁਹਾਡੇ ਮਨ 'ਚ ਕੋਈ ਗੱਲਬਾਤ ਹੋਵੇ 184424715550 ਵਪਾਰਕ ਸੰਦੇਸ਼ਾਂ ਤੋਂ ਬਾਅਦ ਗੱਲਬਾਤ ਕਰ। ਤਾਂ ਮਨਦੀਪ ਸਿੰਘ ਸੋਹੀ ਲਾਈਨ ਨੰਬਰ 2 ਤੁਸੀਂ ਇਹ ਤੇ ਹੋ ਜੀ। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਅੱਛਾ, ਤੁਸੀਂ 2-3 ਕੁਐਸਚਨ ਆਪਣੇ ਟੌਪਿਕ ਲੈ ਕੇ ਆਏ ਹੋ। ਪ੍ਰਾਪਰਟੀ ਟੈਕਸ ਦਾ ਹੋ ਗਿਆ ਤੇ ਸਾਡਾ ਆਪਣੇ ਯੂਟਿਲਿਟੀ ਬਿਲਸ ਦਾ ਹੋ ਗਿਆ। ਅਸੀਂ ਨਾ ਐਜ਼ ਏ ਲਾਰਜ ਕਮਿਊਨਿਟੀ ਐਟ ਅ ਲਾਰਜ ਕਈ ਵਾਰੀ ਨਾ ਅਸੀਂ ਅਟੈਂਸ਼ਨ ਨਹੀਂ ਪੇ ਕਰਦੇ ਜਦੋਂ ਕੋਈ ਹੀਅਰਿੰਗਸ ਵਗੈਰਾ ਹੁੰਦੀਆਂ ਨੇ, ਜਾਂ ਜਦੋਂ ਕੋਈ ਯੂਟਿਲਿਟੀ, ਜਿਸ ਤਰ੍ਹਾਂ BC ਯੂਟਿਲਿਟੀ ਕਮਿਸ਼ਨ ਹੈ, ਪਹਿਲਾਂ ਯੂਟਿਲਿਟੀ ਬਿਲਸ ਦੀ ਗੱਲ ਕਰ ਲਈਏ। ਇੱਕ ਸਮਾਂ ਹੁੰਦਾ ਸੀ ਜਦੋਂ ਤੁਹਾਡੇ ਜਿਹੜਾ ਗੈਸ ਦਾ ਬਿੱਲ ਆ ਉਹਦੇ ਚ ਸਾਰਾ ਕੁਝ ਇਨਕਲੂਡ ਕਰਕੇ ਉਹਦੀ ਇੱਕ ਸੈੱਟ ਪ੍ਰਾਈਸ ਰੱਖੀ ਹੁੰਦੀ ਸੀ। ਅੱਛਾ, ਉਹ ਜਿਹੜੀ ਪ੍ਰਾਈਸ ਹੈ ਉਹਨੂੰ BC ਯੂਟਿਲਿਟੀ ਕਮਿਸ਼ਨ ਕੰਟਰੋਲ ਕਰਦਾ। ਅੱਛਾ, ਹੌਲੀ ਹੌਲੀ ਇਹਦਾ ਕੀ ਹੋਇਆ ਜੀ, ਇਹਦੇ ਵਿੱਚੋਂ ਜਿਹੜੀ ਪ੍ਰੋਡਕਟ ਪ੍ਰਾਈਸ ਹੈਗੀ ਆ, ਚਾਹੇ ਉਹ ਤੁਹਾਡੀ ਇਲੈਕਟ੍ਰੀਕਲ ਦੀ ਯੂਨਿਟ ਪ੍ਰਾਈਸ ਹੋ ਗਈ, ਤੁਹਾਡੀ ਟੀਅਰ 1 2 3 ਹੋ ਗਏ, ਜਾਂ ਤੁਹਾਡੀ ਆਪਣੇ ਗੈਸ ਦੀ ਪ੍ਰਾਈਸ ਹੋ ਗਈ ਜਿਹਦੇ ਚ ਇਕੱਲੀ ਗੈਸ ਦੀ ਜਿਹੜੀ ਵੈਲਿਊ ਹੈਗੀ ਆ। ਅੱਛਾ, ਉਹ ਕੀ ਕੀਤਾ ਜੀ ਆਪਣੇ ਕੰਪਨੀਆਂ ਨੇ, ਜਦੋਂ BC ਗੈਸ ਤੋਂ ਬਾਅਦ ਚ ਫੋਰਟਿਸ BC ਬਣੀ, ਪ੍ਰਾਈਵੇਟਾਈਜੇਸ਼ਨ ਹੋਈ ਇਹਦੀ, ਉਹਦੇ ਚੋਂ ਕੀ ਨਿਕਲਿਆ, ਜਿਹੜੀ ਗੈਸ ਪ੍ਰਾਈਸ ਸੀ ਉਹ ਤਾਂ ਯੂਟਿਲਿਟੀ ਕਮਿਸ਼ਨ ਦੇ ਨਾਲ ਕੰਟਰੋਲ ਹੁੰਦੀ ਹੈ। ਪਬਲਿਕ ਹੀਅਰਿੰਗ ਹੋ ਗਈ, ਸਾਰਾ ਕੁਝ ਲੱਲਾ ਪੱਬਾ ਜੋ ਉਹਦਾ ਕਰਦੇ ਨੇ, ਉਹ ਚਲੋ ਕੰਟਰੋਲ ਹੈ ਸਮਵਟ। ਅੱਛਾ, ਜਿੱਥੇ ਕੰਟਰੋਲ ਹਟ ਗਿਆ ਉਹ ਹੋ ਗਿਆ ਤੁਹਾਡੀ ਜਿਹੜੀ ਡਿਲੀਵਰੀ ਕਾਸਟ ਹੈ। ਅੱਛਾ, ਡਿਲੀਵਰੀ ਕਾਸਟ ਹੈ ਉਹ BC ਯੂਟਿਲਿਟੀ ਕਮਿਸ਼ਨ ਦੇ ਆਪਣੇ ਪਰਵਿਊ ਥੱਲੇ ਨਹੀਂ ਆਉਂਦੀ। ਅਸੀਂ ਕਦੇ ਇਹਨਾਂ ਗੱਲਾਂ ਨੂੰ ਅਟੈਂਸ਼ਨ ਪੇ ਨਹੀਂ ਕਰਦੇ ਐਜ਼ ਏ ਟੈਕਸ ਪੇਅਰ। ਇਹੀ ਗੱਲ ਤੁਹਾਡੇ ਜਦੋਂ BC ਹਾਈਡਰੋ ਦੇ ਰੇਟਸ ਦੀਆਂ ਟੀਅਰ ਸੈੱਟ ਕੀਤੀਆਂ ਨੇ, ਜਾਂ ਤੁਹਾਡੇ ਜਿਹੜੇ ਸਮਾਰਟ ਮੀਟਰ ਲੱਗੇ ਨੇ, ਠੀਕ ਹੈ ਨਾ, ਉਹਨਾਂ ਦੇ ਵਿੱਚੋਂ ਆ ਹਲੇ ਗਾਹਾਂ ਦੇਖਿਓ ਜੋ ਸਮਾਰਟ ਮੀਟਰ ਦੇ ਨਾਲ ਹੋਰ 5-7 ਸਾਲ ਲੰਘ ਲੈਣ ਦਿਓ, ਫਿਰ ਦੇਖਿਓ ਇਹਨਾਂ ਦਾ ਕੀ ਹਾਲ ਆਪਣਾ ਸਾਡਾ ਬਿੱਲਾਂ ਦਾ ਬਣਨਾ। ਅੱਛਾ, ਹੁਣ ਦੂਸਰੀ ਗੱਲ ਆ ਗਈ ਸਾਡੇ ਪ੍ਰਾਪਰਟੀ ਟੈਕਸ ਦੀ। ਅੱਛਾ, ਪ੍ਰਾਪਰਟੀ ਟੈਕਸ ਦੇ ਵਿੱਚ ਇੱਕ ਜਿਸ ਤਰ੍ਹਾਂ ਤੁਸੀਂ ਅਸੈਸਮੈਂਟ ਵੈਲਿਊ ਦੀ ਗੱਲ ਕਰਦੇ ਹੋ, ਅਸੈਸਮੈਂਟ ਵੈਲਿਊ ਦੇ ਨਾਲ ਤੁਹਾਡੇ ਸ਼ਹਿਰ ਦੀ, ਚਾਹੇ ਉਹ ਐਬਸਫੋਰਡ ਹੈ, ਚਾਹੇ ਉਹ ਸਰੀ ਹੈ, ਚਾਹੇ ਉਹ ਕੋਕਟਲਮ ਹੈ, ਇਹਨਾਂ ਨੇ ਤੁਹਾਡੀ ਐਵਰੇਜ ਪ੍ਰਾਈਸ ਕੱਢ ਕੇ ਜਿਹੜੀ ਰੈਜ਼ੀਡੈਂਸ਼ੀਅਲ ਦੀ ਤੇ ਮਲਟੀ ਫੈਮਿਲੀ ਦੀ ਜਾਂ ਤੁਹਾਡੇ ਇੰਡਸਟਰੀਅਲ ਕਮਰਸ਼ੀਅਲ ਦੀ, ਫਿਰ ਉਹਦੇ ਹਿਸਾਬ ਦੇ ਨਾਲ ਮਿਲ ਰੇਟ ਲਾਉਣਾ। ਮਿਲ ਰੇਟ ਦਾ ਮਤਲਬ ਜੇ ਸਪੋਜ਼ ਕਰੋ ਘਰ ਦੀ ਵੈਲਿਊ ਹੈ ਜਿਹੜੀ ਪਰ 1000 ਦੇ ਹਿਸਾਬ ਦੇ ਨਾਲ ਉਹਨਾਂ ਨੇ ਕਿੰਨਾ ਟੈਕਸ ਲਾਉਣਾ, ਜਿਨ੍ਹਾਂ ਦੀ ਪ੍ਰਾਪਰਟੀ ਟੈਕਸ। ਅੱਛਾ, ਦੂਸਰੀ ਗੱਲ, ਇੱਕ ਮਿਊਨਿਸਪੈਲਿਟੀ ਦੇ ਵਿੱਚ ਜਿਹੜੀ ਪ੍ਰਾਪਰਟੀ ਟੈਕਸ ਸਪੈਸੀਫਿਕ ਹੈ, ਮੈਂ ਬਾਕੀ ਦੇ 2 ਗੱਲਾਂ ਇੱਥੇ ਹੋਰ ਵੀ ਕਰਨੀਆਂ ਨੇ। ਪ੍ਰਾਪਰਟੀ ਟੈਕਸ ਹੈ ਜਿਹੜਾ ਬਾਏ ਲਾ ਮਿਊਨਿਸਪੈਲਿਟੀਜ਼ ਨੇ ਆਪਣੇ ਬਜਟ ਬੈਲੈਂਸ ਕਰਨੇ ਹੁੰਦੇ ਨੇ।
ਅੱਛਾ, ਉਹ ਬਜਟ ਬੈਲੈਂਸ ਕਰਨ ਵਾਸਤੇ ਇਹਨਾਂ ਨੇ ਖਰਚੇ ਕਰਕੇ ਆਪਣੇ ਤੇ ਉਹਦੇ ਨਾਲ ਤੁਹਾਡੀ ਆਪਣੇ ਕੀ ਕਹਿੰਦੇ ਹੁੰਦੇ ਨੇ ਜਿਹੜੀ ਹੈਗੀ ਆ ਇਨਕਮ ਕ੍ਰੀਏਟ ਕਰਨੀ ਆ ਪ੍ਰਾਪਰਟੀ ਟੈਕਸ ਤੋਂ, ਉਹ ਜਿਹੜੀ ਹੁੰਦੀ ਆ ਇਹਨਾਂ ਨੂੰ ਬੈਲੈਂਸ ਕਰਨ ਦੇ ਲਈ ਗਿੱਲ ਸਾਹਿਬ ਜਿਹੜਾ ਮਿਲ ਰੇਟ ਆ, ਜੇ ਤੁਹਾਡੀ ਅਸੈਸਮੈਂਟ ਵੈਲਿਊ ਵੱਧ ਜਾਂਦੀ ਹੈ, ਠੀਕ ਹੈ ਨਾ, ਜਿਹੜਾ ਤੁਹਾਡਾ ਮਿਲ ਰੇਟ ਹੈ, ਮਿਲ ਰੇਟ ਕਈ ਵਾਰ ਫਲਕਚੁਏਟ ਕਰਦਾ, ਕਿਵੇਂ 1000 ਤੇ ਆਪਣੇ ਜਿਸ ਤਰ੍ਹਾਂ 6 ਪੈਸੇ ਹੋ ਗਏ ਜਾਂ ਕਿਤੇ 8 ਪੈਸੇ ਹੋ ਗਏ, ਜਾਂ ਜਿਹੜੇ ਕਮਰਸ਼ੀਅਲ ਨੇ ਉਹ 12-13 ਪੈਸਿਆਂ ਤੇ ਵੀ 20 ਪੈਸੇ ਤੱਕ ਵੀ ਚਲੇ ਜਾਂਦਾ, ਕਿ ਉਹਨਾਂ ਦੀ ਸੁਣਵਾਈ ਥੋੜੀ ਜਿਹੀ ਘੱਟ ਹੈ। ਅੱਛਾ, ਉਹਦੇ ਨਾਲ ਜਿਉਂ-ਜਿਉਂ ਰਿਲੇਟਿਵਲੀ ਸਪੀਕਿੰਗ ਤੁਹਾਡਾ ਜਿਹੜਾ ਪ੍ਰਾਪਰਟੀ ਟੈਕਸ ਹੈ, ਜਿਹੜੀ ਗੱਲ ਤੁਸੀਂ ਕੀਤੀ ਸੀ ਨਾ, ਉਹਨੂੰ ਨੋਟ ਕਰਨ ਵਾਲੀਆਂ ਗੱਲਾਂ ਕੀ ਹੁੰਦੀਆਂ ਨੇ ਵੀ ਜੇ ਮੈਂ ਪਿਛਲੇ ਸਾਲ ਪ੍ਰਾਪਰਟੀ ਟੈਕਸ 5000 ਦਿੱਤਾ ਤਾਂ ਐਤਕੀ ਮੇਰਾ ਪ੍ਰਾਪਰਟੀ ਟੈਕਸ ਕਿੰਨਾ ਹੈ ਪਿਛਲੇ ਸਾਲ ਦੇ ਨਾਲੋਂ। ਤੇ ਜੇ ਸਿਟੀ ਨੇ ਕਿਹਾ ਸੀ ਜਾਂ ਕਾਉਂਸਲ ਨੇ ਕਿਹਾ ਸੀ ਵੀ ਜੇ ਅਸੀਂ ਤੁਹਾਡਾ ਪ੍ਰਾਪਰਟੀ ਟੈਕਸ ਸਿਰਫ 2% ਵਧਾਉਣਾ, ਕੀ ਇਹ 2 ਵਧਿਆ ਜਾਂ ਵੱਧ ਗਿਆ, ਅਸੀਂ ਇਹਨਾਂ ਗੱਲਾਂ ਨੂੰ ਛੋਟੀਆਂ ਗੱਲਾਂ ਨੂੰ ਅਟੈਂਸ਼ਨ ਪੇ ਨਹੀਂ ਕਰਦੇ। ਸਿਟੀ ਦੇ ਬਜਟ ਸੈੱਟ ਹੁੰਦੇ ਨੇ ਜਾਂ ਜਦੋਂ ਬਜਟ ਦੇ ਓਪਨ ਹਾਊਸ ਕਰਦੇ ਨੇ, ਅਸੀਂ ਕਦੇ ਜ਼ਹਿਮਤ ਨਹੀਂ ਕੀਤੀ ਜਾ ਕੇ 2 ਘੰਟੇ ਕੱਢ ਕੇ ਉਹਨਾਂ ਨੂੰ ਜਾ ਕੇ ਸੁਣ ਸਕੀਏ, ਨਾ ਹੀ ਜਿਹੜੇ ਸਾਡੇ ਇਲੈਕਟਡ ਅਫੀਸ਼ੀਅਲ ਨੇ, ਖਾਸ ਕਰਕੇ ਜਿਹੜੇ ਸਾਡਿਆਂ ਦੀ ਗੱਲ ਕਰਦਾ ਮੈਂ, ਚਾਹੇ ਉਹ ਤੁਹਾਡੇ ਆਪਣੇ ਸ਼ਹਿਰੀ ਚ ਨੇ, ਚਾਹੇ ਉਹ ਆਪਣੇ ਜਿਹੜੇ ਐਵਨਸਪੋਰਟ ਚ ਕਦਾ ਹੈਗੇ ਨੇ, ਚਲੋ ਬਾਕੀ ਦਾ ਚਲੋ ਜਿੱਥੇ ਨਹੀਂ ਹੈਗੇ ਉੱਥੇ ਤਾਂ ਗੱਲ ਕਾਹਨੂੰ ਕਰਨੀ ਹੈ, ਨਾ ਕਦੇ ਉਹਨਾਂ ਨੇ ਜ਼ਹਿਮਤ ਕੀਤੀ ਆ ਵੀ ਤੁਹਾਨੂੰ ਆ ਕੇ ਕਿਤੇ ਗੁਰਦੁਆਰਾ ਸਾਹਿਬ ਜਾਂ ਕਿਸੇ ਪਬਲਿਕ ਪਲੇਸ ਦੇ ਵਿੱਚ ਤੁਹਾਨੂੰ ਉਹ ਪੰਜਾਬੀ ਹਿੰਦੀ ਚ ਸਮਝਾ ਜਾਣ ਵੀ ਭਾਈ ਆਹ ਕੰਮ ਤੁਹਾਡੇ ਨਾਲ ਐ ਹੋ ਰਿਹਾ, ਕਿਉਂ ਉਹਨਾਂ ਦੇ ਕੰਮ ਖਰਾਬ ਹੁੰਦੇ ਨੇ। ਅੱਛਾ, ਇਹ ਗੱਲਾਂ ਵਾਸਤੇ ਨਾ ਅਸੀਂ ਥੋੜੇ ਜੇ ਅਵੇਸਲੇ ਆ, ਮਾੜਾ ਮੋਟਾ ਇਹਨਾਂ ਨੂੰ ਕਰਨਾ ਚਾਹੀਦਾ। ਤੀਸਰੀ ਜਿਹੜੀ ਤੇ ਫਾਈਨਲ ਗੱਲ ਇੱਕ ਮੈਂ ਗਿੱਲ ਸਾਹਿਬ ਕਰ ਸਕਦਾ ਹੋਵਾਂ, ਇੱਕ ਸਮਾਂ ਸੀ ਜਦੋਂ ਸਾਡੇ ਪ੍ਰਾਪਰਟੀ ਟੈਕਸਿਸ ਦੇ ਵਿੱਚ ਤੁਹਾਡਾ ਆਪਣਾ ਪਾਣੀ ਦਾ ਬਿੱਲ, ਤੁਹਾਡਾ ਸੂਅਰ ਦਾ ਬਿੱਲ, ਤੁਹਾਡਾ ਹੋਰ ਆਪਣੇ ਕੀ ਕਹਿੰਦੇ ਹੁੰਦੇ ਨੇ ਸਾਰਾ ਕੁਝ ਹੁੰਦਾ ਸੀ। ਅੱਛਾ, ਹੁਣ ਇਹਨਾਂ ਨੇ ਹੌਲੀ ਚਲਾਕੀਆਂ ਕੀ ਕੀਤੀਆਂ ਕਿ ਜਿਹੜੇ ਪ੍ਰਾਪਰਟੀ ਟੈਕਸ ਦੇ ਵਧਾਉਣੇ ਨੇ ਉਹ ਤੁਹਾਡੇ ਆਪਣੇ ਕੀ ਕਹਿੰਦੇ ਹੁੰਦੇ ਨੇ ਬਾਏ ਲਾ ਇਹਨਾਂ ਨੂੰ ਪਬਲਿਕ ਕੰਸਲਟੇਸ਼ਨ ਦੱਸਣਾ ਪੈਂਦਾ ਪਬਲਿਕ ਨੂੰ ਜੀ ਕਿੰਨੇ % ਵਧਾਇਆ। ਅੱਛਾ, ਪਾਣੀ ਦਾ ਬਿੱਲ ਵਧਾਉਣਾ ਇਹ ਇਹਨਾਂ ਦੀ ਮਰਜ਼ੀ, ਇਹਨਾਂ ਨੂੰ ਦੱਸਣ ਦੀ ਲੋੜ ਨਹੀਂ, ਸਾਡੀ ਜੀ ਕਾਸਟ ਵੱਧ ਗਈ ਤੇ ਅਸੀਂ ਇਹਦੇ ਕਰਕੇ ਤੁਹਾਡਾ ਬਿੱਲ ਵਧਾਤਾ, ਠੀਕ ਹੈ ਨਾ। ਤੁਸੀਂ ਆਪਣੇ ਕਹਿੰਦੇ ਹੁੰਦੇ ਨੇ ਜਿਸ ਤਰ੍ਹਾਂ ਆਪਣੇ ਅੰਗਰੇਜ਼ੀ ਚ ਕਹਿੰਦੇ ਵੀ ਡੈਥ ਬਾਏ 1000 ਕੱਟਸ, ਹੈ ਨਾ, ਉਹ ਕੰਮ ਸਾਡੇ ਨਾਲ ਹੋ ਰਿਹਾ। ਪਾਣੀ ਦੇ ਬਿੱਲ ਨੇ ਉਹਨਾਂ ਦੀ ਵਾਧਾ ਘਾਟਾ ਹੁੰਦਾ ਕੋਈ ਨਹੀਂ ਪੁੱਛਦਾ, ਸੂਅਰ ਦਾ ਤੁਹਾਡਾ ਯੂਜ਼ ਆ ਵਾਧਾ ਘਾਟਾ ਕੋਈ ਨਹੀਂ ਪੁੱਛਦਾ, ਠੀਕ ਹੈ ਨਾ। ਇੱਕ ਸਮਾਂ ਹੁੰਦਾ ਸੀ ਜਦੋਂ ਹੁਣ ਮੈਂ ਚਲੋ ਸੌਕਰ ਦੇ ਨਾਲ ਵੀ ਇਨਵੋਲਵ ਆ, ਸਾਡੇ ਜਿਹੜੇ ਫੀਲਡ ਹੁੰਦੇ ਸੀ ਉਹ ਸਾਡੇ ਪ੍ਰਾਪਰਟੀ ਟੈਕਸ ਦੇ ਵਿੱਚੋਂ ਜਾਂਦੇ ਹੁੰਦੇ ਸੀ। ਹੁਣ ਉਹ ਜਿਹੜੇ ਸਾਡੇ ਫੀਲਡ ਦੀ ਕਾਸਟ ਆ ਉਹ ਅਸੀਂ ਹੁਣ ਆਪਣੇ ਕੀ ਕਹਿੰਦੇ ਨਿਆਣਿਆਂ ਤੋਂ ਪੇਰੈਂਟਸ ਤੋਂ ਲੈ ਕੇ ਅਸੀਂ ਸਾਲ ਦਾ $30,000 ਸਿਰਫ ਤੇ ਸਿਰਫ ਸਾਡੇ ਫੀਲਡ ਯੂਜ਼ ਕਰਨ ਵਾਸਤੇ ਦਿੰਦੇ ਆ, ਜਿਨ੍ਹਾਂ ਦੇ ਅਸੀਂ ਪ੍ਰਾਪਰਟੀ ਟੈਕਸ ਦੇ ਕੇ ਬਣਵਾਏ ਸੀ। ਕਿਉਂ? ਉਹਨਾਂ ਨੇ ਕੀ ਕੀਤਾ, ਸਿਟੀ ਨੇ ਕੀ ਕੀਤਾ, ਕਾਉਂਸਲ ਨੇ ਕੀ ਕੀਤਾ, ਹੌਲੀ ਬਿਊਰੋਕਰੇਟਸ ਦੀ ਸਲਾਹ ਦੇ ਨਾਲ ਉਹਨਾਂ ਹੌਲੀ ਪ੍ਰਾਪਰਟੀ ਇਹ ਜੀ ਯੂਜ਼ਰ ਟੈਕਸ ਹੋ ਗਿਆ, ਚਾਹੇ ਉਹ ਤੁਹਾਡਾ ਪੂਲ ਦਾ ਸੀ, ਚਾਹੇ ਉਹ ਤੁਹਾਡਾ ਫੀਲਡ ਦਾ ਸੀ, ਚਾਹੇ ਉਹ ਤੁਹਾਡੇ ਆਪਣੇ ਕੁਝ ਵੀ ਸੀ। ਸਾਨੂੰ ਐਜ਼ ਏ ਟੈਕਸ ਪੇਅਰ ਇਹਨਾਂ ਗੱਲਾਂ ਤੇ ਕਿਤੇ ਨਾ ਕਿਤੇ ਜਾ ਕੇ ਆਪਣੇ ਅਵੇਅਰ ਹੋਣਾ ਜਾਂ ਐਜੂਕੇਟ ਹੋਣਾ, ਜਾਂ ਜਿਹੜਾ ਤੁਹਾਡੇ ਆਪਣੇ ਲੋਕਲ ਨਿਊਜ਼ਪੇਪਰ ਨੇ, ਤੁਹਾਡਾ ਸਰੀ ਲੀਡਰ ਹੈ ਜਾਂ ਐਵਨਸਪੋਰਟ ਨਿਊਜ਼ ਹੈ, ਇਹ 'ਚ ਆਉਂਦਾ ਹੁੰਦਾ। ਸਾਡੇ ਕੀ ਹੁੰਦਾ, ਸੇਲ ਦੇ ਪੇਪਰ ਕੱਢੇ ਤੇ ਬਾਕੀ ਦਾ ਨਾਲ ਦੀ ਨਾਲ ਹੀ ਗਾਰਬੇਜ ਦੇ ਵਿੱਚ। ਕਿਸੇ ਨੇ ਕੋਈ ਨਹੀਂ ਦੇਖਣਾ ਵੀ ਕੋਈ ਸਾਡੀ ਪਬਲਿਕ ਹੀਅਰਿੰਗ ਹੋ ਰਹੀ ਹੈ, ਉਹ 'ਚ ਕੀ ਹੋ ਰਿਹਾ, ਕਿਉਂ ਚੇਂਜ ਹੋ ਰਿਹਾ, ਕਿ ਮੇਰੇ ਬੈਨੀਫਿਟ 'ਚ ਜਾਂ ਨਹੀਂ ਬੈਨੀਫਿਟ ਨਹੀਂ ਹੈਗਾ ਤਾਂ ਕਿਸੇ ਨੂੰ ਪੁੱਛ ਲਓ। ਇਹਨਾਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਉਹਨਾਂ ਨੂੰ ਜਿਹੜਾ ਆਉਂਦੀ ਹੁੰਦੀ ਆ ਨਾ, ਉਹਨੂੰ ਮਾੜਾ ਮੋਟਾ ਪੜ੍ਹਨਾ ਸਾਡੇ ਵਾਸਤੇ ਜ਼ਰੂਰੀ ਹੈ। ਥੈਂਕ ਯੂ। ਬਿਲਕੁਲ ਜੀ। ਸੋਹੀ ਹੋਣੀ ਬਹੁਤ ਡਿਟੇਲ 'ਚ ਤੁਹਾਨੂੰ ਦੱਸ ਕੇ ਗਏ ਨੇ, ਔਰ ਸੱਚ ਹੈ। ਕੰਮਾਂ ਕਾਰਾਂ ਦੇ ਵਿੱਚ ਸਾਡਾ ਭੱਜ ਨੱਠ 80% ਦੇ ਕਰੀਬ ਆਪਾਂ ਵਿਆਜ ਦੇ ਦਿੰਦੇ ਆ ਆਪਣੇ ਜਿਹੜਾ ਵੀਜ਼ੇ ਦੇ ਬਿੱਲ ਵਗੈਰਾ ਤੇ। ਹਾਲਾਂਕਿ ਕਿਹੜਾ ਕੋਈ ਬੈਂਕ 'ਚ ਪਿਆ ਨੂੰ ਆਪਾਂ ਨੂੰ ਕੁਛ ਉਹਨਾਂ ਨੇ ਵਿਆਜ ਦੇਣਾ, ਪਰ ਗਲਤੀ ਹੈ, ਭੁੱਲ ਜਾਂਦੇ ਆ ਵੀ ਦੇ ਦਾਂਗੇ, ਕਰ ਦਾਂਗੇ, ਇਹ ਹੋ ਜਾਂਦੀ ਹੈ। ਇਹ ਗੱਲ ਖਿਆਲ ਰੱਖਣ ਦੀ ਲੋੜ ਹੈ ਕਿ ਇਹ ਜਿਹੜੀ ਤੁਹਾਨੂੰ ਕਾਗਜ਼ ਪੱਤਰ ਆਉਂਦੇ ਨੇ ਤਾਂ ਉਹਦਾ ਕੋਈ ਕਾਰਨ ਹੈ, ਤੇ ਉਹਨੂੰ ਤੁਸੀਂ ਇਹ ਨਹੀਂ ਹੈ ਕਿ ਤੁਸੀਂ ਇਹਨੂੰ ਚੈਲੰਜ ਨਹੀਂ ਕਰ ਸਕਦੇ। ਜੇ ਤੁਹਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਵੱਧ ਮੇਰੇ ਘਰ ਦੀ ਇਹਨਾਂ ਨੇ ਵੈਲਿਊ ਵਧਾ ਦਿੱਤੀ, ਤੁਸੀਂ ਕਹਿ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਤੇ ਉਹਦਾ ਇੱਕ ਸਿਸਟਮ ਹੈ ਜਿਹਦੇ ਥਰੂ ਜਾ ਕੇ ਤੁਸੀਂ ਉਹਨਾਂ ਦੀ ਅਸੈਸਮੈਂਟ ਵਾਲਿਆਂ ਨੂੰ ਚੈਲੰਜ ਕਰ ਸਕਦੇ ਹੋ ਵੀ ਭਾਈ ਆਹ ਕਿਰਪਾ ਕਰੋ, ਥੋੜੀ ਬਹੁਤੀ ਸਾਡੇ ਤੇ ਕਿਉਂ ਐ ਕਰਦੇ ਹੋ।
ਬਾਕੀ ਦੀਆਂ ਇੱਕ ਦੋ ਖਬਰਾਂ ਜਿਹੜੀਆਂ ਉਹ ਵੀ ਦੱਸ ਦੇਵਾਂਗੇ। ਅਮਰੀਕਾ ਵਾਲੇ ਪਾਸੇ ਇੰਪੀਚਮੈਂਟ ਦੀ ਜਿਹੜੀ ਹੈ ਉਹ ਤਿਆਰੀ ਕਰ ਦਿੱਤੀ, ਪਰ ਨਾਲ ਹੀ FBI ਨੇ ਜਿਹੜਾ ਵਾਰਨਿੰਗ ਦਿੱਤੀ ਹੈ ਕਿ ਅਮਰੀਕਾ ਦੇ ਵਿੱਚ ਬਾਈਡਨ ਨੇ ਜਿੱਦਣ ਜੋ ਬਾਈਡਨ ਨੇ ਸਹੁੰ ਚੁੱਕਣੀਆਂ ਹਥਿਆਰਬੰਦ ਮੁਜ਼ਾਹਰੇ ਹੋ ਸਕਦੇ ਨੇ। 10,000 ਦੇ ਕਰੀਬ ਜਿਹੜੇ ਨੇ ਨੈਸ਼ਨਲ ਗਾਰਡ ਦੇ ਟਰੂਪਸ ਨੇ ਵਾਸ਼ਿੰਗਟਨ DC ਦੇ ਵਿੱਚ ਜਿਹੜੇ ਨੇ ਉਹ ਡਿਪਲੋਏ ਹੋ ਰਹੇ ਨੇ। ਬਹੁਤ ਟੈਂਸ ਸਿਚੁਏਸ਼ਨ ਹੈ, ਕੋਈ ਇਹਦੇ ਚ ਗੜਬੜ ਵੀ ਹੋ ਸਕਦੀ ਹੈ। ਕਾਰਨ ਇਹ ਆ ਵੀ ਆਖਰੀ ਦਿਨ ਨਹੀਂ ਹੈ। ਜੇ ਤੁਸੀਂ ਕਹਿੰਦੇ ਵੀ ਆਖਰੀ ਦਿਨ ਸਰਪੰਚ ਨੇ ਕਹੇ ਤੇ ਉਹ ਜਾਵੜੇ ਨਾ, ਪਿਛਲੇ 4 ਸਾਲਾਂ ਚ ਜਦੋਂ ਜ਼ਹਿਰ ਉਗਲ ਰਿਹਾ ਉਹਨੂੰ ਰੋਕਿਆ ਨਹੀਂ ਕਿਸੇ ਨੇ। ਰਿਪਬਲਿਕਨ ਦੇ ਸੈਨੇਟਰਸ ਨੇ, ਰਿਪਬਲਿਕਨ ਦੇ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਉਹਦੇ ਮੂੰਹ ਤੇ ਹੱਥ ਨਹੀਂ ਦਿੱਤਾ। ਉਹ ਮਰਜ਼ੀ ਤੋਂ ਬਿਨਾਂ ਲਿਖੀ ਸਪੀਚ ਤੋਂ ਬਿਨਾਂ ਕਿਸੇ ਨੂੰ ਸੁਣਿਆ ਆਪਣੀ ਮਰਜ਼ੀ ਦੇ ਨਾਲ ਤੇ ਬਾਹਾਂ ਚੱਕ ਕੇ ਬੋਲਦਾ ਰਿਹਾ। ਅਖੀਰ ਉਹਨੇ ਫਾਤਾ ਫਾਹਾ। ਉਹ ਤਾਂ ਉਸ ਦਿਨ ਜੇ ਨਾ ਰੈਸਕਿਊ ਕਰਦੇ ਕੁਝ ਸੈਨੇਟਰ ਉਹਨਾਂ ਤੇ ਹਮਲਾ ਕਰ ਦੇਣਾ ਸੀ। ਜਾਂ ਉਹਨੇ ਸਿੱਧੀ ਅੰਦਰੋਂ ਗੋਲੀ ਸੀਕ੍ਰੇਟ ਸਰਵਿਸ ਵਾਲਿਆਂ ਨੇ ਚਲਾਈ ਤਾਂ ਉਹ ਥੰਮੇ। FBI ਨੇ ਇਹ ਕਿਹਾ, ਮੇਅਰ ਨੇ ਜਿਹੜਾ ਵਾਸ਼ਿੰਗਟਨ DC ਦੇ ਨੇ ਕਿਹਾ, ਮਿਸ ਬਾਊਜ਼ਰ ਨੇ, ਉਹ ਕਹਿੰਦੀ ਵੀ ਮੈਂ ਸਟਰੋਂਗਲੀ ਯੂਨਾਈਟਿਡ ਸਟੇਟ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਕਹਿ ਰਿਹਾ ਵੀ ਇਨੋਗ੍ਰੇਸ਼ਨ ਦੇ ਸਮੇਂ ਇਹ ਜਿਹੜਾ ਸਾਨੂੰ ਇਸ ਜਗ੍ਹਾ ਨੂੰ ਸਿਕਿਉਰ ਕਰਨਾ ਪੈਣਾ, ਕਿਉਂਕਿ ਲਾਣਾ ਹਥਿਆਰਬੰਦ ਬਹੁਤ ਹੈ ਤੇ ਸਾਰੀਆਂ ਸਟੇਟਸ ਦੇ ਵਿੱਚ ਆਲਰੇਡੀ ਪਲਾਨ ਕਰ ਰਹੇ ਨੇ ਕਿ ਹਥਿਆਰਾਂ ਦੇ ਨਾਲ ਅਸੀਂ ਮੁਜ਼ਾਹਰਾ ਕਰ। ਜਨਵਰੀ 20 ਬਹੁਤ ਜਿਹੜਾ ਆਰਮਡ ਜਿਹੜਾ ਪ੍ਰੋਟੈਸਟ 50 ਸਟੇਟਾਂ ਦੇ ਵਿੱਚ ਰਾਜਧਾਨੀਆਂ 'ਚ 16 ਜਨਵਰੀ ਤੋਂ 20 ਜਨਵਰੀ ਤੱਕ ਤੇ ਅਮਰੀਕਾ ਦੀ ਰਾਜਧਾਨੀ ਦੇ ਵਿੱਚ 17 ਤੋਂ 20 ਜਨਵਰੀ ਤੱਕ FBI ਨੇ ਇਹ ਗੱਲ ਕੀਤੀ ਹੈ। ਉਹਨਾਂ ਕੋਲ ਸੀਕ੍ਰੇਟ ਜਿਹੜੀਆਂ ਸਰਵਿਸਿਜ਼ ਆਪਣੇ ਉਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਆਈ ਹੈ। ਹੁਣ ਕਿਹੜਾ ਟਲੇ ਨੇ? 130 ਜਣਿਆਂ ਨੇ ਇਹ ਗੱਲ ਕੀਤੀ ਕਿ ਜਿੱਥੇ ਜਿੱਥੇ ਬਾਈਡਨ ਜਿੱਤਿਆ ਵੋਟਾਂ ਕੈਂਸਲ ਕਰਕੇ ਦੁਬਾਰਾ ਪਾਉਣ। 130 ਦੇ ਕਰੀਬ MPਆਂ ਨੇ ਤੇ ਉਸ ਤੋਂ ਬਿਨਾਂ ਨਾਲ ਹੀ 9 ਦੇ ਕਰੀਬ ਸੈਨੇਟਰ। ਆਹ ਤਾਂ ਹਾਲ ਹੈ। ਦਾਤਾ ਕਰੇ, ਮਿਹਰ ਕਰੇ ਕਿ ਉਹ ਵਧੀਆ ਤਰੀਕੇ ਨਾਲ 20 ਜਨਵਰੀ ਨੂੰ ਹੋਵੇ। ਚਲੋ ਜਦ ਰਾਸ਼ਟਰਪਤੀ ਬੈਠ ਗਿਆ ਗੱਦੀ ਤੇ ਫਿਰ ਸਮਾਂ ਹੋਣਾ। ਕਮਲ ਗਰੇਵਾਲ ਦਾ ਗੀਤ ਤੁਹਾਨੂੰ ਇੱਕ ਸੁਣਾਉਣਾ ਅੱਜ ਦੇ ਦਿਨ ਤੇ ਪੰਜਾਬ ਦੇ ਇਹਨਾਂ ਦਿਨਾਂ ਦੇ ਲਈ। ਤੇ ਕੱਲ ਨੂੰ 12 ਵਜੇ ਫੇਰ ਮੁੜਦੇ ਆ। ਮੰਗਲਵਾਰ ਨੂੰ ਕੱਲ ਨੂੰ ਖਾਸ ਗੱਲਬਾਤ ਕੋਈ ਜਿਹੜੀ ਹੈ 1 ਤੋਂ 2 ਵਜੇ ਤੱਕ ਮੈਂ ਕਰਨਾ ਚਾਹੁੰਦਾ ਤੇ ਤੁਸੀਂ ਸ਼ਾਮਲ ਹੋਣਾ। ਸਾਰਿਆਂ ਦਾ ਧੰਨਵਾਦ। ਰੱਬ ਰੱਖਾ।